ਆਲਿਆ ਬੇਗਮ ਦੇ ਨਾਲ ਹੋਈ ਹੈ। ਜਿਹੜੇ ਇਹ ਫੈਮਿਲੀ ਸਾਡੇ ਗੁਜਰਾਤ ਜਲਾਲਪੁਰ ਜੱਟਾਂ ਤੋਂ ਟੁਰੀ ਗੌਰੀ ਖਾਨਦਾਨ ਇਹ ਕਰਾਂਦੇ ਪੀਰ ਅਹਿਮਦ ਜਾਨ ਸਾਹਿਬ ਦੀ ਉਹ ਪੋਤਰੀ ਪੀਰ ਅਹਿਮਦ ਜਾਨ ਤੇ ਨਾਮ ਮਿਰਜ਼ਾ ਸਾਹਿਬ ਦੇ ਉਹ ਐਨ ਨਹੀਂ ਸਾਥੀਆਂ ਚੋਂ ਨਹੀਂ, ਉਹ ਫੌਤ ਹੋ ਗਏ ਪਹਿਲੇ ਇਹਨਾਂ ਦੇ ਦਾਅਵੇ ਤੋਂ। हुसैनी साहब जी मिर्जा साहब ने अपने भी किसी बंदे ने दावा की ਇਸਾਕ ਬੇਗ ਦੀ ਸ਼ਾਦੀ ਕਿੱਥੇ ਹੋਈ ਸੀ? ਤੁਸੀਂ ਇਸਾਕ ਬੇਗ ਕਹਿ ਰਹੇ ਹੋ ਜਾਂ ਨਹੀਂ ਸੌਰੀ, ਤੁਸੀਂ- ਮੈਂ ਇਸਾਕ ਬੇਗ ਹੀ ਹੈ ਨਾ ਉਹਦਾ ਬੇਟਾ ਮਮਦੀ ਬੇਗਮ ਦਾ ਜਿਹੜਾ ਉਹ ਮਿਰਜ਼ਾ ਇਸਾਕ ਬੇਗ? ਅੱਛਾ ਉਹ ਮੈਂ ਗਲਤ ਕਹਿ ਗਿਆ, ਉਹਦਾ ਕੋਈ ਤਲਕ ਨਹੀਂ ਉਹਦੇ ਨਾਲ। ਉਹ ਮਿਰਜ਼ਾ ਇਸਾਕ ਬੇਗ ਦੀ ਸ਼ਾਦੀ ਮਿਰਜ਼ਾ ਮੁਹੰਮਦ ਦੀਨ ਜਾਂ ਦੀਨ ਮੁਹੰਮਦ ਲੰਗਰਵਾਲ ਦੀ ਪੋਤਰੀ ਨਾਲ ਹੋਈ ਹੈ। ਉਹਨਾਂ ਦਾ ਬਲਕਿ ਇੱਕ ਲੜਕਾ ਇੱਥੇ ਆਉਂਦਾ ਹੁੰਦਾ ਮਿਰਜ਼ਾ ਕੈਸਰ ਬੇਗ, ਉਹ ਕਹਿੰਦਾ ਮੇਰੀ ਖਾਲਾ ਹੈ, ਤੇ ਉਹ ਅਹਿਮਦੀ ਖਾਨਦਾਨ ਹੈ ਪੁਰਾਣਾ। ਤੇ ਉਹ ਸ਼ਾਦੀ ਉਹਨਾਂ ਦੀ ਹੋਈ ਤੇ ਫਿਰ ਉਹ ਇੱਧਰ ਕਨਵਰਟ ਹੋ ਗਏ, ਇੱਧਰ ਆ ਗਏ। ਇਹ ਬਰਾਦਰੀ ਚ ਹੁੰਦਾ ਹੈ ਨਾ, ਸ਼ਾਦੀਆਂ ਹੋ ਜਾਂਦੀਆਂ ਹੀ ਆਰ ਪਾਰ, ਤੇ ਫਿਰ ਉਹ ਕਿਹੜੀ ਬਰਾਦਰੀ ਚ ਸਨ? ਮੁਹੰਮਦ ਦੀਨ ਹੋਰੀ ਕਿਹੜੀ ਬਰਾਦਰੀ ਸਨ? ਮਿਰਜ਼ਾ ਮੁਹੰਮਦ ਦੀਨ ਲੰਗਰਵਾਲ ਉਹੀ ਆਪਣੇ ਮੁਗਲ ਬਰਾਦਰੀ ਹੈ। ਯਾਨੀ ਮਿਰਜ਼ਾ ਸਾਹਿਬ ਦੀ ਬਰਾਦਰੀ ਸਨ। ਹਾਂ ਬਿਲਕੁਲ। ਤੇ ਕਿਹੜੇ ਪਿੰਡ ਦੇ ਸਨ? ਇਹ ਉੱਥੇ ਹੀ ਕਾਦੀਆਨ ਦੇ ਨੇੜੇ ਤੇ ਹੀ ਕਿਧਰੇ। ਇਹ ਸ਼ਾਦੀ ਕਿਹਨੇ ਕਰਵਾਈ ਇਹਦੀ ਮਮਦੀ ਬੇਗਮ ਦੇ ਬੇਟੇ ਦੀ ਉੱਥੇ? ਔਰ ਜਾਂ ਸਾਹੀਵਾਲ ਦੇ ਵਿੱਚ, ਸਾਹੀਵਾਲ ਦੇ ਵਿੱਚ ਇੱਕ ਜਗ੍ਹਾ ਚੱਕ ਸ਼ਹਿਜ਼ਾਦ। ਯਾਨੀ ਪਾਕਿਸਤਾਨ ਬਣਨ ਤੋਂ ਬਾਅਦ ਦਾ ਵਾਕਿਆ ਹੈ? ਮੇਰਾ ਖਿਆਲ ਪਾਕਿਸਤਾਨ ਬਣਨ ਤੋਂ ਬਾਅਦ ਦਾ ਵਾਕਿਆ। ਤੇ ਉਹਨਾਂ ਦੇ ਅੱਗੇ ਦੋ ਬੇਟੇ ਨੇ ਜਿਹੜੇ ਲਾਹੌਰ ਵਿੱਚ ਨੇ। ਉਹ ਉੱਥੇ ਰਹੇ ਨੇ ਚੱਕ ਸ਼ਹਿਜ਼ਾਦ ਵਿੱਚ, ਉਹਨਾਂ ਦੀ ਜ਼ਮੀਨਾਂ ਨੇ। ਤੇ ਉਹਨਾਂ ਦਾ ਜਿਹੜਾ ਸਾਵਰਾ ਖਾਨਦਾਨ ਹੈ, ਉਹਨਾਂ ਵਿੱਚੋਂ ਇੱਕ ਬੰਦਾ ਇੱਥੇ ਮੌਜੂਦ ਹੈ, ਸਾਡੇ ਕੋਲ ਆਉਂਦਾ ਹੁੰਦਾ, ਉਹਦਾ ਨਾਮ ਹੈ ਮਿਰਜ਼ਾ ਕੈਸਰ ਬੇਗ। ਉਹ ਕਹਿੰਦਾ ਮੇਰੇ ਖਾਲੂ ਨੇ ਉਹ ਇਸਾਕ ਬੇਗ। ਇਹਦੀ ਉਮਰ ਕਿੰਨੀ ਕਿ ਕੈਸਰ ਸਾਹਿਬ ਦੀ? ਕੈਸਰ ਸਾਹਿਬ ਦੀ ਉਮਰ ਇਹੀ 40-50 ਦੇ ਦਰਮਿਆਨ ਹੋਏਗੀ। ਖਾਲੂ ਫਿਰ ਕਿਸ ਤਰ੍ਹਾਂ ਹੋ ਸਕਦੇ ਨੇ? ਇਹ ਤੇ ਅਗਾਂਹ ਹੈ ਨਾ, ਦੂਰ ਹੈ ਉਹਨਾਂ ਤੋਂ। ਹੈ ਇਹ ਤੇ ਉਹਨਾਂ ਤੋਂ ਦੂਰ ਲੱਗਦਾ, ਖਾਲੂ ਕਿਸ ਤਰ੍ਹਾਂ ਹੋ ਸਕਦਾ? ਕਿਉਂ ਦੂਰ ਹੋ ਸਕਦਾ? ਮੁਹੰਮਦੀ ਬੇਗ ਖਾਲੂ ਰਿਸ਼ਤੇ ਚ ਖਾਲੂ ਨਹੀਂ ਸਕੀ ਖਾਲਾ ਹੈ ਉਹਨਾਂ ਦੀ। ਇਹ ਉਹਨਾਂ ਦੇ ਇੱਕ ਸਾਲ ਇੱਕ ਭੈਣ ਜਿਹੜੀ ਉਹ ਮਿਰਜ਼ਾ ਰਾਣਾ ਮੁਬਾਰਕ ਨਾਲ ਵਿਆਹੀ। ਉਹ ਰਾਣਾ ਮੁਬਾਰਕ ਹੁਣੇ ਫੌਤ ਹੋਏ ਨੇ ਲੰਦਨ ਜਾ ਕੇ। ਪਹਿਲੇ ਉਹ ਪੱਤੋ ਕੀ ਹੈ, ਕੁਛ ਹਿੱਸਾ ਇਹਨਾਂ ਦਾ ਪੱਤੋ ਕੀ ਲਾਹੌਰ ਦੇ ਕਰੀਬ ਹੈ। ਤੇ ਇਹ ਜਿਹੜੇ ਮਿਰਜ਼ਾ ਇਸਾਕ ਬੇਗ ਜਿਹੜੇ ਨੇ, ਇਹ ਵੀ 60-70 ਦੀ ਦਹਾਈ ਵਿੱਚ ਮੌਜੂਦ ਹੈ। ਬਲਕਿ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ ਉਹਨਾਂ ਦਾ ਇੱਕ ਵਾਕਿਆ ਵੀ ਕੋਟ ਕੀਤਾ ਹੈ ਕਿ ਉਹਨਾਂ ਨੇ ਸ਼ਾਦੀ ਕੀਤੀ ਬੇਟੀ ਦੀ ਤੇ ਕੋਈ ਸ਼ਾਮਲ ਨਹੀਂ ਹੋਇਆ, ਤੇ ਫਿਰ ਉਹ ਸਾਰੀਆਂ ਦੇਗਾਂ ਉਲਟਾਣੀਆਂ ਪਈਆਂ ਅਹਿਮਦੀ ਹੋਣ ਦੀ ਵਜ੍ਹਾ ਨਾਲ। ਕੋਈ ਸਮਝ ਨਹੀਂ ਆਈ ਕਿ ਉਹ ਕਿਉਂ ਯਕਦਮ ਲੋਕਾਂ ਨੂੰ ਖਿਆਲ ਆਇਆ ਹੁਣ ਨਹੀਂ ਜਾਣਾ ਦੇਗਾਂ ਪੱਕਣ ਦੇ ਬਾਅਦ। ਉੱਥੇ ਅਗਰ ਨਹੀਂ ਆ ਜਾਣਾ ਤਾਂ ਪਹਿਲਾਂ ਹੀ ਨਹੀਂ ਆ ਨਹੀਂ ਜਾਣਾ। ਇਹ ਜਿਹੜਾ ਸ਼ਾਦੀ ਉਹਨਾਂ ਦੀ ਬੇਟੀ ਵਾਲਾ ਜਿਹੜਾ ਵਾਕਿਆ ਮੈਂ ਵੀ ਸੁਣਿਆ, ਦੇਗਾਂ ਵਾਲਾ ਵਾਕਿਆ। ਹਾਂ, ਲੇਕਿਨ ਇਹ ਮੇਰੇ ਹਾਲੇ ਪਾਕਿਸਤਾਨ ਤੋਂ ਬਾਅਦ ਹੋ ਸਕਦਾ 53 ਦੇ ਵਾਕਿਆ ਤੋਂ ਬਾਅਦ ਹੋਇਆ ਹੋਵੇ। ਕਿਹਦੇ ਵਾਕਿਆ ਦੇ ਬਾਅਦ? ਇਹ ਜਿਹੜਾ 52-53 ਚ ਜਿਹੜੀਆਂ ਕੋਈ ਆਈਆਂ ਨੇ ਲੜਾਈਆਂ ਸ਼ੜਾਈਆਂ, ਉਹਨਾਂ ਤੋਂ ਬਾਅਦ। ਹਾਂ ਇੰਝ ਹੋ ਸਕਦਾ ਨਾ। ਮਤਲਬ ਉਹਨਾਂ ਦੀ ਸ਼ਾਦੀ ਹੋਈ ਹੈ ਨਾ 1892 ਵਿੱਚ ਮੁਹੰਮਦੀ ਬੇਗਮ ਦੀ, ਤੇ ਉਹਨਾਂ ਦੀ ਵਫਾਤ ਜਿਹੜੀ ਹੈ ਉਹ 50 ਦੇ ਅਖੀਰ ਵਿੱਚ ਕਿਧਰੇ ਹੋਈ ਹੈ। ਤੇ 50 ਅਗਰ ਉਹ 92 ਤੋਂ ਲਗਾ ਲਿਆ ਜਾਏ ਤਾਂ 92 ਤੋਂ 30 ਸਾਲ ਲਾ ਲਓ
ਸੁਲਤਾਨ ਬੇਗ ਦੀ 40 ਚ ਫੌਤ ਹੋਇਆ ਨਾ, ਹਾਂਜੀ 1940 ਚ। ਹਾਂ 1940 ਚ ਫੌਤ ਹੋਇਆ ਤੇ 1940 ਤੋਂ ਪਹਿਲੇ ਦੀ ਪੈਦਾਇਸ਼ ਹੋਈ ਨਾ ਫਿਰ ਇਸਾਕ ਬੇਗ ਦੀ। ਹਾਂਜੀ ਆਫ ਕੋਰਸ। ਹਾਂ ਤੇ 3 ਅਗਰ ਉਹ 30s ਦੇ ਜ਼ਮਾਨੇ ਦੀ ਲਈ ਜਾਏ ਤੇ ਹੁਣ ਉਹ 90 ਸਾਲ ਦੇ ਕਰੀਬ ਬਣਦੀ ਹੈ ਗੱਲ ਉਹਨਾਂ ਦੀ। ਤੇ ਤਾਂ ਹੀ ਉਹ ਮੈਂ ਕਹਿੰਦਾ ਨਾ ਕਿ ਉਹ ਜਿਹੜਾ ਪ੍ਰੋਫੈਸਰ ਸਾਹਿਬ ਦੱਸਦੇ ਉਹ ਹਾਂ 90 ਸਾਲ ਦਾ ਹੀ ਪਿੰਡਾ ਹੋ ਜਾਂਦਾ ਨਾ। ਨਹੀਂ ਤੇ ਇਹ 50 ਸਾਲ ਵਾਲੇ ਦੀ ਜਿਹੜੀ ਖਾਲਾ ਹੈ ਉਹ ਤਾਂ ਮਮਦੀ ਬੇਗਮ ਦੀ ਬੇਟੀ ਦੀ ਗੱਲ ਨਾ, ਮਮਦੀ ਬੇਗਮ ਦਾ ਬੇਟਾ ਹੈ ਤੇ ਇਹਨਾਂ ਦੀ ਖਾਲਾ ਹੈ। ਇਹਨਾਂ ਦੀ ਖਾਲਾ ਤੇ ਹੋਰ ਵੀ ਛੋਟੀ ਹੋ ਸਕਦੀ ਠੀਕ ਵੀ ਹੋ ਸਕਦੀ ਗੱਲ ਹੈ। ਨਹੀਂ, ਲੇਕਿਨ ਕੈਸਰ ਸਾਹਿਬ ਜਿਹੜੇ ਨੇ ਇਹ ਜਾਣਦੇ ਨੇ ਸਾਰਾ ਬਾਇਓਡਾਟਾ, ਯਾਨੀ ਇਸਾਕ ਬੇਗ ਦਾ ਕਿੰਨਵਾਂ ਨੰਬਰ ਸੀ ਤੇ ਸ਼ਾਦੀ ਦੀ ਗੱਲ ਕਿਸ ਤਰ੍ਹਾਂ ਵਾਕਿਆ ਹੋਇਆ ਹੈ। ਇਹ ਆਵਣਗੇ ਤੇ ਉਹਨਾਂ ਨੂੰ ਤੁਹਾਨੂੰ ਮਿਲਾ ਦਿਆਂਗੇ। ਕਈ ਦਫਾ ਇੱਥੇ ਜ਼ਿਕਰ ਹੋਇਆ ਹੈ। ਇਹ ਕਿੱਥੇ ਮਿਰਜ਼ਾ ਸਈਦ ਬੇਗ ਵੀ ਹੈ ਕੈਨੇਡਾ ਦੇ ਵਿੱਚ, ਉਹਨਾਂ ਨੇ ਇੱਕ ਵਾਰੀ ਬੜਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਸਾਰਾ ਖਾਨਦਾਨ ਦੀ ਤਫਸੀਲਾਤ ਬਿਆਨ ਕੀਤੀਆਂ ਨੇ। ਤੇ ਕਈ ਲੋਕ ਐਸੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਮਮਦੀ ਬੇਗਮ ਵਾਲੀ ਔਲਾਦ ਉਹਦੇ ਵਿੱਚੋਂ ਲੜੀ ਵਿੱਚੋਂ ਉਹਦੇ ਤੋਂ ਮੁਰਾਦ ਇਹੋ ਹੀ ਹੈ ਉਹ ਮਿਕਸ ਖਾਨਦਾਨ ਹੈ, ਕੋਈ ਨਾ ਕੋਈ ਉਹਨਾਂ ਚੋਂ ਅਹਿਮਦੀ ਹੋ ਗਿਆ ਉਹਨੇ ਹੋ ਕਿਉਂਕਿ ਗਿਆ। ਉਹ ਮੈਂ ਸੁਣਿਆ ਕਿ 5-6 ਭਰਾ ਹੈ ਇਸਾਕ ਬੇਗ ਹੋਰੀ ਨਾ। ਅੱਛਾ 5 ਜਾਂ 6 ਭਰਾ ਨੇ ਉਹ। ਅੱਛਾ ਤੇ ਇਹਦਾ ਕਿੰਨਵਾਂ ਨੰਬਰ ਹੈ ਇਸਾਕ ਦਾ, ਤੇ ਇਹਦੀ ਸ਼ਾਦੀ ਦੀ ਜਿਹੜੀ ਤਫਸੀਲ ਵਗੈਰਾ ਜਾਂ ਫਿਰ ਅਹਿਮਦੀ ਹੁੰਦਾ ਵਾਕਿਆ ਹੈ, ਹਾਂ ਹਾਂ ਉਹਦੀ ਕੀ ਤਫਸੀਲ ਹੈ ਕਿ ਕਿਸ ਤਰ੍ਹਾਂ ਉਹਨਾਂ ਇਹਨੂੰ ਰਿਸ਼ਤਾ ਦੇ ਕੇ। ਉਹਨਾਂ ਦਾ ਇਸ ਲੜਕੇ ਦਾ ਕਹਿਣਾ ਇਹ ਹੈ ਵੀ ਉਹ ਪਹਿਲੇ ਅਹਿਮਦੀ ਹੋ ਗਏ ਤੇ ਫਿਰ ਸਾਡੇ ਨਾਨਾ ਜਾਨ ਨੇ ਉਹਨਾਂ ਨੂੰ ਰਿਸ਼ਤਾ ਦੇ ਦਿੱਤਾ। ਮਤਲਬ ਇਹ ਗੱਲ ਤੇ ਇਸ ਤਰ੍ਹਾਂ ਹੀ ਹੁੰਦੀ ਹੈ ਨਾ, ਕਰੀਬ ਕਰੀਬ ਕੋ ਖਾਨਦਾਨਾਂ 'ਚ ਬਾਅਦ ਦਫਾ ਇੰਝ ਹੀ ਚੱਲ ਰਹੀ ਹੁੰਦੀ ਹੈ ਵੀ ਤੂੰ ਅਹਿਮਦੀ ਹੋ ਜਾ ਤੇ ਅਸੀਂ ਤੇਰਾ ਨਿਕਾਹ ਪੜ੍ਹ ਦਿਆਂਗੇ। ਤੂੰ ਨਾ ਕਿਹਾ ਮੇਰੇ ਵਾਸਤੇ ਬਰਾਬਰ ਹੀ ਹੈ, ਚਲੋ ਠੀਕ ਹੈ। ਤੇ ਬਾਹਰ ਉਹਦੇ ਤਫਸੀਲ ਤੇ ਉਹ ਐਸੇ ਲੋਕ ਤੇ ਅਕਸਰ ਫੌਤ ਹੋ ਗਏ ਨੇ ਜਿਹੜੇ ਬਹੁਤ ਕਰੀਬ ਤੋਂ ਸਾਰੀ ਗੱਲ ਨੂੰ ਵਜ਼ਾਹਤ ਨਾਲ ਬਿਆਨ ਕਰ ਸਕਣ। ਉਚੜਦੀ ਗੱਲ ਹੀ ਮਿਲਦੀ ਹੈ ਕਿਧਰੇ। ਉਹ ਬੰਦੇ ਤੇ ਫੌਤ ਹੋ ਗਏ ਨੇ, ਲੇਕਿਨ ਜਿਹੜੀਆਂ ਵਿੱਚ ਗੱਲਾਂ ਨੇ ਨਾ ਕਈ ਹਾਂ ਇੰਨੀਆਂ ਸਖਤ ਕੀਤੀਆਂ ਨੇ। ਇੱਕ ਇੰਟਰਵਿਊ ਦੇ ਨਾਂ ਦਾ ਸ਼ਾਇਆ ਕੀਤੇ ਅਲ ਫਜ਼ਲ 'ਚ, ਜਾ ਤੇ ਉਹਦੇ ਵਿੱਚ ਹੁਣ ਜਿਹੜੀਆਂ ਗੱਲਾਂ ਲਿਖੀਆਂ ਨੇ ਹਾਂ ਉਹਦੇ ਨਾਲ ਤੇ ਹਾਜਮੁਲਾ ਹੀ ਖਾਣਾ ਪੈਂਦਾ ਨਾ ਕਲਮ ਕਰਨਾ। ਹਾਂ ਇੰਝ ਹੋ ਨਹੀਂ ਨਾ ਉਹ ਤੇ ਬੰਦੇ ਫੌਤ ਹੋ ਗਏ ਨੇ, ਲੇਕਿਨ ਇਹਨਾਂ ਗੱਲਾਂ ਦੀ ਵਜ਼ਾਹਤ ਤੇ ਰਹਿ ਗਈ। ਹਾਂ ਹਾਂ ਮੇਰੇ ਖਿਆਲ ਉਹ 56 ਦਾ ਇੰਟਰਵਿਊ ਹੈ ਮੇਰੇ ਖਿਆਲ 'ਚ ਨਾ, 56-60 ਦੇ ਕਿਰੇ ਵਿੱਚ ਜਿਹੜਾ ਉਹਦਾ ਇੰਟਰਵਿਊ ਕਿਹਦਾ? ਇਸਾਕ ਬੇਗ ਦਾ। ਅੱਛਾ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਐਗਜ਼ੈਜਰੇਸ਼ਨ ਹੀ ਨਹੀਂ ਨਜ਼ਰ ਆਉਂਦੀ। ਉਹ ਕਿੱਥੇ ਛਪਿਆ? ਅਲ ਫਜ਼ਲ ਵਿੱਚ? ਹਾਂਜੀ ਅੱਛਾ ਹਾਂ ਉਹ ਮਜ਼ਮੂਨ ਪੜ੍ਹਿਆ ਪਤਾ ਲੱਗ ਜਾਂਦਾ ਵੀ ਕਿਤਨੀ ਕੁ ਗੱਲ ਉਹਦੀ ਆਪਣੀ ਹੈ ਤੇ ਕਿਤਨੀ ਗੱਲ ਉਹਦੇ 'ਚ ਕੋਈ ਚੂਲਾਂ ਜਿਹੜੀਆਂ ਕੱਸਣੀਆਂ। ਅਗਲੇ ਦਿਨ ਇੱਕ ਤਾਰੀਰ ਪੜ੍ਹੀ ਮੀਰ ਸਾਹਿਬ ਨੇ, ਮੀਰ ਲਤੀਫ ਸਾਹਿਬ ਨੇ, ਔਰ ਉਹ ਮਨਸੂਬ ਕੀਤੀ ਕਿਸੇ ਲੋਧੀ ਸਾਹਿਬ ਕਰੋੜ ਪੱਕਾ ਦੇ ਨਾਲ। ਔਰ ਉਹ ਕਹਿੰਦੇ ਨੇ ਕਿ ਸਰਦਾਰ ਸਾਹਿਬ ਫਾਰੂਕ ਜਿਹੜੇ ਨੇ ਉਹ ਕਾਇਦੇ ਅਵਾਮ ਸ਼ਹੀਦ ਨੂੰ ਅਲਵਿਦਾ ਕਹਿ ਕੇ ਤੇ ਬਾਹਰ ਹੀ 'ਚ ਆਏ ਤੇ ਉਹਨਾਂ ਉੱਥੇ ਕੋਈ ਅਹਿਮੀਅਤ ਮਤਲਬ ਸਵਾਲ ਹੋਇਆ ਤੇ ਫਿਰ ਉਹਨਾਂ ਇਹ ਗੱਲਾਂ ਕਹੀਆਂ। ਤੇ ਇੱਕ ਬੜੀ ਲੰਬੀ ਤਫਸੀਲ ਹੈ, ਉਹ ਸਾਰੀ ਪੜ੍ਹੀ ਉਹਨਾਂ ਨੇ। ਉਹ ਤਫਸੀਲ ਸ਼ੁਰੂ ਹੁੰਦੀ ਹੈ ਹਲਫਨਾਮੇ ਤੋਂ, ਕਸਮ ਖਾ ਕੇ ਕਹਿੰਦੇ ਮੀਰ ਸਾਹਿਬ ਉਹ ਸਾਰੀ ਪੜ੍ਹ ਕੇ ਕਹਿੰਦੇ ਨੇ ਵੀ ਤੁਸੀਂ ਕਸਮ ਖਾਓ ਕਿ ਇਹ ਝੂਠ ਕਹਿ ਰਹੇ ਨੇ। ਮੈਂ ਕਿਹਾ ਅਜੀਬ ਜਿਹੀ ਬੇਵਕੂਫੀ ਦੀ ਗੱਲ ਹੈ ਕਿ ਕੋਈ ਬੰਦਾ ਜਿਹੜਾ ਹੁਣ ਕਸਮ ਖਾਏਗਾ ਪਹਿਲੇ ਤਾਂ ਇਹ ਦੱਸੇ ਵੀ ਉਸ ਮਜਲਿਸ 'ਚ ਇਹ ਆ ਕਿ ਨਹੀਂ ਹੈ। ਜੇ ਉਸ ਮਜਲਿਸ 'ਚ ਹੈ ਹੀ ਨਹੀਂ ਹੈ ਤਾਂ ਉਹਦੇ ਕਸਮ ਖਾਣ ਦਾ ਕੀ ਮਤਲਬ ਹੈ? ਕਿਸ ਤਰ੍ਹਾਂ ਕਸਮ ਖਾ ਸਕਦਾ ਤੇ ਕਿਉਂ ਕਸਮ ਖਾਏ? ਇਹ ਮੁਤਾਲਬਾ ਹੀ ਕੈਸਾ ਬੇਵਕੂਫੀ ਦਾ। ਉਹ ਜ਼ੋਰ ਇਸ ਗੱਲ ਤੇ ਹੈ ਕਿ ਕਸਮ ਖਾ ਕੇ ਕਿਹਾ। ਤੇ ਫਿਰ ਮੈਂ ਕਿਹਾ ਯਾਰ ਕਸਮ ਖਾ ਕੇ ਤੇ ਹੋਰ ਵੀ ਗੱਲਾਂ ਕਹੀਆਂ ਨੇ ਲੋਕਾਂ ਨੇ, ਇਲਜ਼ਾਮ ਲਗਾਏ ਨੇ ਤੇ ਉਹ ਕਸਮਾਂ ਵੀ ਇਹਦੀਆਂ ਬੜੀਆਂ ਫੈਸ਼ਨੇਬਲ ਕਿਸਮ ਦੀਆਂ, ਖੁਦਾਏ ਯੂਰੋ ਕਹਾਰ
ਉਹ ਜਬਰੂ ਤੋਂ ਪਤਾ ਨਹੀਂ ਕੀ ਨਾਂ ਉਹਨਾਂ ਨੇ ਲਗਾ ਕੇ, ਜਿਹੜੇ ਨਾਰਮਲ ਤੌਰ ਤੇ ਇੱਕ ਆਦਮੀ ਨਹੀਂ ਲੈਂਦਾ, ਉਹਨੂੰ ਤਾਰੀਰ ਨੂੰ ਜ਼ਰਾ ਪੁਖਤਾ ਕਰਨ ਵਾਸਤੇ ਉਹਨਾਂ ਨੇ ਉਹ ਪਿੱਛੇ ਲਗਾਏ ਨੇ। ਤੇ ਮੈਂ ਕਿਹਾ ਫਿਰ ਇਹ ਹਲਫ ਤੇ ਉੱਥੇ ਵੀ ਫਿਰ ਆ ਜਾਏਗਾ। ਫਿਰ ਉਹ ਕਹਿਣ ਲੱਗੇ ਨਹੀਂ, ਅਸਲ ਜਦੋਂ ਅਹਿਮਦੀ ਕਹਿੰਦੇ ਨੇ ਨਾ ਤੇ ਉਹ ਨਹੀਂ ਝੂਠੀ ਕਸਮ ਖਾ ਸਕਦਾ। ਇਹ ਗੱਲ ਸੀ। ਠੀਕ ਹੈ। ਮੈਂ ਕਿਹਾ ਇਹ ਦਲੀਲ ਦੀ ਮੇਰੇ ਕੋਲ ਕੋਈ ਤੋੜ ਨਹੀਂ, ਇਹਦਾ ਕੋਈ ਜਵਾਬ ਨਹੀਂ ਹੈ। ਇਹ ਸਹੀ ਗੱਲ। ਇਹ ਉਹ ਜਿਹੜੇ ਸਬ ਸਾਈਡ ਸਾਹਿਬ ਨੇ ਨਾ, ਉਹ ਕਹਿੰਦੇ ਹਾਂਜੀ ਹਾਂ, ਉਹਨਾਂ ਇਹ ਦਲੀਲ ਮੈਨੂੰ ਸਮਝਾਈ। ਉਹ ਫਿਰ ਜਿਸ ਵਕਤ ਉਹਦੇ 'ਚ ਇੱਕ ਲਤੀਫ ਗੱਲ ਇਹ ਪਤਾ ਲੱਗੀ ਕਿ ਉਹ, ਮੈਂ ਕਿਹਾ ਯਾਰ ਇਹ ਜਿਹੜਾ ਬਿਆਨ ਇਹਨਾਂ ਸਾਰਾ ਪੜ੍ਹਿਆ, ਇਹ ਉਸ ਬੰਦੇ ਨੇ ਫਿਰ ਛਪਵਾਇਆ ਕਿਸੇ ਅਖਬਾਰ 'ਚ ਆਇਆ, ਕਿਸੇ ਰਸਾਲੇ 'ਚ ਆਇਆ, ਕਿੱਥੋਂ ਮਿਲਿਆ? ਉਹ ਜਦੋਂ ਬੜੀ ਪੜਤਾਲ ਕੀਤੀ ਤੇ ਪਤਾ ਲੱਗਾ ਵੀ ਮੌਲਵੀ ਦੋਸਤ ਮੁਹੰਮਦ ਸਾਹਿਬ ਦੀ ਕਿਤਾਬ ਵਿੱਚ। ਅੱਛਾ, ਮੌਲਵੀ ਦੋਸਤ ਮੁਹੰਮਦ ਸਾਹਿਬ ਦੀ ਕਿਤਾਬ ਵਿੱਚ ਕਿਸ ਤਰ੍ਹਾਂ ਆ ਗਿਆ ਬਈ ਇਹ? ਉਹ ਜਦੋਂ ਪੜ੍ਹਿਆ ਤੇ ਪਤਾ ਲੱਗਾ ਕਿ ਉਹ ਮੌਲਵੀ ਦੋਸਤ ਮੁਹੰਮਦ ਸਾਹਿਬ ਨੇ ਮੌਲਵੀ ਬਰਕਤੁੱਲਾ ਮਹਿਮੂਦ ਜਿਹੜੇ ਮੁਰੱਬੀ ਹੈ ਮੁਲਤਾਨ ਵਿੱਚ, ਉਹਨਾਂ ਨੂੰ ਕਿਹਾ ਕਿ ਜਾ ਕੇ ਤੁਸੀਂ ਲੋਧੀ ਸਾਹਿਬ ਨੂੰ ਮਿਲੋ ਤੇ ਉਹਨਾਂ ਕੋਲੋਂ ਇਹ ਬਿਆਨ ਲੈ ਕੇ ਆਓ। ਤੇ ਮੌਲਵੀ ਬਰਕਤੁੱਲਾ ਮਹਿਮੂਦ ਸਾਹਿਬ ਨੇ ਉਹ ਬਿਆਨ ਲੈ ਕੇ ਤੇ ਲਿਖਿਆ ਕਿ ਹਸਬੇ ਇਰਸ਼ਾਦ। ਇਹ ਵੀ ਹੁਣ ਉਹ ਨਾਲ ਆ ਜਾਂਦੀ ਹੈ ਗੱਲ, ਫਿਰ ਬੰਦੇ ਨੂੰ ਲਿਖਦਿਆਂ ਹੋਇਆ ਇਹਤਿਆਤ ਨਹੀਂ ਰਹਿੰਦੀ ਵੀ ਕਿਹੜੀ ਗੱਲ ਲਿਖਣੀ ਤੇ ਕਿਹੜੀ ਨਹੀਂ ਲਿਖਣੀ। ਹਾਂ, ਉਹ ਕਹਿੰਦੇ ਜੀ ਹਸਬੇ ਇਰਸ਼ਾਦ ਬਿਆਨ ਲੈ ਲਿਆ ਤੇ ਇਹ ਲਿਖਿਆ। ਉਸੇ ਬਿਆਨ ਦੇ ਥੱਲੇ ਲਿਖਿਆ ਕਿ ਇਹ ਬਿਆਨ ਜਿਹੜਾ ਹੈ ਉਹ ਸਾਨੂੰ ਮੌਲਵੀ ਬਰਕਤੁੱਲਾ ਮਹਿਮੂਦ ਸਾਹਿਬ ਨੇ ਭਿਜਵਾਇਆ ਹੈ। ਇਹ ਨਹੀਂ ਲਿਖਿਆ ਵੀ ਅਸੀਂ ਉਹਨਾਂ ਕੋਲੋਂ ਮੰਗਵਾਇਆ। ਤੇ ਉਹਨਾਂ ਨੇ ਇਹ ਇੱਕ ਕਾਪੀ ਖਲੀਫਾ ਸਾਲਿਸ ਨੂੰ ਦਿੱਤੀ ਹੈ ਤੇ ਇੱਕ ਕਾਪੀ ਮੈਨੂੰ ਦਿੱਤੀ। ਤੇ ਉਹ ਪਤਾ ਲੱਗਾ ਕਿ ਉਹ ਵੀ ਅਹਿਮਦੀ ਨੇ ਜਿਹੜੇ ਬਿਆਨ ਕਰਨ ਵਾਲੇ ਨੇ, ਵਕੀਲ ਹੈ। ਲੋਧੀ ਸਾਹਿਬ ਵੀ ਅਹਿਮਦੀ, ਬਰਕਤੁੱਲਾ ਮਹਿਮੂਦ ਲੱਭੀ ਸਾਹਿਬ ਵੀ ਅਹਿਮਦੀ, ਤੇ ਜਿਹੜੇ ਅੰਦਰ ਦੀ ਕਹਾਣੀ ਲਿਖਣ ਵਾਲੇ ਮੌਲਵੀ ਦੋਸਤ ਮੁਹੰਮਦ ਸ਼ਾਇਦ ਉਹ ਵੀ ਅਹਿਮਦੀ। ਤੇ ਆਪੇ ਗੱਲ ਕੇ ਸਪੀਕਰ ਨਹੀਂ ਆਏ ਹੈ। ਲੋਧੀ ਸਾਹਿਬ ਸਪੀਕਰ ਨਹੀਂ ਆਏ? ਨਹੀਂ, ਲੋਧੀ ਸਾਹਿਬ ਜਿਹੜੇ ਨੇ ਉਹ ਲਈਏ ਦੇ ਕਰੀਬ ਕੋਈ ਜਗ੍ਹਾ ਹੈ, ਕਰੋੜ ਪੱਕਾ ਕੋਈ ਇਸ ਤਰ੍ਹਾਂ ਕਰਦੇ ਉੱਥੇ ਦੇ ਬਿਆਨ। ਉਹ ਕਾਹਦਾ ਮਤਲਬ ਹੈ? ਉਹ ਅਸੈਂਬਲੀ ਦੇ ਬਾਰੇ ਬਿਆਨ ਸੀ ਨਾ? ਉਹ ਬਿਆਨ ਇਹ ਆ ਵੀ ਸਾਹਿਬਜ਼ਾਦਾ ਯਾਕੂਬ, ਸਾਹਿਬਜ਼ਾਦਾ ਫਾਰੂਕ ਜਿਹੜੇ ਨੇ, ਉਹ ਨਵੰਬਰ 1974 ਦੀ ਗੱਲ ਹੈ। ਉਹ ਉਹਨਾਂ ਨੂੰ ਸੀਆਫ ਕਰਕੇ ਬਾਹਰ ਵਿੱਚ ਆਏ। ਉੱਥੇ ਜ਼ਿਕਰ ਹੋਇਆ ਕਿ ਬਈ ਅਸੈਂਬਲੀ 'ਚ ਕੀ ਹੋਇਆ ਆ, ਤੇ ਤੁਸੀਂ ਹੁਣ ਇਹਨਾਂ ਨੂੰ ਅਹਿਮਦੀਆਂ ਨੂੰ ਛੱਡ ਦਿੱਤੇ ਹੈ ਤੇ ਇਹਨਾਂ 'ਤੇ ਪਾਬੰਦੀ ਨਹੀਂ ਲਾਉਂਦੇ ਵਗੈਰਾ ਵਗੈਰਾ। ਉਹਨੇ ਕਿਹਾ ਵੀ ਅਸੀਂ ਗੈਰ ਮੁਸਲਮ ਕਰਾਰ ਦੇ ਦਿੱਤਾ, ਹੁਣ ਈਸਾਈ ਵੀ ਤਾਂ ਮੌਜੂਦ ਨੇ, ਉਹ ਵੀ ਤਬਲੀਗ ਕਰਦੇ ਨੇ, ਇਹ ਵੀ ਕਰਦੇ ਰਹਿਣ, ਹੁਣ ਅਸਾਂ ਕੀ ਲੈਣਾ ਉਹਦੇ 'ਚੋਂ। ਤੇ ਨਾਲੇ ਮੌਲਵੀਆਂ ਦੀ ਜਿਹੜੀ ਹੈ ਉਹ ਜੋ ਕੁਛ ਕੀਤਾ ਹੈ, ਮਿਰਜ਼ਾ ਨਾਸਰ ਅਹਿਮਦ ਨੇ ਮੂੰਹ ਬੰਦ ਕਰ ਦਿੱਤਾ ਉਹਨਾਂ ਦਾ, ਉਹਨਾਂ ਨੂੰ ਜਵਾਬ ਨਹੀਂ ਬਣਿਆ। ਜਿਹੜਾ ਅਹਿਮਦੀ ਮੌਕਫ ਹੈ ਉਹ ਸਾਰਾ ਉਹਦੇ 'ਚ ਬਿਆਨ ਕੀਤਾ, ਜਿਹੜਾ ਕਿ ਬਾਅਦ ਗੱਲਾਂ ਕਾਰਵਾਈ ਦੇ, ਡੈਕੋਰਮ ਦੇ, ਉਹਨਾਂ ਦੇ ਪ੍ਰੋਟੋਕੋਲ ਦੇ ਖਿਲਾਫ ਨੇ, ਕਿਉਂਕਿ ਡਾਇਰੈਕਟ ਤਾਂ ਕਿਸੇ ਨੇ ਸਵਾਲ ਕੀਤਾ ਹੀ ਨਹੀਂ ਉਹਨਾਂ 'ਤੇ। ਹਾਂਜੀ। ਔਰ ਅਗਰ ਡਾਇਰੈਕਟ ਸਵਾਲ ਕਰਨ ਦੀ ਇਜਾਜ਼ਤ ਦੇ ਦਿੰਦੇ ਤੇ ਉਹ ਤਾਂ ਮਛਲੀ ਮੰਡੀ ਬਣ ਜਾਂਦੀ। ਇਸ ਕਰਕੇ ਉਹਨਾਂ ਨੇ ਉਹਨੂੰ ਕੰਟਰੋਲ ਕਰਨ ਵਾਸਤੇ ਰੱਖਿਆ ਵੀ ਸਵਾਲ ਸਾਰੇ ਚੈਨਲਾਈਜ਼ ਹੋਣ ਤੇ ਉਹ ਅਟਾਰਨੀ ਜਨਰਲ ਦੇ ਥਰੂ ਆਵਣ। ਇਸ ਕਰਕੇ ਇਹ ਕਹਿਣਾ ਜੀ ਮੌਲਵੀਆਂ ਦੇ ਸਵਾਲਾਂ ਦੇ ਜਵਾਬ ਨਹੀਂ, ਮੌਲਵੀ ਉਹ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ। ਉਹ ਤੇ ਬਣਦਾ ਨਹੀਂ ਗੱਲ। ਨਹੀਂ, ਮੈਨੂੰ ਨਾ ਉਹ ਸਾਹਿਬਜ਼ਾਦਾ ਫਰੂਕ ਦਾ ਹੀ ਪਿਆ ਮੁਸ਼ੱਬੇ ਪਿਆ। ਲੋਧੀ ਸਾਹਿਬ ਬਣਾ ਲਏ ਨੇ। ਜਿਹੜੇ ਸਾਹਿਬਜ਼ਾਦਾ ਸਾਹਿਬ ਨੇ ਉਹਨਾਂ ਨੇ ਬਿਆਨ ਦਿੱਤਾ ਲੋਧੀ ਸਾਹਿਬ ਨੂੰ। ਸਾਹਿਬਜ਼ਾਦਾ ਸਾਹਿਬ ਨੇ ਬਾਰ ਦੇ ਵਿੱਚ ਤਕਰੀਰ ਕੀਤੀ, ਲੋਕਾਂ ਦੇ ਸਵਾਲ ਜਵਾਬ ਹੋਏ ਬਾਰ ਰੂਮ ਵਿੱਚ, ਹੋਰ ਵਕੀਲ ਵੀ ਮੌਜੂਦ ਹੈ। ਉਹਨਾਂ ਵਿੱਚੋਂ ਇਹ ਜਿਹੜੇ ਲੋਧੀ ਸਾਹਿਬ ਨੇ ਅਹਿਮਦੀ ਵਕੀਲ, ਇਹ ਵੀ ਮੌਜੂਦ ਹੈ। ਠੀਕ। ਇਹਨਾਂ ਨੇ ਕਿਤੇ ਜ਼ਿਕਰ ਕੀਤਾ ਹੋਣਾ ਤੇ ਉਹ ਉਹਨਾਂ ਦੇ ਇਲਮ ਵਿੱਚ ਹੋਣਾ ਹੈ, ਮੌਲਵੀ ਦੋਸਤ ਮੁਹੰਮਦ ਸ਼ਾਹਿਦ ਦੇ। ਉਹ ਮੁਰਖੇ ਅਹਿਮਦੀਅਤ ਹੈ। ਉਹਨਾਂ ਨੇ ਮੌਲਵੀ ਬਰਕਤੁੱਲਾ ਮਹਿਮੂਦ ਨੂੰ, ਜਿਹੜੇ ਉਸ ਇਲਾਕੇ ਦੇ ਮੁਰੱਬੀ ਹੈ ਉਸ ਜ਼ਮਾਨੇ 'ਚ, ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਤੇ ਉਹਨਾਂ ਕੋਲੋਂ ਇਹ ਬਿਆਨ ਲੈ ਕੇ ਸਾਨੂੰ ਭੇਜੋ। ਉਹਨਾਂ ਨੇ ਫਿਰ ਕਾਰੀਗਰੀ ਕਰਕੇ ਤੇ ਉਹਦੇ ਸ਼ੁਰੂ 'ਚ ਹਲਫਨਾਮਾ ਵੀ ਲਾ ਦਿੱਤਾ ਤੇ ਬਾਕੀ ਗੱਲ ਉਹਨਾਂ ਦੇ ਥਰੂ ਬਿਆਨ ਲਿਖਵਾ ਦਿੱਤਾ। ਨਹੀਂ, ਅਲਫ ਬਰਕਤ ਦਾ ਕਿ ਲੋਧੀ ਦਾ? ਲੋਧੀ ਦਾ। ਠੀਕ ਹੋ ਗਿਆ, ਲੋਧੀ ਦਾ।
ਇਹ ਹੈ ਸਿਲੰਡਰ। ਦੇਖੋ ਨਾ ਕਿੰਨਵੇਂ ਹੱਥ ਹੋ ਕੇ ਆਈ ਇਹ ਗੱਲ ਤੇ ਕਿਧਰੋਂ ਦੀ ਫਿਰ ਕੇ ਆਈ ਹੈ। ਉਸ ਵੇਲੇ ਨੇ ਮੈਨੂੰ ਸੁਣਾਈ ਹੈ ਤੇ ਮੈਨੂੰ ਕੁਝ ਸਮਝ ਨਹੀਂ ਆਈ। ਰਾਜਾ ਨਹੀਂ, ਸਾਹਿਬ ਮੈਂ ਉਹਨੂੰ ਜਦ ਚੰਗਾ ਫਰੋਲਿਆ ਤੇ ਫਿਰ ਇਹ ਗੱਲਾਂ ਵਿੱਚੋਂ ਨਿਕਲੀਆਂ ਨਾ। ਹਾਂ, ਇਹ ਏਡਾ ਸੌਖਾ ਨਹੀਂ ਹੈ ਕੰਮ। ਉਹ ਤੇ ਉਹਨਾਂ ਨੇ ਸੁਣਾ ਕੇ ਕਿਹਾ ਬਈ ਇਹ ਤੁਸੀਂ ਹੁਣ ਕਸਮ ਖਾਓ। ਆਹੋ, ਮੀਰ ਸਾਹਿਬ ਦੀ ਗੱਲ ਤੋਂ ਤੇ ਗੱਲ ਸਮਝ ਨਹੀਂ ਸੀ ਨਾ ਆ ਸਕਦੀ ਜਿਹੜੀ ਤੁਸੀਂ ਸਮਝਾਈ ਹੈ। ਹਾਂ, ਇਹ ਤੇ ਕਿਸੇ ਨੇ ਪੁੱਛਣੀ ਹੈ ਜਾਂ ਪੜ੍ਹਨੀ ਹੈ ਜਾਂ ਖੋਲਣੀ ਹੈ ਵੀ ਇਹ ਬਿਆਨ ਕਿਹਦਾ ਹੈ, ਜਾ ਕਿਹਨੇ ਕਿਹਦੇ ਕੋਲੋਂ ਲਿਆ ਹੈ, ਜਾ ਤੇ ਹਲਫ ਕਿਹਦਾ ਹੈ, ਤੇ ਦੇਣ ਵਾਲਾ ਕੌਣ ਹੈ, ਤੇ ਲਿਖਣ ਵਾਲਾ ਕੌਣ ਹੈ, ਤੇ ਪਹੁੰਚਾਉਣ ਵਾਲਾ ਕੌਣ ਹੈ, ਜਾ ਤੇ ਬੋਲਣ ਵਾਲਾ ਕੌਣ ਹੈ। ਜਾ ਮਤਲਬ ਉਹਨੂੰ ਆਪਣੀ ਕਿਤਾਬ ਤੋਂ ਸਨਦ ਦੇ ਤੌਰ ਤੇ ਦੂਜੇ ਸਾਹਮਣੇ ਪੇਸ਼ ਕਰਨ ਵਾਸਤੇ ਉਹ ਤੇ ਨਹੀਂ ਹੋ ਸਕਦਾ ਨਾ। ਕੋਈ ਅਨਬਾਇਸ ਕਿਸਮ ਦੀ ਚੀਜ਼ ਪੇਸ਼ ਕਰੋ ਤਾਂ ਫਿਰ ਠੀਕ ਹੈ, ਜੀ ਬਿਲਕੁਲ। ਨੇਚਰਲ ਹੋਵੇ। ਤੇ ਮੀਰ ਸਾਹਿਬ ਵੈਸੇ ਫਰਮਾਉਂਦੇ ਨੇ ਕਿ ਮੇਰੀ ਜਿਹੜੀ ਨਾ ਖਾਕਸਾਰ ਦੀ ਸਾਰੀ ਜ਼ਿੰਦਗੀ ਇਸੇ ਦਸ਼ਤ ਦੀ ਸਿਆਹੀ 'ਚ ਗੁਜ਼ਰ ਗਈ ਹੈ। ਆਹ ਤੇ ਜਿਹੜੀ ਦਲੀਲ ਹੈ ਉਹ ਮੈਂ ਆਪਣੇ ਘਰੋਂ ਪਿਆ ਦੇਣਾ ਮੁਖਾਲਫ ਨੂੰ ਵੀ ਇਹ ਤੂੰ ਮੰਨ ਲੈ ਮੇਰੇ ਘਰ ਦੀ। ਮੇਰੇ ਘਰ ਦੀ ਇਹ ਕਹਾਣੀ ਲਿਖੀ, ਤੂੰ ਇਹਨੂੰ ਮੰਨ ਲੈ। ਬੁਨਿਆਦ ਉਹਦੀ ਹਲਫ, ਔਰ ਉਹਨੂੰ ਇੱਕ ਕਿਸਮ ਦਾ ਮੁਬਾਲਾ ਬਣਾਤਾ ਵੀ ਤੁਸੀਂ ਵੀ ਕਸਮ ਚਾਹੋ। ਜਾ ਕਿਉਂ ਕਸਮ ਚਾਹੋ? ਇਸ ਗੱਲ ਦੀ ਕਸਮ ਚਾਹੋ ਜਿੱਥੇ ਅਸੀਂ ਮੌਜੂਦ ਨਹੀਂ ਹੈ, ਉਹਦੀ ਕਸਮ ਚਾਹੀਏ। ਹਾਂ, ਹੁਸੈਨੀ ਸਾਹਿਬ ਮੌਜੂਦ ਹੋ? ਜੀ ਜੀ, ਬਿਸਮਿल्लाह। ਮੇਰਾ ਸ਼ੁਕਰ ਹੋ ਇੱਥੇ ਤਾਂ ਮੌਜੂਦ ਹੋ। ਮੈਂ ਕਿਹਾ ਅਸਲਾਮ ਵਾਲੇਕੁਮ। ਵਾਲੇਕੁਮ अस्सलाम। ਤੇ ਇੱਥੋਂ ਵਾਲੇ ਤੇ 47 ਉੱਥੇ ਸੁਣਨ ਵਾਲੇ 48 ਸਮਝਣ ਵਾਲੇ ਤੇ 45 ਫਾਰੀ ਵਾਲੇ। ਮੈਂ ਕਹਿੰਦਾ ਤੁਸੀਂ ਜੇ ਲਿਆ ਕੇ ਸਮਝਣ ਵਾਲੇ ਕਰਾਰ ਦਿੰਦੇ ਹੋ ਨਾ ਤੇ ਬੜਾ ਕਰਾਰ ਆਉਂਦਾ ਵੀ ਪਤਾ ਨਹੀਂ ਅਸੀਂ ਵੀ ਉਹਦੇ 'ਚ ਗਿਣੇ ਜਾਵਾਂਗੇ ਸ਼ਾਇਦ। ਕਿਹੜੇ ਜਾਂਦੇ ਅੱਛਾ ਰਾਤੀ ਉਹ ਤੇ ਗੱਲ ਰਹਿ ਗਈ ਉੱਥੇ। ਉਹ ਮਤਲਬ ਉਹਨੂੰ ਤਾਂ ਫਿਰ ਜ਼ਨ ਤੇ ਲੈਣਾ ਚਾਹੀਦਾ ਨਾ ਜਿਹੜਾ ਉਹਨਾਂ ਨੇ। ਉਹ ਸਹੀ ਵੀ ਹੋ ਸਕਦੀ, ਗਲਤ ਵੀ ਹੋ ਸਕਦੀ। ਕਿਹੜੀ ਗੱਲ? ਜਿਹੜਾ ਹਲਫਨਾਮਾ ਮੀਰ ਸਾਹਿਬ ਨੇ ਤੁਹਾਨੂੰ ਪੜ੍ਹ ਕੇ ਸੁਣਾਇਆ ਜੀ 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 ਜੀ, ਇਹ ਜ਼ਨ ਤੇ ਹੋ ਗਈ ਨਾ। ਸਹੀ ਵੀ ਹੋ ਸਕਦੀ, ਗਲਤ ਵੀ ਹੋ ਸਕਦੀ। ਯਾਨੀ ਸਾਹਿਬਜ਼ਾਦਾ ਫਰੂਕ ਅਲੀ ਸਾਹਿਬ ਦੇ ਨੇ ਜੋ ਬਿਆਨ ਕੀਤਾ ਉਹਨਾਂ ਦੇ ਅੱਗੇ ਉਹ ਲੋਧੀ ਸਾਹਿਬ ਹੋ ਗਏ ਜਾਂ ਬਾਹਰ ਹੋ ਗਏ। ਮਤਲਬ ਠੀਕ ਵੀ ਹੋ ਸਕਦਾ, ਗਲਤ ਵੀ ਹੋ ਸਕਦਾ। ਜਾ ਮਤਲਬ ਇਹਨੂੰ ਤੁਸੀਂ 100% ਗਲਤ ਨਹੀਂ ਕਹਿ ਸਕਦੇ। ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਸਾਰੇ ਕਰੈਕਟਰ ਹੀ ਫੌਤ ਹੋ ਗਏ ਨੇ। ਕਿੱਥੋਂ ਵੈਰੀਫਾਈ ਕਰੀਏ? ਇਹ ਪਤਾ ਹੀ ਹੈ ਅੱਜ ਅਸੀਂ ਬੋਲਦੇ ਪਿਆ ਕੱਲ ਹੈਗੀ ਆ ਨਹੀਂ ਹੈਗੀ ਤੇ ਅੱਲਾ ਨੂੰ ਜੀ ਮਤਲਬ ਇਹ ਤੇ ਅੱਲਾ ਨੂੰ ਪਤਾ ਨਾ। ਅੱਜ ਅਸੀਂ ਹੈਗੇ ਆ ਕੱਲ ਹੈਗੇ ਆ ਨਹੀਂ ਹੈਗੇ ਅਗਲੀ ਘੜੀ ਦਾ ਕੋਈ ਪਤਾ। ਜਾ ਅੱਛਾ ਰਾਤੀ ਇੱਕ ਅਨਸਰ ਰਜ਼ਾ ਸਾਹਿਬ ਨਾਲ ਜੀ ਜੀ ਉਹਨਾਂ ਦਾ ਮੁਬਾਸਾ ਲੱਗਾ ਹੋਇਆ ਸੀ ਰਾਜਾ ਜਵੇਦ ਸਾਹਿਬ ਦਾ। ਜੀ ਹੁਣ ਜਿਹੜਾ ਆਮ ਅਦਾਲਤ ਦਾ ਇੱਕ ਬੰਦਾ ਹੁੰਦਾ ਹੈ ਜਾਂ ਸਟੈਨੋਗ੍ਰਾਫਰ ਹੈ, ਉਹਦੀ ਇੰਨੀ ਅੱਛੀ ਇੰਗਲਿਸ਼ ਹੁੰਦੀ ਹੈ, ਜਾਂ ਵਜ਼ੀਰ ਕਾਨੂੰਨ ਔਰ ਅਟਾਰਨੀ ਜਨਰਲ ਇਹ ਬੜੀਆਂ ਖਾਸ ਪੋਸਟਾਂ ਨੇ ਜਿਹਦੇ 'ਚ ਉਹਨਾਂ ਲੋਕਾਂ ਨੂੰ ਦੀ ਇੰਗਲਿਸ਼ ਵੀ ਬੜੀ ਕੁਆਲੀਫਾਈ ਹੋਣੀ ਚਾਹੀਦੀ ਹੈ ਔਰ ਉਹ ਜਿਹੜੇ ਸਪੈਲਿੰਗ ਵਗੈਰਾ ਉਹਨਾਂ 'ਚ ਗਲਤੀ ਨਹੀਂ ਆਣੀ ਚਾਹੀਦੀ। ਉਹਦੇ ਤੇ ਪੂਰਾ ਪੈਰਾਗ੍ਰਾਫ ਹੀ ਗਲਤ ਤੇ ਸਪੈਲਿੰਗਾਂ ਦੇ ਸਾਰਾ ਉਹ ਚੱਕਰ ਹੈਗਾ। और रिक्वेस्ट तो शुड भी जी नहीं समझ आ रही कि अहमदिया ने रिक्वेस्ट की थी कि ये शुड भी कॉल्ड जड़ा वो होना चाहिए कि उन्होंने आना चाहिए असैम्बली च। किन्नू आना चाहिए किहदी गल करदे हो? अहमदिया वफद दी। हां जी, अहमदिया वफद जड़ा असैम्बली च पेश होया सी 1974 च। आहो, ਉਹਦੇ 'ਚ ਕਲੈਰਿਟੀ ਆਈ ਨਹੀਂ ਰਹੀ ਕਿ ਉਹ ਜਮਾਤ ਅਹਿਮਦੀਆ ਨੇ ਰਿਕੁਐਸਟ ਕੀਤੀ ਸੀ ਕਿ ਇਹ ਸ਼ੁੱਡ ਬੀ ਕਾਲਡ ਹੋਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਨਾਲ ਡਾਈਵਰਸ ਸਵਾਲ ਕਰ ਸਕੀਏ, ਵਿੱਚੋਂ ਸਪਲੀਮੈਂਟਰੀ ਸਵਾਲ ਉੱਠਣਗੇ ਉਹ ਵੀ ਜਿਹੜੇ ਕਰਨੇ ਪੈਣੇ ਹੈ ਤੇ ਇਹ ਲਿਖ ਕੇ ਭੇਜਣ ਤੇ ਉੱਥੋਂ ਜਵਾਬ ਆਏ ਤੇ ਉਹਦੇ ਤੇ ਉਹਨਾਂ ਕਿਹਾ ਅੱਧੀ ਜਵਾਨੀ ਲੱਗ ਜਾਏਗੀ। ਆਪਣੇ ਅਟਾਰਨੀ ਜਨਰਲ ਸਾਹਿਬ ਨੇ ਇਹਨਾਂ ਦੀ ਕਰਸਪੋਂਡੈਂਸ ਹੋਈ ਉਹਨਾਂ ਦੀ। ਹਾਂ, ਤੇ ਅੱਧਾ ਉਹਦਾ ਪੈਰਾਗ੍ਰਾਫ ਜਿਹੜਾ ਉਹੀ ਉਹਨਾਂ ਦਾ ਜਿਹੜਾ ਉਹ ਸਪੈਲਿੰਗਾਂ ਦਾ ਹੀ ਚੱਕਰ ਹੈ। ਮਤਲਬ ਇੰਨੀ ਜਿਹੜੀ ਹੈ ਅਹਿਮ ਕਾਰਵਾਈ ਹੈ ਤੇ ਇਹਨਾਂ ਨੂੰ ਕੋਈ ਸਟੈਨੋਗ੍ਰਾਫਰ ਹੀ ਨਹੀਂ ਸਹੀ ਲੱਭਾ ਜਿਹੜਾ ਉਹਨੂੰ ਸਹੀ ਜਿਹੜਾ ਉਹ ਅੱਗੇ ਉਹਦਾ ਨਾਂ ਹੈ ਟਾਈਪ ਕਰ ਸਕੇ ਜਾਂ ਅੱਗੋਂ ਫਿਰ ਉਹ ਛਾਪਣ ਵਾਲੇ ਨੇ ਵੀ ਇੰਨੇ ਬਾਅਦ ਛਾਪੀ ਗਏ।
ਚੀਜ਼ ਇਹ ਹੈ ਕਿ ਗੌਰਮੈਂਟ ਦਾ ਦਫ਼ਤਰਾਂ 'ਚ ਤਾਂ ਇੰਝ ਹੀ ਹੁੰਦਾ ਹੈ, ਚੀਜ਼ਾਂ ਉਹ ਕੋਈ ਬਹੁਤ ਜ਼ਿਆਦਾ ਨਫਾਸਤ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਦਾ ਸਟੈਂਡਰਡ ਆ ਉਹ ਤਾਂ ਉੱਥੇ ਨਹੀਂ ਹੁੰਦਾ, ਸਰਕਾਰੀ ਕੰਮ ਹੁੰਦੇ ਨੇ। ਲੇਕਿਨ ਇਹ ਹੈ ਕਿ ਉਹਦੀ ਸਿਹਤ ਦੇ ਉੱਤੇ ਕੋਈ ਇਤਰਾਜ਼ ਜਮਾਤ ਨੇ ਤਾਂ ਨਹੀਂ ਉਠਾਇਆ ਅੱਜ ਤੱਕ ਕਿ ਉਹ ਇਤਰਾਜ਼ ਉੱਠੇ ਜੀ ਇੱਕ ਚੀਜ਼ ਜਿਹੜੀ ਹੈ ਤੁਹਾਡੇ ਪਾਰਟ ਆਫ ਲਾ ਬਣਨੇ ਜਾ ਰਹੀ ਹੈ ਜਾਂ ਹੈ ਨਾ, ਮਤਲਬ ਤੁਹਾਡੇ ਕਨਸਟੀਟਿਊਸ਼ਨ ਦਾ ਇੱਕ ਹਿੱਸਾ ਬਣ ਰਹੀ ਹੈ। ਉਹ ਤਾਂ ਬਣ ਚੁੱਕੀ ਕਦੇ ਦੀ, ਹੁਣ ਤੇ ਉਹਦੇ ਵਿੱਚ ਹੋਣ ਵਾਲੀ ਕਰਸਪਾਂਡੈਂਸ ਦੀ ਤਫਸੀਲ ਹੈ ਜਿਹੜੀ ਛਾਇਆ ਹੋਈ ਹੈ, ਇਹ ਉੱਥੇ ਬਹਿਸਾਂ ਬਾਅਦ ਔਰ ਉਹਦੇ ਲੋਕਾਂ ਦੀ ਦਿਲਚਸਪੀ ਵਾਸਤੇ ਉਹਨਾਂ ਨੇ ਰਿਲੀਜ਼ ਕਰ ਦਿੱਤਾ। ਹਾਂ, ਉਹਦੇ ਚ ਰਿਕਵੈਸਟ ਔਰ ਸ਼ੁੱਡ ਬੀ ਦੀ ਨਹੀਂ ਸਮਝ ਆ ਰਹੀ ਕਿ ਉਹ ਸ਼ੁੱਡ ਬੀ ਇਨਵਾਈਟ ਔਰ ਰਿਕਵੈਸਟ ਬਾਈ ਜਮਾਤ ਅਹਿਮਦੀਆ, ਇਹਦੀ ਨਹੀਂ ਸਮਝ ਆ ਰਹੀ। ਇਹ ਫਿਰ ਹੁਣ ਉਹ ਬੰਦੇ ਫੌਤ ਹੋ ਗਏ ਨੇ ਸਾਰੇ। ਨਹੀਂ, ਤਹਿਰੀਰ ਤੇ ਬੋਲ ਰਹੀ ਹੈ ਨਾ, ਬੰਦੇ ਤੇ ਫੌਤ ਹੋ ਜਾਂਦੇ ਨੇ, ਬੰਦੇ ਤੇ ਤੁਸੀਂ ਵੀ ਫੌਤ ਹੋਣਾ, ਮੈਂ ਵੀ। ਮੇਰਾ ਮਕਸਦ ਹੈ ਕਿ ਅਗਰ ਤਾਰੀਰ ਕਲੀਅਰ ਹੋਵੇ ਤੇ ਬੋਲੇਗੀ, ਤਾਰੀਰ ਕਲੀਅਰ ਨਾ ਹੋਵੇ ਤਾਂ ਬੰਦਿਆਂ ਕੋਲ ਵੈਰੀਫਾਈ ਕਰਾਈਦਾ ਨਾ ਵੀ ਤੁਸੀਂ ਦੱਸੋ ਕੀ ਗੱਲ ਹੋਈ। ਮਤਲਬ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਕਿ ਮਿਰਜ਼ਾ ਨਾਸਰ ਅਹਿਮਦ ਰਿਕੁਐਸਟ ਕੀਤੀ ਕਿ ਸਾਨੂੰ ਬੁਲਾਓ, ਜਾਂ ਜਮਾਤ ਅਹਿਮਦ ਨੇ ਰਿਕੁਐਸਟ ਕੀਤੀ ਸਾਨੂੰ ਬੁਲਾਓ, ਨਹੀਂ ਤੇ ਇਹਦੇ ਵਾਸਤੇ ਦਰਖਾਸਤ ਦੇ ਕੇ ਗਵਰਨਮੈਂਟ ਤੋਂ ਪਤਾ ਕੀਤਾ ਜਾ ਸਕਦਾ ਕਿ ਉਹਨਾਂ ਵਾਕਈ ਦਰਖਾਸਤ ਕੀਤੀ ਕਿ ਨਹੀਂ ਕੀਤੀ, ਜਾਂ ਗਵਰਨਮੈਂਟ ਨੇ ਕੋਈ ਆਰਡਰ ਕੀਤਾ ਆ ਤੇ ਫਿਰ ਕੀ ਹੋ ਗਿਆ। ਜੇ ਗਵਰਨਮੈਂਟ ਨੇ ਬੁਲਾ ਲਿਆ ਤਾਂ ਕੀ ਹੋ ਗਿਆ, ਤੇ ਜੇ ਇਹਨਾਂ ਰਿਕੁਐਸਟ ਕੀਤੀ ਸਾਨੂੰ ਸ਼ਾਮਲ ਕਰੋ ਤੇ ਫਿਰ ਕੀ ਹੋ ਗਿਆ। ਦੋ ਸੂਰਤਾਂ 'ਚ ਕੀ ਫਰਕ ਕੀ ਪਏਗਾ, यही तो बात समझ नहीं आती। फिर ऐसा बार बार ये अमन नज़ीर साहब भी कहने जमात तो रिक्वेस्ट करके गई है। मैं अर्ज कर रहा कि अगर जमात रिक्वेस्ट करके जाए कि तुसी साडे मुतलक जिहड़ी बहस कर रहे हो ਉਹਦੇ ਸਾਨੂੰ ਵੀ ਸ਼ਾਮਲ ਕਰੋ, ਅਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹਾਂ, ਤੇ ਕੀ ਬੁਰਾਈ ਹੈ ਇਸ ਗੱਲ 'ਚ। ਔਰ ਅਗਰ ਗਵਰਨਮੈਂਟ ਕਹੇ ਕਿ ਅਸੀਂ ਤੁਹਾਡੇ ਮੁਤਲਕ ਬਹਿਸ ਕਰਨਾ ਚਾਹੁੰਦੇ ਹਾਂ, ਤੁਸੀਂ ਆ ਜਾਓ, ਸ਼ਾਮਲ ਹੋਵੋ, ਤੁਸੀਂ ਜਵਾਬ ਦਿਓ, ਤੇ ਫਿਰ ਇਹਦੀ ਕੀ ਬੁਰਾਈ ਹੈ। ਇਹਦੇ 'ਚ ਕਿਹਦੇ ਤੇ ਇਹਦਾ ਬਾਹਰ ਆਏਗਾ ਕਿ ਬਹੁਤ ਬੁਰੀ ਗੱਲ, ਇਹ ਨਹੀਂ ਕਰਨੀ ਚਾਹੀਦੀ ਹੈ। ਬੁਰਾਈ ਤੇ ਹੈ ਨਾ, ਜੇ ਪਾਬੰਦ ਕਰਕੇ ਕਿਸੇ ਬੰਦੇ ਨੂੰ ਬਾਈ ਫੋਰਸ ਬੁਲਾਇਆ ਗਿਆ ਹੋਵੇ, ਹੱਥਕੜੀ ਲਾ ਕੇ ਵਾਰੰਟ ਇਸ਼ੂ ਕੱਢ ਕੇ, ਉਹ ਕੀ ਕਹਿੰਦੇ ਨੇ, ਵਾਰੰਟ ਗ੍ਰਿਫਤਾਰੀ ਇਸ਼ੂ ਕਰ ਕੇ, ਇਹ ਸਭ ਤੁਹਾਡੇ ਖਾਬ ਹੀ ਰਹਿਣੇ ਨਾ ਮੈਂ, ਤੇ ਅਗਲਾ ਬੰਦਾ ਆਂਦਾ ਵੀ ਮੈਂ ਤੇ ਜਾਣਾ ਨਹੀਂ ਚਾਹੁੰਦਾ ਆ, ਮੈਂ ਤਾਂ ਸਮਝਦਾ ਹੀ ਨਹੀਂ ਕਿ ਇਹ ਇੱਕ ਲੀਗਲ ਪ੍ਰੋਸੈਸ ਹੋ ਸਕਦਾ ਹੈ ਜਾਂ ਇਹਦੀ ਕੋਈ ਕ੍ਰੈਡੀਬਿਲਿਟੀ ਹੋ ਸਕਦੀ, ਕਹਿ ਸਕਦਾ ਨਾ ਬੰਦਾ। ਜੇ ਗੱਲ ਹੋਈ ਹੁੰਦੀ ਤੇ ਇਹਦੇ ਤੇ ਜ਼ਿਕਰ ਆਉਂਦਾ ਨਾ। ਮੈਂ ਤਾਂ ਨਾਸਰ ਅਹਿਮਦ ਸਾਹਿਬ ਕਦੇ ਕਹਿੰਦੇ ਮੈਂ ਤਾਂ ਨਹੀਂ ਆ ਜਾਣਾ ਚਾਹੁੰਦਾ, ਉਹਨਾਂ ਜ਼ਬਰਦਸਤੀ ਮੈਨੂੰ ਬੁਲਾਇਆ, ਇਹ ਗੱਲ ਕਹੀ ਕਦੇ ਉਹਨਾਂ ਨੇ? ਬਾਰਾਂ ਨੇ ਸੁਣਿਆ ਹੋਇਆ ਕਿ ਉਹਨਾਂ ਨੇ ਫਰਮਾਇਆ ਸੀ ਕਿ ਮੈਂ ਆਪਣਾ ਵਫਦ ਭੇਜ ਦਾਂਗਾ, ਉਹਨਾਂ ਕਿਹਾ ਨਹੀਂ ਜੀ ਤੁਸੀਂ ਬਨਫਸੇ ਨਫੀਸ ਆਓ। ਤੇ ਠੀਕ ਹੈ, ਫਿਰ ਕੀ ਹੋ ਗਿਆ? ਹੋਇਆ ਤਾਂ ਕੁਝ ਵੀ ਨਹੀਂ, ਮਤਲਬ ਜੇ ਕਾਗਜ਼ ਛਪ ਵੀ ਗਏ ਨੇ ਸਾਡੇ ਖਿਲਾਫ। ਮੇਰਾ ਮਕਸਦ ਇਹ ਹੈ ਕਿ ਅਗਰ ਉਹਨਾਂ ਨੂੰ ਗੌਰਮੈਂਟ ਨੇ ਕਿਹਾ ਵੀ ਤੁਸੀਂ ਖੁਦ ਆਵੋ, ਅਪੀਅਰ ਹੋ ਜਾਓ, ਤੇ ਗੌਰਮੈਂਟਾਂ ਅਪੀਅਰ ਕਰਾਉਂਦੀਆਂ ਨੇ, ਬੰਦਿਆਂ ਨੂੰ ਬੁਲਾਉਂਦੀਆਂ ਨੇ ਜਿਸ ਵਕਤ ਕੋਈ ਗੱਲ, ਇਹ ਗੌਰਮੈਂਟ ਦੇ ਪਾਰਟ ਤੇ ਵੀ ਅੱਛੀ ਗੱਲ ਹੈ। ਕੋਈ ਉਹਨਾਂ ਨੂੰ ਬਹੁਤ ਅੱਲਾ ਜ਼ਬਰਦਸਤ ਗੱਲ ਤੁਸੀਂ ਕਰ ਰਹੇ ਹੋ। ਹਾਂ, ਦੇਖੋ ਇੱਕ ਹੋਰ ਚੀਜ਼ ਜਿਹਦੇ ਤੇ ਜਮਾਤ ਤੇ ਬਹੁਤ ਸਾਰੇ ਲੋਕ ਇਤਰਾਜ਼ ਕਰਦੇ ਨੇ ਜੀ, ਕਿ ਮਿਰਜ਼ਾ ਤਾਹਿਰ ਸਾਹਿਬ ਨੇ ਕਿਹਾ ਸੀ ਕਿ ਇਹ ਰਿਪੋਰਟ ਛਪ ਜਾਂਦੀ ਤੇ ਸਾਰਾ ਮੁਲਕ ਮੁਸਲਮਾਨ ਹੋ ਜਾਂਦਾ, ਤੇ ਜਿਹੜੇ ਸਾਡੇ ਗੈਰ ਜਮਾਤ ਦੋਸਤ ਨੇ ਉਹ ਕਹਿੰਦੇ ਨੇ ਕਿ ਉਦੋਂ ਹੀ ਛਪ ਜਾਂਦੀ ਤੇ ਇਹ ਜਮਾਤ ਜਿਹੜੀ ਇਹ ਮਿਟ ਮਿਟਾ ਜਾਣੀ ਸੀ। ਤੇ ਭਾਈ ਛਾਪ ਦਿੰਦੇ ਉਦੋਂ ਹੀ, ਤਾਂ ਕਿ ਜੇ ਤੁਹਾਡੇ ਨਜ਼ਦੀਕ ਇੱਕ ਤੁਸੀਂ ਉਸ ਅਸਲ ਬਿਆਨ ਦਾ ਜਿਹੜਾ ਹੈ ਉਹ ਧੜਨ ਤਖਤਾ ਕਰ ਦਿੱਤਾ ਹੈ, ਤੇ ਉਹਦੇ ਤੋਂ ਉਹ ਦਾਲ ਹੀ ਨਹੀਂ, ਹੋਰ ਹੀ ਨਤੀਜਾ ਕੱਢ ਦਿੱਤਾ ਹੈ। ਅਸਲ ਗੱਲ ਤੇ ਉਹ ਜਿਹੜੀ ਬਿਆਨ ਕੀਤੀ ਜਾਂਦੀ ਉਸ ਵਕਤ ਦੇ ਹਿਸਾਬ ਨਾਲ ਜਦੋਂ ਨਹੀਂ ਛਪੀ, ਤੇ ਉਹ ਲੋਕ ਪੁੱਛਦੇ ਜਮਾਤ ਕੋਲੋਂ, ਜਮਾਤ ਦੇ ਆਪਣੇ ਹੀ ਬੰਦੇ, ਵੀ ਉਹ ਕਿਉਂ ਨਹੀਂ ਛਪੀ ਹਾਲੇ ਤੱਕ, ਤੇ ਉਹ ਕਹਿੰਦੇ ਵੀ ਅਸੀਂ ਵੀ ਇੰਤਜ਼ਾਰ ਕਰਨੇ ਆ, ਉਹ ਛਾਪ ਦੇਣ ਤੇ ਅੱਛਾ, ਉਹਨਾਂ ਦੀ ਮਰਜ਼ੀ ਹੈ, ਤੇ ਅਸੀਂ ਕੀ ਕਹਿ ਸਕਦੇ ਹਾਂ। ਨਹੀਂ, ਤੇ ਉਹ ਜਿਹੜਾ ਇਲਜ਼ਾਮ ਲੱਗਦਾ ਰਿਹਾ ਕਿ ਮਿਰਜ਼ਾ ਨਾਸਰ ਸਾਹਿਬ ਨੇ ਰਿਕੁਐਸਟ ਕੀਤੀ ਸੀ ਕਿ ਇਹਨੂੰ ਨਾ ਛਾਪਿਆ ਜਾਏ, ਉਹ ਤੇ ਉੱਥੇ ਗੱਲ ਹੀ ਹੋ ਰਹੀ, ਉਹ ਤੇ ਬੜੀ ਵਾਜ਼ਿਹ ਗੱਲ ਹੈਗੀ ਕਿ ਉਹਨਾਂ ਕੋਲ ਪੁੱਛਿਆ ਗਿਆ ਅਗਰ ਅਸੀਂ ਨਾ ਛਾਪੀਏ ਜਦੋਂ ਤੱਕ ਇਹਦੇ ਸਾਰੇ ਐਵੀਡੈਂਸ ਇਕੱਠੇ ਨਾ ਹੋਣ, ਤੇ ਉਹਨਾਂ ਕਿਹਾ ਠੀਕ ਹੈ। ਠੀਕ ਹੋ ਗਿਆ, ਹੈਗੀ ਹੈ ਕਿ ਮਿਰਜ਼ਾ ਸਾਹਿਬ ਦੀ ਰਿਕੁਐਸਟ ਥੋੜਾ ਹੀ ਹੈ, ਠੀਕ ਹੋ ਗਿਆ। ਮਤਲਬ ਹਰ ਗੱਲ ਨੂੰ ਜਿਹੜਾ ਉਹ ਘੋਟਣੇ ਚ ਪਾ ਦੇਣਾ, ਚਟਨੀ ਮਿਕਸ ਜੀ ਬਣਾ ਛੱਡਣੀ।
ਤੇ ਫਿਰ ਕਹਿਣਾ ਉਹ ਇਹ ਹੋ ਗਿਆ, ਇਹ ਹੋ ਗਿਆ। ਇਹ ਗੱਲਾਂ ਤੇ ਜਿਸ ਵਕਤ ਬੰਦੇ ਬਹਿੰਦੇ ਨੇ ਤੇ ਉਹਦੇ 'ਚ ਛੋਟੀਆਂ ਛੋਟੀਆਂ ਮੁਸ਼ਗਾਫੀਆਂ ਹੁੰਦੀਆਂ ਨੇ, ਉਹਨਾਂ ਨੂੰ ਕਲੀਅਰ ਕਰੀਦਾ ਤੇ ਇਹ ਉਹਦਾ ਹਿੱਸਾ ਹੀ ਨੇ। ਮਤਲਬ ਇਹ ਕਿ ਹੁਣ ਰਿਪੋਰਟ ਛਪ ਗਈ ਹੈ, ਤੁਹਾਡੇ ਹੱਥਾਂ 'ਚ ਹੈ, ਉਹਨੂੰ ਪੜ੍ਹ ਲਓ, ਉਹਦੇ ਕੰਟੈਂਟਸ ਖੁਦ ਬੋਲ ਰਹੇ ਹੋਣਗੇ, ਕੀ ਪੁੱਛਿਆ ਜਾ ਰਿਹਾ, ਕੀ ਦੱਸਿਆ ਜਾ ਰਿਹਾ, ਕੀ ਵਾਕਿਆ ਹੋਇਆ, ਬਸ ਇਤਨੀ ਗੱਲ ਠੀਕ। ਬਜਾਏ ਉਸ ਤੋਂ ਐਸੀਆਂ ਗੱਲਾਂ ਦੀ ਤਹਿਕੀਕ ਕਰਨ ਦੇ ਜਿਹੜੀਆਂ ਉਹਦੇ 'ਚ ਮੌਜੂਦ ਨਹੀਂ। ਆ ਭਾਈ ਨਜ਼ੀਰ ਸਾਹਿਬ ਨੇ, ਅਮਨ ਨਜ਼ੀਰ ਸਾਹਿਬ, ਇਹਨਾਂ 2 ਦਿਨ ਪਹਿਲੇ ਮੈਨੂੰ ਕਿਹਾ ਕਿ ਇਹ ਸਾਡਾ ਵਫਦ ਜਾ ਰਿਹਾ ਅੰਸਰ ਰਜ਼ਾ ਸਾਹਿਬ ਕੋਲ, ਤੁਸੀਂ ਵੀ ਹੱਥ ਫੜ ਕੇ ਟੁਰ ਜਾਣਾ ਤੇ ਉਹਨਾਂ ਨੂੰ ਕਹਿਣਾ ਕਿ ਇੱਥੇ ਐਸ ਗੱਲ ਦਾ ਜਵਾਬ ਦੇਣ। ਤੇ ਉਹ ਤੇ ਉਹਨਾਂ ਰਾਤੀ ਦਿੱਤਾ ਜਵਾਬ, ਮਤਲਬ ਉਹ ਤਾਂ ਮੁਤਾਲਬਾ ਹੈ ਨਾ। ਉਹਨਾਂ ਕੀ ਜਵਾਬ ਦਿੱਤਾ ਹੈ? ਉਹਨਾਂ ਨੂੰ ਵਿਖਾਤਾ ਪੂਰਾ ਪੈਰਾਗ੍ਰਾਫ ਪੜ੍ਹ ਕੇ ਵੀ ਇੱਥੇ ਕਿੱਥੇ ਰਿਕੁਐਸਟ ਕੀਤੀ ਗਈ ਜਮਾਤ ਵੱਲੋਂ ਜਾਂ ਜਿਹੜੀ ਤੁਸੀਂ ਮੁਤਾਲਬੇ ਕਰਦੇ ਜੇ। ਠੀਕ ਹੈ। अस्सलाम वालेकुम अब्दुल्लाह वालेकुम सानी साहब। जी जी कल या परसों की बात है, जी, ये गालबन मलक साहब या इरफान जट की ब्रॉड पे राजा साहब ऊपर आए थे। जी जी उन्होंने पैगाम दिया एक शख्स का कि जनाब हम ऐसा करते हैं, आप हमारे अल्लामा साहब को ले लें और उधर से अंसर रजा साहब को ले लें। या तो मलक साहब ने कहा भी अंसर रजा साहब के साथ, उनके साथ आप डायरेक्ट जाके बात करें, लेकिन हम तैयार हैं, मैं और इमरान कालू और मलक अवान साहब। आप मलक अवान साहब को जानते हैं मेरी तरह, हाँ जी, वो राजा जवेद साहब की जो चीखें थी ना ना वाली सुनने वाली, वो मैं चाहता हूँ कि मैं एक दफा वो प्ले कर दूंगा। वो उन्होंने चीखें मारी कि नहीं 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 नहीं, इनसे हमारी, हमने नहीं बात करनी। किनसे बात, राजा जवेद साहब ने जो चीखें मारी, किनसे नहीं बात करनी? इमरान कालू और मलक अवान साहब से। किसने इस नहीं मामले बात? पे ये 74 की असम्बली की जो मुफ्ती महमूद साहब ने कहा है कि हमने इनको बुलाया था। नहीं नहीं, हाँ जी, थोड़ा सा मिक्स हो गई ये बात। 74 की असम्बली के बारे में बात किसने करनी है और किससे करनी है? राजा जवेद साहब ने कहा था हाँ कि ये जो अमन नज़ीर साहब हैं, इनके साथ अंसर रजा साहब की जो है वो आप करवा दें। ठीक है। तो अंसर रजा साहब ने तो पहले कहा कि मैं इस शख्स से जो है वो बात नहीं करूँगा। ये बहुत पहले की बात है, ठीक ये है, व्हाट्सएप के दौर से बात चल रही है। ठीक है। उन्होंने कहा कि हम ये आपको ये कहते हैं कि आप इमरान, हमारी तरफ से इमरान कालू और मलक अवान, और आपकी तरफ से आप राजा साहब और अमन नज़ीर साहब आ जाए। ओए हो, जो चीखें मारी है ना उस राजा नज़ीर साहब ने, मेरा स्वाद आ गया उन चीखों का। नहीं 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 नहीं, ना ना ना, ये नहीं हो सकता। नहीं, ये तो मर्जी है ना, कोई किसी ने गल कर जिस तरह। तो फिर ये मर्जी है, तो फिर इन्होंने ये क्यों जिक्र किया अंसर रजा साहब का? ਜਿਹੜਾ ਤੁਸੀਂ ਅੰਸਰ ਰਜ਼ਾ ਸਾਹਿਬ ਨੇ ਕਿਹਾ ਵੀ ਮੈਂ ਗੱਲ ਨਹੀਂ ਕਰਨੀ, हाँ जी, ਉਹਦੇ ਨਾਲ ਚੀਕਾਂ ਦਾ ਲਫ਼ਜ਼ ਨਹੀਂ ਲਾਇਆ। ਉੱਥੇ ਚੀਕੋ ਜੀ ਨਹੀਂ, ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਅੰਸਰ ਰਜ਼ਾ ਸਾਹਿਬ ਪਹਿਲੇ ਹੀ ਗੱਲ ਕਰ ਲਓ, ਜਾਂ ਖੁਦ ਹੀ ਗੱਲ ਕਰੋ। ਮੇਰਾ ਅਸੀਂ ਤੇ ਆਪ ਬੈਠੇ ਹੋਏ ਹਾਂ। ਤੁਸੀਂ ਇਹ ਫਰਮਾਉਂਦੇ ਹੋ ਕਿ ਉਹਨਾਂ ਨੇ ਇੱਕ ਮਿੰਟ, ਮੈਂ ਉਧਰ ਅਵੇਸ਼ ਸੀ, ਮੈਂ ਦੱਸ ਦੇਣਾ ਗੱਲ ਕੀ ਹੋਈ। ਚੀਕਾਂ ਵਜੀਆਂ, ਚੀਕਾਂ। ਤਲਤ ਮਲਕ ਸਾਹਿਬ ਉੱਥੇ ਬਰਾੜ ਤੇ ਬਹਿ ਕੇ ਕਹਿ ਰਹੇ ਸੀ, ਅਸੈਂਬਲੀ ਦੇ ਉੱਤੇ ਗੱਲ ਹੋ ਰਹੀ ਸੀ, ਤੇ ਮਲਕ ਸਾਹਿਬ ਕਹਿੰਦੇ ਨੇ ਕਿ ਉਸ ਅਸੈਂਬਲੀ ਨੂੰ ਛੱਡੋ, ਹੁਣ ਵੀ ਜਿਹੜਾ ਤੁਹਾਡਾ ਉਲਮਾ ਜਿਹੜਾ ਹੈ ਨਾ, ਉਹ ਸਾਡੇ ਜਿਹੜੇ ਆਲਮ ਨਾਲ ਗੱਲ ਕਰਨੀ ਸੋ ਆ ਕੇ ਗੱਲ ਕਰ ਲਵੇ। ਲਾ ਦੋ ਰਿਕਾਰਡਿੰਗ ਲਾਓ, ਰਿਕਾਰਡਿੰਗ ਲਾਓ, ਲਾਓ ਰਿਕਾਰਡਿੰਗ। ਯਾਰ ਇਹ ਗੱਲ ਨਹੀਂ ਕਰਨ ਦਿੰਦੇ, ਇੱਕ ਤਾਂ ਇਹਨਾਂ ਨੂੰ ਨਾ ਐਸਾ ਕੋਈ ਪਤਾ ਨਹੀਂ ਹੈ। ਸਰ ਸਬੂਤ ਪੇਸ਼ ਕਰੋ ਨਾ, ਅਸੀਂ ਤਾਂ ਨਾ ਦਾ ਸਬੂਤ ਪੇਸ਼ ਕਰਾਂਗੇ ਨਾ, ਤੁਹਾਡੀ ਚੀਕਾਂ ਦਾ ਸਬੂਤ ਅਸੀਂ ਪੇਸ਼ ਕਰਾਂਗੇ। ਲਾਓ ਜੇ ਇੰਜੀ ਗੱਲ ਮਲਕ ਤਲਤ ਨੇ ਆਖੀ ਹੋਈ ਤੇ ਫੇਰ ਲਾ ਰਿਕਾਰਡਿੰਗ ਲਾ ਦੇਣਾ। ਹੁਣ ਐਸੇ ਮੇਰੇ ਹੱਥ 'ਚ ਰਿਕਾਰਡਿੰਗ ਹੈ। ਆ ਲਓ, ਹੋ ਗਈ ਗੱਲ, ਫਿਰ ਮੁੱਕ ਗਈ। ਫਿਰ ਕੁਲ ਹੱਥ ਬੁਰਹਾਨ ਹੋ, ਫਿਰ ਕਹਾਣੀਆਂ ਨਾ ਸੁਣਾਓ ਮੈਨੂੰ, ਕਹੋ ਮੈਂ ਰਿਕਾਰਡਿੰਗ ਲਾ ਦੇਣਾ। ਮੈਂ ਨਾ ਦੀ ਚੀਕਾਂ ਦੀ ਲਾ ਦਿਓ ਤਲਤ ਮਲਕ ਦੀ ਰਿਕਾਰਡਿੰਗ ਲਾਓ, ਜਿਹਦੇ ਤਲਤ ਮਲਕ ਨੇ। ਨਹੀਂ, ਮੈਂ ਚੀਕਾਂ ਦੀ ਲਾਣੀ, ਜਿਹੜੇ ਮੈਂ ਗੱਲ ਕੀਤੀ ਮੈਂ ਉਹਦੀ ਲਾਣੀ, ਚੀਕਾਂ ਦੀ। ਅੱਛਾ, ਚੀਕਾਂ ਦੇ ਪਹਿਲਾਂ ਤੁਹਾਡੇ ਚੀਕਾਂ ਨਿਕਲਿਆ ਕਿ ਨਹੀਂ ਨਹੀਂ ਅਸੀਂ ਇਮਰਾਨ ਕਾਲੂ ਨਾਲ ਤੇ ਮਲਕ ਸਾਹਿਬ ਨਾਲ ਨਹੀਂ ਕਰਨੀ। ਇਮਰਾਨ ਕਾਲੂ ਗੱਲ ਕਰ ਲਵੇ, ਇਮਰਾਨ ਕਾਲੂ ਨੇ ਗੱਲ ਕਰਨੀ, ਇਮਰਾਨ ਕਾਲੂ ਗੱਲ। ਲੋ ਜੀ, ਅੱਜ ਮੰਨ ਗਏ ਨੇ ਇਮਰਾਨ ਕਾਲੂ। ਇੱਕ ਮਿੰਟ ਸਬਰ ਕਰਨਾ, ਗੱਲ ਦੂਜੇ ਨੂੰ ਵੀ ਕਰਨ ਦੇਈਦੀ, ਰੋਲਾ ਨਹੀਂ ਪਾਈਦਾ। ਸੈਣੀ ਸਾਹਿਬ ਰਿਕਾਰਡ ਕਰ ਲੈਣਾ ਪਲੀਜ਼, ਰਿਕਾਰਡਿੰਗ ਤਰੀਕੇ ਨਾਲ ਤੇ ਅਖਲਾਕ ਨਾਲ ਵੀ ਗੱਲ ਕਰਨੀ ਜਾ। ਮੈਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਨਹੀਂ ਕਰਨਾ। ਮੈਂ ਤੁਹਾਡੀ ਇਮਰਾਨ ਕਾਲੂ ਸਾਡੀ ਤਰਫੋਂ ਟੱਟੀ ਸਪਾਈ ਗੱਲ ਕਰੇਗਾ। ਤੁਸੀਂ ਟੱਟੀ ਲਿਆਓ, ਕਿਉਂਕਿ ਤੁਹਾਡਾ ਕੰਮ ਤੁਹਾਨੂੰ ਟੱਟੀਆਂ ਲੱਗ ਗਈਆਂ ਨੇ ਹੁਣ। ਟੱਟੀਆਂ ਤੇ ਮਤਲਬ ਜਿਸ ਤਰ੍ਹਾਂ ਦਾ ਕੋਈ ਬੰਦਾ ਆਵੇ ਉਸ ਤਰ੍ਹਾਂ ਦਾ ਬੰਦਾ ਅੱਗੇ ਕਰਨਾ ਨਾ। ਹਾਂ, ਉਹਨੇ ਗੱਲ ਕਰਨੀ। ਤੁਹਾਡੀ ਤੁਸੀਂ ਟਰੱਕ ਡਰਾਈਵਰ ਤੁਸੀਂ ਹੈ, ਉਹ ਤੁਹਾਡੀ ਕੀ ਔਕਾਤ ਹੈ?
ਨਹੀਂ ਤੇ ਮਿਰਜ਼ਾ ਸਾਹਿਬ ਦੀ ਕੀ ਔਕਾਤ ਸੀ ਉਹ ਵੈਸੇ? ਤਾਂ ਨਬੀ ਸਨ, ਉਹ ਤਾਂ ਨਬੀ ਸਨ। ਕਿੱਥੇ ਨਬੀ ਸਨ? ਝੂਠੇ ਨਬੀ ਇਹਦਾ ਸਨ। ਨਬੀ ਜਿੱਥੇ ਲਿਖਿਆ ਨਬੀ ਸਨ। ਮਤਲਬ ਹੈ ਕਿ ਉਹਨਾਂ ਦੀ ਕੀ ਔਕਾਤ ਸੀ? 10,000 ਅੱਲਾ ਨੇ ਉਹਨਾਂ ਨੂੰ ਨਬੀ ਕਹਿ ਕੇ ਪੁਕਾਰਿਆ। ਜਾਇਦਾਦ ਨਹੀਂ ਸੀ। ਮੈਂ ਕਿਹਾ ਅੱਲਾ ਨੇ ਉਹਨਾਂ ਨੂੰ ਨਬੀ ਕਹਿ ਕੇ ਪੁਕਾਰਿਆ। ਓ ਯਾਰ ਐਵੇਂ ਨਾ ਉਹਨਾਂ ਨੂੰ ਉਹੀ ਔਕਾਤ ਸੀ ਜਿਹੜੇ ਤਮਾਮ ਨਬੀਆਂ ਦੀ, ਜਿਸ ਤਰ੍ਹਾਂ ਮੁਹੰਮਦ ਸਨ, ਹਜ਼ਰਤ ਨੂਹ ਸਨ, ਹਜ਼ਰਤ ਇਬਰਾਹਿਮ, ਸਾਰੇ ਉਹੀ ਨਬੀ ਸਨ। ਉਹਨਾਂ ਨੂੰ ਤੇ ਉਹ ਬੱਕਰੀਆਂ ਵੀ ਚਰਾਉਂਦੇ ਰਹੇ ਨੇ। ਉਹ ਤਜਾਰਤ ਅੱਲਾਹ ਤਾਲਾ ਨੇ ਨਬੀ ਆਖਿਆ ਨਾ। ਇਹ ਤੇ ਲਾਂਤਾਂ ਪਾਉਂਦੇ ਰਹੇ ਨੇ ਮਦਈਆ ਨਬੂਵਤ ਤੇ, ਜਿਹੜਾ ਨਬੀ ਪਾਕ ਤੋਂ ਬਾਅਦ। ਮੈਂ ਤਾਂ ਉਹੀ ਹਦੀਸ ਪੇਸ਼ ਕੀਤੀ ਸੀ ਨਾ, ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਿੱਚ ਲਾਂਦੇ ਪਾਉਂਦੇ ਰਹੇ ਨੇ, ਜਿਹੜੇ ਯੂਨਸ ਬਿਨ ਮਤਾ ਅਫਜ਼ਲ ਕਵੇ। ਕਿੱਥੇ ਪਾਈ ਵਾਹ? ਮੈਂ ਕੱਲ ਦੀ ਸੁਣਾਈ ਪਰਸੋਂ। ਜਦੋਂ ਲਾਨਤ ਕੱਢ ਹੁਣੀ ਕੱਢਦਾ ਤੇ 1000 ਯੂਰੋ ਮੈਂ ਤੈਨੂੰ ਨਾਮ ਦਿਆਂਗਾ। ਨਾਲ ਹੀ ਮਾਈਕ ਲਾ ਲਿਆ ਉਹਨੇ। ਤੇ ਮੈਂ 1000 ਯੂਰੋ ਤੈਨੂੰ ਨਾਮ ਦਿਆਂਗਾ। ਇੱਥੇ ਕੱਢ ਹਜ਼ਰਤ ਯੂਨਸ ਬਿਨ ਮਤਾ ਦੇ ਉੱਤੇ ਲਾਨਤ, ਜਿਹਨੇ ਇਹ ਗੱਲ ਆਖੀ ਹੈ ਨਾ, ਕੱਢ ਦੇ ਸਬੂਤ। ਤੇਰੀ ਆਵਾਜ਼ ਉੱਚੀ ਹੈ, ਤੇਰੀ ਆਵਾਜ਼ ਨਹੀਂ ਉੱਚੀ, ਤੇਰੀ ਆਵਾਜ਼ ਨਹੀਂ ਉੱਚੀ। ਜਿੰਨੀ ਤੇਰੀ ਆਵਾਜ਼ ਉੱਚੀ ਉਨੀ ਮੇਰੀ ਆਵਾਜ਼ ਉੱਚੀ ਹੈ। ਮਾਈਕ ਲਾਇਆ ਹੋਵੇ ਨਾ। ਮੈਂ ਮਾਈਕ ਨਹੀਂ ਲਾਇਆ, ਮੈਂ ਹੈਂਡ ਫ੍ਰੀ ਲਾਈ ਏ। ਜਿੰਨੀ ਆਵਾਜ਼ ਤੇਰੀ ਉੱਚੀ ਉਨੀ ਮੇਰੀ ਉੱਚੀ ਹੈ। ਨਹੀਂ ਮੇਰੀ, ਮੈਂ ਤਾਂ ਬਿਲਕੁਲ ਆਰਾਮ ਨਾਲ, ਮੇਰਾ ਫੋਨ ਵੀ ਦੂਰ ਪਿਆ ਮੇਰੇ ਤੋਂ। ਮੇਰਾ ਵੀ ਫੋਨ ਦੂਰ ਹੀ ਪਿਆ, ਸਿਰਫ ਹੈਂਡ ਫ੍ਰੀ ਲੱਗੀ, ਹੈਂਡ ਫ੍ਰੀ ਲੱਗੀ, ਮਾਈਕ ਤੇ ਨਹੀਂ ਲੱਗੀ। ਆਵਾਜ਼ ਨਹੀਂ ਸੀ ਤੇਰੀ, ਹੈਂਡ ਫ੍ਰੀ ਲੱਗੀ ਹੈ। ਪਹਿਲੇ ਆਵਾਜ਼ ਨਹੀਂ ਸੀ ਹੈਗੀ ਤੇਰੀ। ਇਸ ਗੱਲੇ ਕਿ ਮੈਂ ਘਰ ਆ ਗਿਆ ਨਾ, ਤੇ ਤੁਹਾਡੇ ਹਾਰ ਦੇ ਬੰਦਿਆਂ ਨਾਲ ਗੱਲ ਕਰਨਾ ਤੇ ਹੈਂਡ ਫ੍ਰੀ ਲਾ ਕੇ ਗੱਲ ਕਰੀਦੀ ਹੈ ਨਾ। ਗੱਲ ਸੁਣ, ਟਰੱਕ ਡਰਾਈਵਰਾ ਬਾਜ਼ ਆ ਜਾ ਯਾਰ, ਨਾ ਕਰਿਆ ਕਰ। ਟਰੱਕ ਡਰਾਈਵਰੀ ਕਰ, ਉਹੀ ਕਾਫੀ ਕੰਮ ਤੇਰੇ ਵਾਸਤੇ। ਯਾਰ ਤੁਸੀਂ ਕਿੱਡੇ ਕੁ ਅਖਲਾਕ ਵਾਲੇ ਹੋ। ਇਹ ਤੁਹਾਨੂੰ ਅਖਲਾਕ ਸਿਖਾਇਆ ਨੇ? ਕੋਈ ਖੁਦਾ ਦਾ ਖੌਫ ਨਹੀਂ। ਇਹ ਉਹਨੇ ਤੁਹਾਨੂੰ ਅਖਲਾਕ ਸਿਖਾਇਆ? ਮੈਂ ਕਿ ਜਿੰਨਾ ਇਹ ਅਖਲਾਕ ਦੇ ਕੇ ਗਿਆ ਤੁਹਾਨੂੰ, ਫਲਾਣਾ ਟਰੱਕ ਡਰਾਈਵਰ ਹੈ ਤੇ ਫਲਾਣਾ ਹੈ। ਪਿਓ ਦੀ ਇਹ ਫੋਟੋ ਹੈਗੀ, ਹਲਾਲ ਦੀ ਕਰਕੇ ਖਾਣਾ ਨਾ। ਕਿਸੇ ਦੀਆਂ ਕਿਤਾਬਾਂ ਦਾ, ਕਿਸੇ ਕੋਲੋਂ ਕਿਤਾਬਾਂ ਦਾ 10,000 ਲੈ ਕੇ ਤੇ ਨਹੀਂ ਖਾਦਾ। ਟਰੱਕ ਡਰਾਈਵਰ ਹੋਣਾ ਗੁਨਾਹ ਹੈ? ਅਗਰ ਮੈਂ ਟਰੱਕ ਡਰਾਈਵਿੰਗ ਕਰਨਾ ਵਾ, ਹਲਾਲ ਦੀ ਕਮਾ ਕੇ ਲਿਆਵਾਂ ਨਾ, ਹੁਣ ਮੈਂ 10 ਘੰਟੇ 11 ਘੰਟੇ ਡਰਾਈਵ ਕਰਕੇ ਆਇਆ ਨਾ, ਤੇ ਹਲਾਲ ਦੀ ਹੈ ਨਾ। ਜੇ ਮੈਂ ਕਿਸੇ ਕੋਲੋਂ ਕਿਤਾਬਾਂ ਦੇ ਨਾਂ ਤੇ 10,000 ਰੁਪਇਆ ਲੈ ਕੇ ਖਾ ਗਿਆ, ਡਕਾਰ ਮਾਰ ਛੜਿਆ, ਤੇ ਫਿਰ ਤੇ ਮੈਂ ਹਰਾਮ ਖਾਦਾ। ਇਹ ਹਰਾਮ ਖਾਣੇ ਨਾਲ ਤੇ ਇਹ ਬਿਹਤਰ ਹੈ ਨਾ, ਟਰੱਕ ਡਰਾਈਵਿੰਗ ਚੰਗੀ ਹੈ। ਮੈਂ ਵੀ ਕਿਤਾਬਾਂ ਦੇ ਨਾਂ ਤੇ ਲੋਕਾਂ ਦਾ ਮਾਲ ਖਾਣਾ, ਮਨਾਰੇ ਦੇ ਨਾਂ ਤੇ ਚੰਦੇ ਦੇ ਨਾਂ ਤੇ ਲੋਕਾਂ ਕੋਲ ਪੈਸਾ ਲੈ ਕੇ ਖਾਣਾ, ਤੇ ਫਿਰ ਜਨਾਬ ਮਕਾਨ ਦੀ ਤੋਸੀਹ ਦੇ ਨਾਂ ਤੇ ਪੈਸਾ ਖਾਣਾ, ਉਹਦੇ ਨਾਲ ਟਰੱਕ ਚਲਾਉਣਾ ਚੰਗਾ ਹੈ। ਨਿਕਲਿਆ ਮੈਨੂੰ ਪੂਰੇ ਚੀਖਾਂ। ਇਹਦੇ ਚੀਕਾਂ ਦੀ ਕਿਹੜੀ ਗੱਲ ਹੈ? ਜੋ ਤੂੰ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਵਾਂ। ਮੈਂ ਤਾਂ ਟਰੱਕ ਡਰਾਈਵਰ ਹੋਣਾ ਮਿਹਣਾ? ਹਾਂ, ਮਿਹਣਾ ਇਹ ਹੁੰਦਾ ਕਿਸੇ ਦੇ ਪੈਸੇ ਲੈ ਕੇ ਖਾ ਜਾਣੇ। ਹਾਂ, ਲੋਕਾਂ ਨੂੰ ਕਹਿਣਾ ਤੁਹਾਨੂੰ ਕਿਤਾਬਾਂ ਲਿਖ ਕੇ ਦਿਆਂਗੇ, ਅੱਧਾ ਘਰ ਦਾ ਸਾਰਾ ਲੋਕਾਂ ਨੂੰ ਕਿਤਾਬਾਂ ਦਾ ਦਾਵਾ ਕਰਕੇ ਖਾ ਜਾਣਾ। ਹਜ਼ਰਤ ਅਬੂ ਬਕਰ ਨੇ ਜਹਾਦ ਵਾਸਤੇ ਦਿੱਤਾ ਸੀ, ਇਹਨਾਂ ਨੇ ਲੋਕਾਂ ਨੇ ਕਿਤਾਬਾਂ ਲਿਖਣ ਵਾਸਤੇ ਦਿੱਤਾ ਸੀ। ਕਿੱਥੇ ਨੇ 50 ਕਿਤਾਬਾਂ? ਜਿਹੜਾ ਯੂਸਫ ਨੇ ਕੋਲਾ ਇੱਧਰ ਉੱਧਰ ਕੀਤਾ ਸੀ, ਕਿੱਥੇ ਨੇ? ਉਹ ਹਜ਼ਰਤ ਯੂਸਫ ਨੇ ਉਹਦੇ ਚ ਕੀ, ਹਜ਼ਰਤ ਯੂਸਫ ਨੇ ਫੇਰੀ ਕੀਤੀ, ਯਾਨੀ ਕੀ ਕਮਾਈ ਕੀਤੀ ਉਹਦੇ ਚੋਂ? ਇਹਨੇ ਤੇ ਕੋਠੀ ਚਾੜ ਲਈ, ਇਹਨੇ ਤੇ ਦੇਗਾ ਧਰ ਲੀਆਂ, ਇਹਨੇ ਤੇ ਮਾਲ ਕਮਾਇਆ। ਇਹਦੀ ਤੇ ਦੁਕਾਨ ਉਦੋਂ ਦੀ ਚੱਲਦੀ ਪਈ। ਹਜ਼ਰਤ ਯੂਸਫ ਦੀ ਕਿਹੜੀ ਦੁਕਾਨ ਚੱਲਦੀ ਪਈ? ਹਜ਼ਰਤ ਯੂਸਫ ਨੇ ਉਹਦੇ ਆਪਣਾ ਜ਼ਾਤੀ ਨਫਾ ਹਾਸਲ ਕੀਤਾ ਹੈ। ਹਜ਼ਰਤ ਯੂਸਫ ਨੇ ਜ਼ਾਤੀ ਨਫਾ ਕਿਹੜਾ ਹਾਸਲ ਕੀਤਾ ਹੈ? ਇਹਨੇ ਤੇ 10,000 ਰੁਪਇਆ ਲੋਕਾਂ ਦਾ ਕਿਤਾਬਾਂ ਦੇ ਨਾਂ ਤੇ ਖਾ ਕੇ ਐਸੀ ਦੁਕਾਨ ਖੋਲੀ ਹੈ, 5ਵੀਂ ਨਸਲ ਹੈ ਤਾਂ ਦੁਕਾਨ ਤੁਹਾਡੀ ਚੱਲਦੀ ਪਈ ਹੈ। ਉਹਦੇ ਨਾਲ ਟਰੱਕ ਚਲਾ ਲੈਣਾ ਚੰਗਾ ਹੈ। ਉਹ ਟਰੱਕ ਚਲਾ ਲੈਣਾ ਚੰਗਾ ਹੈ ਬੇਵਕੂਫਾ, ਟਰੱਕ ਚਲਾ ਲੈਣਾ ਚੰਗਾ ਹੈ। ਉਹ ਕਿਤਾਬਾਂ ਦੇ ਨਾਂ ਤੇ ਮਾਲ ਖਾਣਾ, ਮੀਨਾਰੇ ਦੇ ਨਾਂ ਤੇ ਮਾਲ ਖਾਣਾ, ਤੇ ਮਕਾਨ ਦੀ ਤੋਸੀਹ ਦੇ ਨਾਂ ਤੇ ਮਾਲ ਖਾਣਾ, ਇਹਦੇ ਨਾਲੋਂ ਬਿਹਤਰ ਹੈ। ਆਹ ਤੇ ਮੈਂ ਟਰੱਕ ਡਰਾਈਵਰ, ਮੈਂ ਕਦੋਂ ਪਿਆ ਨਾ ਮੈਂ ਨਹੀਂ ਟਰੱਕ ਡਰਾਈਵਰ। ਇਹਦੇ ਚ ਕਿਹੜੀ ਗਲਤ ਗੱਲ ਹੈ? ਜਿਹੜਾ ਟਰੱਕ ਇਮਰਾਨ ਕਾਲੂ ਨੂੰ ਲਿਆ ਗੱਲ ਕਰਨ ਵਾਸਤੇ, ਇਮਰਾਨ ਕਾਲੂ ਕਰਨਾ ਚਾਹੁੰਦੇ ਤੇ ਇਮਰਾਨ ਕਾਲੂ ਥਾਂ ਤੋਂ ਦੌੜਿਆ ਗੱਲ ਕਰਨ ਵਾਸਤੇ। ਗੱਲ ਇਹ ਹੈ ਕਿ ਗੁਫ਼ਤਗੂ ਦੇ ਤਰੀਕ ਨਾਲ ਹੋਵੇ ਨਾ ਫਿਰ ਤੇ ਚੰਗੀ। ਜੇ ਓਵਰਲੈਪਿੰਗ ਸ਼ੁਰੂ ਹੋ ਜਾਏ, ਮਿਹਣੇ ਸ਼ੁਰੂ ਹੋ ਜਾਣ, ਕੋਈ ਗੁਫ਼ਤਗੂ ਤੇ ਨਹੀਂ ਹੈ ਨਾ। ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਜਾ, ਕੋਈ ਸਿਰ ਪੈਰ ਨਹੀਂ। ਐਵੇਂ ਰੌਲਾ ਤੇ ਥਕਾਣਾ, ਆਪਣੇ ਆਪ ਨੂੰ ਵੀ ਥਕਾਣਾ। ਉਹਨਾਂ ਦੀ ਐਨਰਜੀ ਵੀ ਕਾਫੀ ਜ਼ਾਇਆ ਹੁੰਦੀ ਹੈ ਬੇਮਕਸਦ ਹੀ, ਤੇ ਇਹ ਨਹੀਂ ਕਰਨਾ ਚਾਹੀਦਾ। ਅਗਰ ਕਿਸੇ ਮੌਜੂਦ ਦੇ ਉੱਤੇ ਆਦਮੀ ਗੱਲ ਕਰ ਰਿਹਾ ਹੋਵੇ, ਦਲਾਇਲ ਦੇ ਰਿਹਾ ਹੋਵੇ ਤੇ ਠੀਕ ਹੈ, ਅੱਛੀ ਗੱਲ ਹੈ। ਉਹਦੇ ਵਿੱਚ ਕੋਈ ਨਸਤ ਨਹੀਂ ਚੱਲੇ ਕਿਧਰੇ, ਇੱਥੇ ਹੀ ਮੌਜੂਦ ਹਾਂ, ਉਹ ਗੱਲ ਕਰ ਸਕਨੇ ਆ। ਮੈਂ ਤਾਂ ਵਜ਼ੂ ਕਰਨ ਗਿਆ ਸੀ, ਮੈਂ ਆਇਆ ਤੇ ਮੇਰੇ ਆਮਣ ਤੱਕ ਅੱਗੇ ਪਤਾ ਨਹੀਂ ਗੱਲ ਛਿੜੀ ਸੀ ਜੀ, ਤੇ ਮੈਨੂੰ ਉਹ ਤਲਤ ਮਲਕ ਵਾਲੀ ਮੈਂ ਰਿਕਾਰਡਿੰਗ ਲੈ ਆਉਣਾ ਤੁਹਾਨੂੰ ਸੁਣਾਉਣਾ ਵਾ। ਤਲਤ ਮਲਕ ਨੇ ਚੈਲੰਜ ਕੀਤਾ ਸੀ ਅੱਛਾ ਕਿ ਬਈ ਜਿਹੜਾ ਮਰਜ਼ੀ ਆ ਕੇ ਜਿਹਦੇ ਨਾਲ ਮਰਜ਼ੀ ਗੱਲ ਕਰ ਲੇ, ਤੇ ਰਾਜਾ ਸਾਹਿਬ ਨੇ ਜਾ ਕੇ ਆਖਿਆ ਵੀ ਆਮਰ ਦੀ ਗੱਲ ਕਰਾ ਦੋ ਉਹਦੇ ਨਾਲ। ਕੀ ਨਾਮ ਅਨਸਰ ਰਜ਼ਾ, ਕਿਆ ਇਹਦੇ ਚ ਕੋਈ ਜ਼ਿਆਦਤੀ ਕੀਤੀ, ਗਲਤੀ ਕੀਤੀ? ਕੋਈ ਹਰਜ ਨਹੀਂ ਨਾ।
ਪ੍ਰਪੋਜ਼ਲ ਹੁੰਦਾ ਵੀ ਤੁਸੀਂ ਗੱਲ ਕਰ ਲਓ। ਜੇ ਇੱਕ ਪਾਰਟੀ ਕੇ ਮੈਂ ਨਹੀਂ ਗੱਲ ਕਰਨੀ, ਉਹਦਾ ਵੀ ਹੱਕ ਹੈ ਵੀ ਸ਼ੱਕ ਨਾ ਕਰੇ। ਬਿਲਕੁਲ ਕੋਈ ਜੇ ਦੋਏ ਰਾਜ਼ੀ ਹੋਣਗੀਆਂ ਤਾਂ ਗੱਲ ਹੋ ਜਾਏਗੀ, ਦੋਏ ਰਾਜ਼ੀ ਨਹੀਂ ਹੋਣਗੀਆਂ ਤਾਂ ਨਹੀਂ ਹੋਏਗੀ। ਇਹਦੇ 'ਚ ਨਾਰਾਜ਼ਗੀ ਵਾਲੀ ਕਿਹੜੀ ਗੱਲ ਹੈ? मैं आया 5-10 ये अंसर साहब क्यों नहीं बात करना चाहते मलामा नहीं साहब? करना चाहते मर्जी है उनकी, ना करे वो भी ठीक है। कैसे तो है, वो मुरब्बी उनको करनी चाहिए डिबेट, ये क्या बात है? ਤੁਸੀਂ ਫਿਰ ਕਿਸੇ ਦਿਨ ਮੌਕਾ ਪਾ ਕੇ ਜਾਓ ਨਾ, ਗੱਲ ਕਰਕੇ आओ। गालिब है कि वो आते ही डिबेट के लिए ना, क्या वाटर भाई आप क्या ख्याल है, करनी चाहिए या नहीं उनको? सबसे पहले तो अस्सलाम वालेकुम जी। वालेकुम सलाम रहमतुल्लाह। सैनी साहब एक मिनट, मैं सिर्फ एक गल दी चाहता हूँ, फिर बाद मैं उत्तर जावांगा। जी जी नहीं मैं गल आराम ਨਾਲ ਕਰੋ ਗੱਲ ਜੀ। नहीं मैं सैनी साहब ਤੁਹਾਡਾ ਕਰਾਂਗਾ। ਗੱਲ ਇਹ ਸੀ ਕਿ ਇਤਨੀ ਸਾਰੀ ਗੱਲ ਸੀ ਕਿ ਕੱਲ ਇਹਨਾਂ ਨੇ ਜਦੋਂ ਵਾਕਿਆ ਸੇ ਬਿਆਨ ਕੀਤਾ, ਅੱਧਾ ਬਿਆਨ ਕੀਤਾ ਸੀ ਇਹਨਾਂ ਨੇ। ਮੈਂ ਸਿਰਫ ਪੂਰਾ ਵਾਕਿਆ ਬਿਆਨ ਕੀਤਾ ਕਿ ਉੱਥੇ ਚੀਕਾਂ ਜਿਹੜੇ ਰਾਜਾ ਸਾਹਿਬ ਦੀ ਚੀਕਾਂ ਸਨ ਉਹ ਨਹੀਂ ਇਹਨਾਂ ਨੇ ਦੱਸੀਆਂ। ਹਾਂ ਬਸ ਇਹ ਗੱਲ ਸੀ। ਨੰਬਰ 2, ਓਵਰਲੈਪ ਇਹਨਾਂ ਨੇ ਸ਼ੁਰੂ ਕੀਤਾ ਸੀ ਜਦੋਂ ਇਹਨਾਂ ਨੇ ਕੰਨ ਨੂੰ ਲਾ ਲਿਆ ਨਾ, ਹੈਂਡ ਫ੍ਰੀ ਲਾਈ ਹੈ, ਵਜ਼ੂ ਕਰਨ ਗਏ ਸਨ ਤੇ ਹੈਂਡ ਫ੍ਰੀ ਲਾ ਲਈ ਸੀ ਉਦੋਂ। ਹਾਂ ਤੇ ਉਹ ਫਿਰ ਜਦੋਂ ਓਵਰਲੈਪ ਉਦੋਂ ਹੋਈ ਹੈ। ਚਲੋ ਠੀਕ। एक हकायक बयान करन, पूरी गल बयान करन, यहूदियां तरह अद्धी गल ना बयान करन, बस इतना सारा हुंदा। ਇਹ ਜਿਹੜਾ ਤੁਸੀਂ ਇੱਕ ਪਾਸੇ ਜਦ ਤੱਕ ਚੀਕਾਂ, ਗੱਲ ਇਹ ਹੈ ਕਿ ਦੋ ਬੰਦਿਆਂ ਦੇ ਦਰਮਿਆਨ ਗੁਫ਼ਤਗੂ ਹੋਣੀ ਹੈ। ਅਗਰ ਰਾਜ਼ੀ ਹੋਣਗੇ ਤਾਂ ਹੋ ਜਾਏਗੀ, ਨਹੀਂ ਰਾਜ਼ੀ ਹੋਣਗੇ ਤਾਂ ਨਹੀਂ ਹੋਏਗੀ। ਕੋਈ ਚੀਕਾਂ ਵਾਲੀ ਕੋਈ ਗੱਲ ਨਹੀਂ। दुरुस्त, बिल्कुल ਦੂਸਰੀ दुरुस्त। ਗੱਲ ਹੈ ਕੋਈ ਗੱਲ ਕਰ ਰਿਹਾ ਯਹੂਦੀਆਂ ਦੀ ਤਰ੍ਹਾਂ ਕਰ ਰਿਹਾ, ਈਸਾਈਆਂ ਦੀ ਤਰ੍ਹਾਂ ਕਰ ਰਿਹਾ, ਮੁਸਲਮਾਨਾਂ ਦੀ ਤਰ੍ਹਾਂ ਕਰ ਰਿਹਾ, ਅਹਿਮੀਆਂ ਦੀ ਤਰ੍ਹਾਂ, ਜਿਸ ਤਰ੍ਹਾਂ ਮਰਜ਼ੀ ਕਰਦਾ ਰਹੇ, ਗੱਲ ਹੀ ਇਹ ਕਰੇ। ਇਹ ਤਾਂ ਦੇਖੋ ਨਾ, ਮੇਰੇ ਪਿਆਰੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਨਾ ਜੀ ਕਿ ਮੇਰੀ ਉਮਤ ਯਹੂਦ ਦੇ ਇਸ ਤਰ੍ਹਾਂ ਮੁਤਸ਼ਾਬਿਹ ਜਾਏਗੀ ਜਿਵੇਂ ਕਿ ਜੁੱਤੀ ਦੂਸਰੀ ਜੁੱਤੀ ਦੇ ਮੁਤਾਬਕ ਮੁਤਸ਼ਾਬਿਹ ਹੁੰਦੀ ਹੈ। ਇਹ ਤਾਂ ਫਰਮਾਇਆ ਸੀ ਨਾ। ਹੁਣ ਅਸੀਂ ਤਾਂ ਰਸੂਲੇ ਪਾਸ ਸੰਦ ਦੀ ਗੱਲ ਮੰਨਣੀ ਹੈ ਨਾ, ਅਸੀਂ ਕਿਸੇ ਹੋਰ ਦੀ ਥੋੜੀ ਮੰਨਣੀ ਹੈ। ਇਹ ਗੱਲ ਸੀ ਉਹਦਾ ਇਹ ਫਰਮਾਨ ਦਾ, ਜਿਸ ਵੇਲੇ ਇਹ ਗੱਲ ਕਰਦੇ ਹੋ ਤੁਸੀਂ ਔਰ ਉਹਦਾ ਇਤਲਾਕ ਕਰਦੇ ਹੋ, ਜੀ ਜੀ ਇਸ ਤਰ੍ਹਾਂ ਅੱਲਾਹ ਤਾਲਾ ਨੇ ਮੁਨਾਫਿਕ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਕੁਰਾਨ ਕਰੀਮ ਵਿੱਚ। ਬਿਲਕੁਲ ਦੱਸੀਆਂ ਨੇ, ਉਹ ਕਾਫਰਾਂ ਦੀਆਂ ਵੀ ਦੱਸੀਆਂ ਨੇ। ਬਿਲਕੁਲ ਦੱਸੀਆਂ ਨੇ। ਤੇ ਹੁਣ ਅਸੀਂ ਉਹ ਕਿਸੇ ਆਦਮੀ ਨੂੰ ਮੁਨਾਫਿਕ ਕਹਿਣਾ ਸ਼ੁਰੂ ਕਰ ਦਈਏ? ਅਗਰ ਉਹ ਨਿਸ਼ਾਨੀਆਂ ਚ ਪਾਈ ਜਾਂਦੀ ਤਾਂ ਕਿਉਂ ਨਹੀਂ ਤੁਸੀਂ ਕਹਿ ਸਕਦੇ? ਨਹੀਂ ਕਹਿ ਸਕਦੇ। ਇਹੋ ਹੀ ਅਰਜ਼ ਕਰਨ ਲੱਗਾ। ਹਾਂਜੀ ਇਹ ਜਿਹੜੀ ਗੱਲ ਹੈ, ਜਿਹੜਾ ਆਦਮੀ ਕਹਿਣ ਵਾਲਾ ਹੈ ਉਹ ਆਪਣਾ ਮੂੰਹ ਸ਼ੀਸ਼ੇ 'ਚ ਦੇਖੇ ਕੋਈ ਨਾ, ਤੇ ਸਿੱਧਾ ਹੀ ਜਣੇ ਖੜੇ ਨੂੰ ਤੂੰ ਵੀ ਮੁਨਾਫਿਕ, ਤੂੰ ਵੀ ਮੁਨਾਫਿਕ, ਲੋਕਾਂ ਨੂੰ ਮੁਨਾਫਿਕ ਕਹਿੰਦਾ ਫਿਰੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਤਨੇ ਆਦਮੀਆਂ ਨੂੰ ਮੁਨਾਫਿਕ ਕਿਹਾ? ਹਸੈਨ ਸਾਹਿਬ ਤੁਹਾਡੀ ਗੱਲ ਇੱਥੇ ਮੈਂ ਬਿਲਕੁਲ ਤੁਹਾਡੇ ਨਾਲ ਇਤਫਾਕ ਕਰਨਾ ਵਾ। ਜਿਹੜਾ ਬੰਦਾ ਆਪਣੇ ਗਿਰਬਾਨ ਚ ਨਹੀਂ ਝੰਗਦਾ ਔਰ ਕਿਸੇ ਨੂੰ ਮੁਨਾਫਿਕ ਕਹਿੰਦਾ ਨਾ, ਜਾਂ ਤੇ ਅਗਰ ਉਹ ਚ ਵੀ ਉਹੀ ਆਦਤਾਂ ਪਾਈ ਜਾਂਦੀਆਂ ਤੇ ਫਿਰ ਉਹ ਸਭ ਨਾਲ ਵੱਡਾ ਖੁਦ ਮੁਨਾਫਿਕ ਹੈ। ਮੈਂ ਇਸ ਨਾਲ ਤੁਹਾਨੂੰ ਬਿਲਕੁਲ ਐਗਰੀ ਹਾਂ। ਮੈਂ ਅਰਜ਼ ਕਰ ਰਿਹਾ ਕਿ ਜਿਤਨੇ ਇਤਲਾਕ ਹੁੰਦੇ ਨੇ ਨਾ ਕਿਸੇ ਗੱਲ ਦੇ, ਕਿ ਅੱਲਾਹ ਰਸੂਲਾਂ ਨੇ ਅਗਰ ਫਰਮਾਇਆ ਮਿਸਲੇ ਯਹੂਦ ਹੋ ਜਾਣਗੇ ਜਾਂ ਮਿਸਲੇ ਨਸਾਰਾ ਹੋ ਜਾਣਗੇ, ਬਿਲਕੁਲ ਬਿਲਕੁਲ ਹਾਂਜੀ। ਜਿਹੜੇ ਤੇ ਮੈਂ ਤੇ ਜਿਹੜੀ ਨਿਸ਼ਾਨੀ ਹੈ, ਇੱਕ ਗਰੁੱਪ ਹੈ, ਅਗਰ ਉਹਨਾਂ ਨੂੰ ਤੁਸੀਂ ਯਹੂਦ ਕਹੋਗੇ ਤੇ ਦੂਸਰੇ ਗਰੁੱਪ ਨੂੰ ਤੁਹਾਨੂੰ ਨਸਾਰਾ ਕਹਿਣਾ ਪਏਗਾ। ਠੀਕ ਹੈ, ਇੱਕ ਮਗਜ਼ੂਬ ਨੇ, ਇੱਕ ਜ਼ਵਾਲ ਨੇ। ਠੀਕ ਹੈ। ਜ਼ਵਾਲ ਕੌਣ ਨੇ? ਮੈਂ ਸਿਰਫ ਇਤਨੀ ਸੀ ਅਰਜ਼ ਕਰਾਂਗਾ ਕਿ ਗੱਲ ਇਹ ਕਿ ਮੈਂ ਕਿਸੇ ਦਾ ਨਾਮ ਨਹੀਂ ਲਿਆਗਾ ਯਹੂਦੀ, ਮੈਂ ਕਿ ਉਹ ਸਿਫਤ ਬਿਆਨ ਕੀਤੀ ਹੈ ਤੁਸੀਂ ਜਿਹਦਾ ਜ਼ਿਕਰ ਕਰ ਰਹੇ ਹੋ ਉਹਦੇ ਸੁਣੋ ਨਾ। ਹੁਣ ਮੋਹਤਰਮ ਸੁਣ, ਮੇਰੀ ਤੁਸੀਂ ਪੂਰੀ ਗੱਲ ਕੀਤੀ, ਮੈਨੂੰ ਸੁਣਨਾ ਨਾ। ਜਿਹਦਾ ਕੁਰਾਨ ਮਜੀਦ ਦੇ ਵਿੱਚ ਜ਼ਿਕਰ ਹੈ, ਠੀਕ ਹੈ ਨਾ, ਮੈਂ ਤਾਂ ਉਸ ਸਿਫਤ ਦਾ ਬਿਆਨ ਕੀਤਾ ਹੈ ਕਿ ਯਹੂਦੀ ਕੀ ਕੰਮ ਕਰਦੇ ਨੇ। ਕੁਰਾਨ ਕਰੀਮ ਵਿੱਚ ਕੀ ਜ਼ਿਕਰ ਹੈ, ਕੀ ਸਿਫਤ ਹੈ? ਅੱਧੀ ਗੱਲ ਬਿਆਨ ਕਰਦੇ ਨੇ ਔਰ ਉਹ ਗੱਲ ਦੂਸਰੀ ਗੱਲ, ਅੱਧੀ ਗੱਲ ਛੁਪਾ ਕਿੱਥੇ ਦਿੰਦੇ ਹੈ ਕਿ ਅੱਧੀ ਗੱਲ ਬਿਆਨ ਕਰਦੇ ਨੇ? ਕਿਹੜੀ ਗੱਲ ਹੈ? ਕਿਤੇ ਕੁਰਾਨ ਵਿੱਚ ਨਹੀਂ ਲਿਖਿਆ ਹੈਗਾ। ਦੱਸੋ ਕਿੱਥੇ ਲਿਖਿਆ? ਚਲੋ ਉਹ ਲੱਭ ਲੈਣੇ ਆਇਤ, ਮੈਨੂੰ ਦਿਓ ਅੱਧਾ ਘੰਟਾ, ਮੈਂ ਵਾਪਸ ਆਣਾ, ਮੈਂ ਤੁਹਾਨੂੰ ਆਇਤ ਪੇਸ਼ ਕਰ ਦੂੰ। ਠੀਕ ਹੈ ਠੀਕ ਹੈ ਨਾ, ਜਾਂ ਮੈਨੂੰ 5 ਮਿੰਟ ਜੋ ਮੈਨੂੰ ਨਾ ਇੱਕ ਕੰਮ ਹੈ ਮੈਂ ਕਰਕੇ ਮੈਂ ਠੀਕ ਹੈ, ਠੀਕ, ਬੜੇ ਆਰਾਮ ਨਾਲ ਜ਼ਰੂਰ ਤੁਸੀਂ ਆਓ ਤੇ ਦੱਸੋ ਤੇ ਚੰਗਾ ਸਮੂਹ ਇਹ ਗੱਲਾਂ ਸਮਝ ਆਉਂਦੀਆਂ ਨੇ। ਇਹ ਦੇਖੋ देना चाहूँगा जी जी जरूर। कश्मीरी साहब, मुफ्ती मुनीबुर रहमान जो है ना, रुएत हिलाल कमेटी के चेयरमैन है और बहुत बड़े मुफ्ती है। मिर्ज़ा मोहम्मद अली इंजीनियर साहब ने एक दफ़ा फरमाया कि ये जो रुएत हिलाल कमेटी वाले हैं ना, ये दावतें खाने के लिए बैठे होते हैं। कुछ इस तरह की स्टेटमेंट दी उन्होंने, मौलवियों के चाह पानी लगी हुई है, ये इस तरह की बात की। बाद में मिर्ज़ा मोहम्मद अली इंजीनियर ने उनसे बात करने की कोशिश की तो मुफ्ती मुनीबुर रहमान साहब ने सिर्फ एक ही बात कही कि हम सड़क छाप लोगों से बात नहीं करते। उन्होंने कहा जी ये सड़क छाप बंदा नहीं है, इसके 63 लाख तो इनकम है सिर्फ यूट्यूब से एक महीने की, और इसके मिलियंस में जाते हैं व्यूज़। उन्होंने कहा जी कि
उससे हमारा कोई ताल्लुक नहीं। मैं सड़क छाप बंदों से बात नहीं करता। बात ये है कि मुफ्ती मुनीबुर रहमान का एक लेवल है। मिर्ज़ा मोहम्मद अली इंजीनियर बेशक बहुत ज़्यादा नौजवानों में मकबूल है, लेकिन अगर वो वाकई हुसैनी साहब वाली बात आखिर में आ जाती है कि नहीं बात करना चाहता तो नहीं बात करना चाहता। जी हाँ जी, मोहम्मद अहमद साहब अस्सलाम वालेकुम। वालेकुम अस्सलाम। क्या हाल है, तबीयत कैसी है? आपका ठीक है? जी जी, वो जो हदीस है मिराज वाली, अगर आपके पास वक़्त हो तो वो आपने क्या बयान फरमाई सारी बात, वो हम जी, सुने। बुखारी के अंदर जो है वो बुखारी शरीफ में है जिसमें बुखारी तुम यकजती, फिर आपकी जाग खुल गई। वो जो मेराज की बात है, हाँ जी, हाँ। फिर वो बेदार हुए, यानी हाँ जी हाँ जी हाँ जी, फिर बेदार हो गए। ये बुखारी में अंकल के हाँ। फिर वो इसका हाँ जी, मतलब है बेदार अपने घर हुए, से फिर कहीं हालत मिराज की जाती है। बाहर गए नहीं, बल्कि सारे नज़ारे आपके पास लाए गए, ये मुराद है। एग्जैक्टली हाँ जी, बिल्कुल दो- बिल्कुल। दो सूरतें, एक है कि नज़ारे मैं वो कराने के आपको लिए, नंबर बता दूं या वो हदीस पढ़नी है? अगर पढ़ साहब वो है बुखारी की 75-17 है हुसैनी साहब, जी, वो हदीस है बुखारी की है 75-17 अच्छा 75117 और उसमें जो स्टार्ट है वो नींद से है और जो उसका आखिर है वो जागने से है। At the light, make a U-turn. शुरुआत में अंकल वो हजरत जिब्राइल आके वो सीना चाक करते हैं, दिल से अच्छा। निकालते हैं बाहर और धोते हैं, पहले धो के दोबारा से ये बात नबी करीम सल्लल्लाहु अलैहि वसल्लम का सीना तो पहले ही साफ था, अब तो एक पाक वजूद थे, उसके लिए कोई सफाई करने और बुरे लफ्ज़ कहने का तो बिल्कुल बिल्कुल। सवाल ही हुसैन साहब, एक पैदा माजरत के साथ वो सबूत में पेश ये बात तो दुरुस्त है अंकल, मगर वो जो अहादीस के इससे पता चलता है कि ये वाकया 2 दफ़ा हुआ है, दिल को साफ करने वाला, पाक करने वाला। चलो वो करते हैं। अब ये अल्लामा साहब लाएं कुछ ये सबूत जी जी सारे म्यूट करें सारे, तो मैं आपको सबूत एक पेश करता हूँ। जी जी ये राजा साहब क्यों गए सुनिए। ओके, सानी साहब तुसी म्यूट करो। अच्छा जी, वो हमें असेंबली की कार्रवाई में यार मलक साहब को बात करने दे, वो कह रहे हैं। मलक साहब जी बोले, वो मेरी गल्ला पुठी होइयां लेकिन भी करनी है। मैं अर्ज करना, अगर किसी को शक है कि वो सच बोल रहे हैं कि असेंबली की कार्रवाई जो वो बयान कर रहे हैं इसी तरह, तो घोड़ा भी हाजिर, मैदान भी हाजिर, लगा लो मैदान जहाँ पर लगाना चाहते हो। अपने उलमाओं को ले आओ जो समझते हैं आपके आलिम है, वो आके कुरान हदीस से साबित कर दें कि ये अमल जायज है और हक है अल्लाह ताला की तरफ से और अल्लाह के नबी के फरमान के मुताबिक है। हम तो कहते हैं ये कुरान और मोहम्मद सल्लल्लाहु अलैहि वसल्लम यानी नबियों की तालीम के खिलाफ है। अगर फिर भी आप समझते हो तो आ जाओ, मैदान लगा लो भाई, जहाँ पर आपका दिल है, जहाँ पर आप चाहते हो। हमारे किसी भी आलम से बात कर सकते हो इस टॉपिक पर, और ये साबित कर दो तो हम अपने आप को गैर मुस्लिम मान लेंगे। लो जी, सुना है जी आपने, हमारे किसी भी आलम से इस टॉपिक पर आके बात कर लो, हम अपने आप को गैर मुस्लिम साबित कर देंगे अगर आपने साबित कर दिया। सुन लिया आपने सबने। ये बात सुनकर गए थे राजा साहब और उन्होंने कहा था कि जब किसी भी आलम से बात करनी है तो आपके अंसर रजा से आमर बात करना चाहता है, बुलाएं उनको, अंसर रजा साहब को। और बरात भी तल्लत मलक की या हुसैनी साहब की, ये भी नहीं है कि कोई हम ये कह रहे हैं कि अंसर रजा साहब को हमारे घर लेके आओ, हम अपने बरात पे बिठा के उनके साथ बात करेंगे। तल्लत मलक की बरात कहा कि उनकी बरात पे बुला लो उनको, अंसर रजा को, या हुसैनी साहब की बरात पे बुला लो। इन्होंने जवाब दिया कि नहीं, अंसर रजा नहीं बात करेगा, वो फलाना बात करेगा जी। लेकिन जो इन्होंने कहा था सबूत मैंने पेश कर दिया। हुसैनी साहब 5 मिनट के बाद आता हूँ इंशाल्लाह। ठीक हो गया, जज़ाकल्लाह।
جی हाँ जी अंकल। ہے جی अच्छा अंकल वो हदीस मैंने खोली है, वो शुरू पता है यार, वो शुरू में बड़ा ज़बरदस्त एक वो बात है। वो कहते हैं कि उन्होंने वो वाक़या बयान किया जिस रात रसूलुल्लाह सल्लल्लाहु अलैहि वसल्लम को मस्जिद काबा से मिराज के लिए ले जाया गया कि वही आने से पहले आपके पास फरिश्ते आए। हजूर सल्लल्लाहु अलैहि वसल्लम मस्जिद हराम में सोए हुए थे। हजूर सोए थे। अब ये जितनी बात आप कह रहे हैं ये कोई बंदा बयान कर रहा है, पता नहीं कौन। हाँ जी हाँ जी रसूलुल्लाह नहीं बयान कर रहे, जिनको बयान करना चाहिए हाँ कि बिल्कुल रसूलुल्लाह ये फरमा रहे हो कि मेरे साथ ये बात है, ऐसे वाक़या हुआ। हाँ जी आगे जी 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 बिल्कुल। और फिर आखिर पे मतलब काफ़ी लंबी हदीस है, अगर कहेंगे तो मैं पढ़ भी दूंगा। हाँ नहीं तो दरमियान से ये जो वाक़यात हैं वो बता दें। हाँ तो इख्तिताम जो उस हदीस का हो रहा है कि फिर जब आप बेदार हुए, नहीं, उन्होंने कहा कि फिर अल्लाह का नाम लेकर उतर जाओ। फिर जब आप बेदार हुए तो मस्जिद हराम में थे। इसके बाद हजूर सल्लल्लाहु अलैहि वसल्लम मस्जिद हराम में ही थे कि जाग उठे। जाग उठने से ये मुराद है कि वो हालत मिराज की जाती रही और आप ये जरा सा रुकें। जी जी जाग उठने का लफ्ज़ जो है ना ये बहुत मुश्किल है, इसके लिए हमें दुनिया भर की डिक्शनरियाँ मंगवानी पड़ेंगी। बिल्कुल ये बंदा बड़ा लायक है, उसको पता है कि जाग उठना कोई लफ्ज़ जो है ये इतना मुश्किल है। इसके लिए ईरान की डिक्शनरियाँ आएंगी, मुल्तान की आएंगी और सारी दुनिया की छान पड़ताल करेंगे, फिर पता चलेगा कि जाग उठने की क्या बात है। मगर सानी साहब इसमें एक इम्पोर्टेंट चीज अगर और आपको क्या लगता है कि सिर्फ हमारे ट्रुथ सीकर भाई तशरीह करते हैं, तर्जुमा करते हैं, और लोग भी हैं वो समझाते हैं साहब जी जी इसका क्या सानी साहब इसमें ना एक इम्पोर्टेंट चीज और भी है। हाँ जी वो ये है कि जहाँ से हदीस शुरू, जहाँ से उन्होंने पढ़ा है उसने बता दिया कि पहले दिन ये हुआ था, हाँ यहाँ तक कि वो दूसरी रात आए अच्छा जबकि आपका दिल देख रहा था और आपकी आंखें सो रही थी, लेकिन दिल नहीं सो रहा था। अंबिया का यही हाल होता है, इनकी आंखें सोती हैं लेकिन इनके दिल नहीं सोते। तो ये भी इम्पोर्टेंट चीज है कि बेसिकली वो जो दिल ने देखा था ये जो बंदा रनिंग कमेंट्री कर रहा है ये कौन है? ये तो नहीं है। मैं बता देता हूँ मैं बताता हूँ अंकल। ये लिखा हुआ है जी, हमसे अब्दुल अजीज बिन अब्दुल्ला अवैसी ने बयान किया, उन्होंने कहा मुझसे सलमान बिन बिलाल ने बयान किया, इनसे शरीक बिन अब्दुल्ला बिन अबी ने बयान किया, उन्होंने बयान किया कि मैंने अनस बिन मालिक रज़ी अल्लाह ताला अन्हो से सुना, उन्होंने वो वाक़या बयान किया जिस रात रसूल सल्लल्लाहु अलैहि वसल्लम को मस्जिद काबा से मिराज के ले जाया गया। तो ये जो बयान करने वाले हैं आखिर में जहाँ पे जाके ये चेन टूटती है, वो टूटती है अनस बिन मालिक रज़ी अल्लाह ताला अन्हु। अनस बिन मालिक जो हैं वो ये नहीं कहते कि रसूलुल्लाह ने फरमाया कि ये हुआ ये हुआ ये हुआ। अनस बिन मालिक खुद अपना तजर्बा बता रहे हैं कि ये हुआ था ये हुआ था। ये बड़ी यहाँ पे बयान करने का जो अंदाज है वो थोड़ा सा मुख्तलिफ सा है। मगर इसको किसी ने भी ज़ईफ़ नहीं लिखा और सारे जितने भी जो मर्जी लिखते रहे बात तो करने देना, ठीक है आप बात कर ले बीच में, तो बात तो कर लेंगे। आपको बात करने से किसने यार वो रोका है? बात करते बीच में जो लुकमा आता है ना वहाँ बात टूट जाती है जी करें बात, जब भाई आप करें बात, जहाँ पे लुकमा आता है ना वहाँ बात टूट जाती है। बाबा जानी एक लुकमा और ले लें। आपने अभी क्यों कहा देना कि है आपने, अंबिया की उनको आंखें बात सो करने जाती देना। हैं, दिल नहीं सोते। तो ये बताएं कि दुनिया में कौन सा इंसान है जिसका दिल सोता है? जी मेरे मुझे लगता है आपका और मेरा, मैं ये तो मैंने देखे, ये तो मैंने बुखारी की एक हदीस है। वाटर भाई जी दिल तो हमेशा धड़कता रहता है, दिल तो कभी भी नहीं सोता। वाटर भाई आपका सवाल मुनासिब है, मगर बात ये है कि या तो ये मेरे अल्फाज हो ना फिर आप मुझसे सवाल करें। मैं तो बिल्कुल बैन ही वही पढ़ रहा हूँ जो बुखारी ने नोट किया। आपने हजूर का खुतबा सुना था ये पिछले जुम्मे से पिछले वाला? पिछले वाला बता दें मुझे। उसमें हजूर ने बताया कि एक जंग के अंदर एक खातून ने ख्वाहिश ज़ाहिर की दूसरी तरफ से, किसी कबीले की खातून ने, कि मैंने नबी पाक से मिलना है। ठीक है, मेरे बयान करने में थोड़ा सा फ़र्क हो सकता है। तो नबी पाक के सामने एक वो खातून आई तो नबी पाक ने उनको नहीं पहचाना,
उन्होंने पूछा जी आप कौन है, तो उन्होंने फरमाया जी कि मैं हज़रत हलीमा की बेटी हूँ, हलीमा सादिया की बेटी हूँ। उन्होंने अपना नाम भी बताया। हजूर को नहीं याद आया तो उन्होंने बताया कि मैं वही बेटी हूँ जिसको आपने बचपन में दांत काट लिया था। तो फिर दूसरी दफा जब उन्होंने बताया तो हजूर को याद आ गया और हजूर ने बड़ी खुशी का इजहार किया। उन्होंने कहा हाँ हाँ अब मुझे याद आ गया आप कौन है। ठीक है, तो बात ये कि ये इतनी बातें सुनाते हैं कि मतलब कि पता नहीं क्या क्या इन्होंने गप्पें घड़ ली हुई हैं हजरत हलीमा और उनके खानदान के बारे में और बचपन के बारे में और ये वो, और उनको वो बच्ची तो याद नहीं जो उनको बचपन में खिलाती थी। उस लड़की ने खुद आगे कहा कि मैं आपको बचपन में खिलाती थी और आपने मुझे दंदी काट ली थी। तो सारी हदीसें स्टोरियां इनकी ना बस कहानियां बना बैठ जाते थे। मेरा कहना समझ नहीं आई मुद्दा क्या है। एक इंसान अपनी जिंदगी में बड़ी चीजें याद भी रखता है, भूल जाता है कुछ गैर मोहम्मद भाई मुझसे आपका इख्तलाफ क्या है इस बात में जो मैंने ये पढ़ी है? कोई इख्तलाफ है आपका मुझसे? आपसे मेरा यही इख्तलाफ है कि ये मुझे इनकी ये जो सारी बातें हैं ना, अब मेरा ईमान ही उठता जा रहा है हदीसों से। और ठीक है उठता जा रहा हूँ, मगर मैंने तो अपनी तरफ से कोई बात नहीं पढ़ी, मैंने कोई बात नहीं पढ़ी है। मेरी बात सुन रहे बात यह है कि कल ये बहस हो रही थी और माशाल्लाह अलामा साहब आए थे और अलामा साहब ने उसके बाद 15-20 मिनट उन्होंने बात की और किसी को बोलने नहीं दिया और हुसैनी साहब ने बिल्कुल इंटरप्ट नहीं किया, वो अपनी जो भी तशरीहात करते रहे। अब हम इसको जो बुखारी ने एक चीज़ नकल की है, बुखारी ने एक चीज़ नोट की है, ठीक है, और उसको जब हम पढ़ने बैठे हैं। कौन से अलामा साहब आए थे जिन्होंने इस मौजू पे बात की कल? वो क्या नाम है उनका, वो यार वो कश्मीरी साहब को पता है, रात को बैठे हुए थे यहाँ पे जब वो खुद सिकर भाई उनसे बात कर रहे थे। सैयद ज़फ़रुल्लाह शाह साहब? सैयद ज़फ़रुल्लाह शाह साहब। अच्छा, मैंने तो उसकी बात नहीं सुनी, मैं तो म्यूट करके चला गया था किसी काम में। हाँ जी, उससे पहले यही बात हो रही थी। वो जो पूरा ग्रुप आया हुआ था, वो राजा और शुएब राजा और वो जो दूसरे थे, इसी बात पे बात हो रही थी। और जो कश्मीरी भाई ने भी इस पे सवालात उठाए और अली जो भाई थे उन्होंने भी अली वाला ने उन्होंने भी सवालात उठाए। मगर जब वो अलामा साहब आ गए, जब वो ज़फ़रुल्लाह शाह साहब है, तो फिर उन्होंने बजाय सवालात लेने के उन्होंने एक अच्छी खासी तकरीर शुरू कर दी। वो सब चीज़ें सुनी, वो कैसी नई बात नहीं थी, मगर हम ये बात कर रहे हैं कि उसमें सारा ये था कि नबी सल्लल्लाहु अलैहि वसल्लम का मिराज जिस्मानी था, मगर उस सारे जिस्मानी मिराज के पीछे ये हदीस जो है वो कहा फरमाया है कि नबी के सल्लल्लाहु अलैहि वसल्लम का मिराज हुआ था। ये हदीस उसके पीछे है। अब हदीस तो हमें डिफरेंट बता रही है। अब समझ नहीं आती कि वो मतलब क्या इसमें है कि वो क्या निकालना क्या चाहते हैं, कि जिस्मानी से क्यों निकालना चाहते हैं। हालांकि हर बंदा यही बात, अली वाला साहब भी बात कर रहे थे, कश्मीरी साहब भी यही बात कहते हैं कि यहाँ पे तो सोने का जिक्र है और उठने का जिक्र है। तो सारे मिराज के वाक़े के पीछे ये हदीस है, कुरान की आयत भी है, मगर ये हदीस बेसिकली ये हदीस है जिससे ज़्यादा वाज़े नज़र आता है कि क्या क्या चीज़ हुई है। अब आपकी बात, हुसैनी साहब की बात भी ठीक है कि इसमें कहीं पे ये नहीं लिखा हुआ कि नबी के सल्लल्लाहु अलैहि वसल्लम ने ये फरमाया है, ये किसी सहाबी ने वो वाक़या बयान किया है, तो उन्होंने, अब हमें नहीं पता, ये हमारा उसने ज़न हो सकता है कि उन्होंने ये नबी के सल्लल्लाहु अलैहि वसल्लम से सुना है या क्या है। और अब आप ये भी तो देखें ना कि वो हज़रत जिब्राइल आए और सीना चाक किया और जनाब उसमें से गलत वाला हिस्सा निकाल दिया और सही वाला हिस्सा रह गया। तो ये भी साबित है, ये कहनी नहीं चाहिए। नबी करीम सल्लल्लाहु अलैहि वसल्लम का सारा जिस्म मुबारक पाक है। ये गलत वाला क्या हिस्सा था जो निकाला था? ये लगता है ये हमारे पास तो रिवायात मौजूद है। नहीं, ये गलत वाला हिस्सा क्या निकाला था हजरत? एक दफा जब हजूर बचपन में थे, हजरत अम्मा हलीमा के घर में थे, उस वक्त ये वाकया हुआ और दूसरे बच्चों ने भी देखा पास बैठे और वो भाग गए वो ये नजारा देख के। तो फिर बच्चे तो फिर बच्चों ने बड़े होके अंकल एक बम्बास्टिक भाई, एक सेकंड है। अब आपको तो अंकल इतना सा सुन के लग रहा है ना, तब कहा अपने साथ में जो लिखा है वो पढ़ भी नहीं होता। अच्छा, जो वहाँ पे लिखा है कि क्या किस वजह से धोया था, वो इससे पढ़ भी नहीं होते। तो ये किस वजह से लिखा था, बता दो किस वजह से?
मैं वो एग्जैक्ट ही मैं पढ़ूंगा, इसलिए नहीं ठीक है कि मैं खोजा किताब मेरे फोन में ही है, मैं खोल के पढ़ के बताता हूँ आपको। मुझे किसी जगह रुकने दो, मैं ड्राइव कर रहा हूँ। अच्छा ना 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 अपनी छातमियत हो जाएगी, लामा साहब बैठे नो कहेंगे फैला दो ये मैं ऑडियो थोड़ी कर रहा हूँ, तो तब पंजाब के हो बेशक हो, फिर भी नहीं ना पढ़ते और नहीं ना पढ़ना चाहिए। हजूर के ऊपर तुम लोग अटैक करते हो ना, बहुत हमलावर नहीं हो ना हजूर के ऊपर, मर्जियत को बचाने के लिए हजूर पे हमलावर हो जाते हो। बहुत सारी बातें हैं हमारे लिटरेचर में भी और आपके लिटरेचर नहीं, में आपका भी। लिटरेचर तो बहुत ही प्यारा, खूबसूरत और लवली है। ਉਹਨਾਂ ਦੀ ਗੱਲ ਤਾਂ ਸੁਣ ਲਓ ਕੀ ਹੈ ਉਹਨਾਂ ਦੀ ਗੱਲ ਕੀ ਸੁਣਿਆ ਹੈ ਕਿ ਹਮਾਰਾ ਲਿਟਰੇਚਰ इन पर इन्होंने अपना लिटरेचर तो कभी ਨਹੀਂ ਉਹਨਾਂ ਦੀ ਗੱਲ ਨਾਲ ਓਵਰਲੈਪ ਕਰਕੇ ਤੁਸੀਂ ਆਪਣੀ ਸੁਣਾਓ। ठीक है चलो। हाँ, मैं ये कहना चाहता हूँ कि ये कहना चाहते हैं कि बहुत सारी आपके लिटरेचर और हमारे लिटरेचर, लेकिन तो डिस्कस तो साढ़ा ही लिटरेचर होता ना जी सिर्फ। ये किस दिन इधर आए हैं कि हुसैनी साहब ये लिखा हुआ है तबरी में, तो इसको जरा डिस्कस करते हैं। कोई दसेगा कोई आसान उर्दू का मतलब की है? नहीं, डिस्कस के लिए मिर्जा साहब ने लिखा है जी अपना हकीकतुल वही चैनल डिस्कस करो 6 दिन 12 दिन। ये 3 लाख सी 3 लाख किस तरह काउंट करना है? मिर्जा बशीरुद्दीन महमूद ये कहते हैं, ये कहते हैं, कंट्रोवर्सी है, जरा डिस्कस करो तो उछालो। लेकिन कभी हुआ कि ये बातें डिस्कस हुई हों? नहीं करते। तो क्या होना चाहिए फिर? वो भी डिस्कस होनी चाहिए। जो एथेंटिसिटी है ना मिर्जा साहब के खिलाफ की, हाँ, वो बाकी लिटरेचर की नहीं है। वो क्यों नहीं है? वो इस वजह से नहीं है हाँ कि मिर्जा साहब का लिटरेचर अभी 100 साल भी नहीं हुआ। हाँ मिर्जा साहब ने जो किताबें लिखी हैं हाँ, उसके पहले नुस्खे भी मौजूद हैं, दूसरे भी मौजूद हैं। तो जो सियासता है, रसूल अल्लाह ने कहा मैं 2 चीज़ें छोड़ के जा रहा हूँ, कुरान और सुन्नत। और सुन्नत आपको सियासता से मिलती है? नहीं नहीं बिल्कुल नहीं। तो और कितों मिलती है फिर? इस तरह ना करें मतलब ना मैं फिर हूँ किस तरह करा मैं दस ना 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 इस तरह मतलब सारा याद है तफसीर कबीर रसूलुल्लाह ने फरमाया मैं तुम्हारे पास 2 चीजें छोड़ के जा रहा हूँ। वो केड़ी केड़ी? 2 रवायतें हैं, एक ये है कुरान और अहले बैत। अच्छा, और एक रवायत ये है कुरान और सुन्नत। तो रसूल अल्लाह को पता था जो मेरे अहले बैत हैं ये अपना सारी जिंदगी जूंदे रहन के जी, आ गल ठीक हो गई जी। अहले बैत केड़े केड़े छड़ के गए ने? मंजरा दहाना उन्हां दी शक्लां। हाँ जी वो भी पता लग जाएगा। मन दहा दो फिर आजकल कितने अहले बैत हो? ये तो नहीं उन्हें फरमाया कि अहले बैत जेड़े ने वो जदों बंबास्टर साहब आवन ते उदों होणगे ते उन्हां नूं दिखाणे ने। ये तो चलो ना दस दियो, ये तो नहीं फरमाया ना दस। ऐसे ऐसे मुतालबे ऐसी ऐसी तो ਤੁਸੀਂ ਵੀ ਤੇ ਐਸੀ ਐਸੀ ਗੱਲਾਂ ਕਰਦੇ ਹੋ ਜਿਹੜੀਆਂ ਨਾ ਹੋਣੀਆਂ ਨੇ। ਉਹ ਕਿਹੜੀ ਦੱਸੋ ਮੈਂ ਉਹਨੂੰ ਠੀਕ ਕਰ ਲਾਂ। ਬਈ ਦੇਖੋ ਨਾ ਕਿ ਮਿਰਜ਼ਾ ਸਾਹਿਬ ਦੀ ਐਸ ਕਰਕੇ ਡਿਸਕਸ ਕਰਨਾ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਨੂੰ ਸਿਰਫ 150 ਸਾਲ ਹੋਏ ਨੇ। ਨਹੀਂ ਇਹ ਨਹੀਂ ਤੇ ਬਾਕੀ ਸਾਰੀਆਂ ਕਿਤਾਬਾਂ ਬਹੁਤ ਪੁਰਾਣੀਆਂ ਨੇ। ਮੈਂ ਨਹੀਂ ਇਹ ਕਿਹਾ, ਮੇਰੀ ਗੱਲ ਨਹੀਂ ਸੁਣੀ ਤੁਸੀਂ। ਅੱਛਾ ਚਲੋ ਦੂਸਰਾ ਮੈਂ ਸੁਣਨਾ। ਮਿਰਜ਼ਾ ਸਾਹਿਬ ਦੀਆਂ ਦੀ ਤਾਰੀਰਾਤ ਦੀ ਸਿਹਤ ਬਹੁਤ ਅੱਛੀ ਹੈ, ਉਹਦਾ ਮੁਕਾਬਲਾ ਦੂਸਰਾ ਲਿਟਰੇਚਰ ਨਹੀਂ ਕਰ ਸਕਦਾ। ਅੱਛਾ ਤੁਸੀਂ ਕਹਿੰਦੇ ਹੋ ਕਿ ਜਿਹੜੀ ਆਪਣਾ ਬੁਖਾਰੀ ਹੈ ਸਹੀ ਜਾਂ ਮੁਸਲਿਮ ਹੈ ਇਹਨਾਂ ਦੀ ਸਿਹਤ ਖਰਾਬ ਹੈ? ਉਹਨਾਂ ਦੀ ਸਿਹਤ ਵੀ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੀ ਤਾਰੀਰਾਤ ਦੀ ਹੈ। ਉਹ ਕੌਣ ਡਿਸਾਈਡ ਕਰੇਗਾ? ਇਹ ਸਾਹਮਣੇ ਨਜ਼ਰ ਆ ਰਿਹਾ ਕਿ ਡਿਸਾਈਡ ਕੀ ਕਰਨਾ ਹੈ। ਨਹੀਂ ਨਜ਼ਰ ਤੇ ਅੱਲਾ ਹੁਣੇ ਕੋਈ ਆ ਜਾਏਗਾ ਉਹ ਕਹੇਗਾ ਕਿ ਅਗਰ ਤੁਸੀਂ ਕੁਰਾਨ ਨੂੰ ਸਮਝਣਾ ਹੈ ਤਾਂ ਬੁਖਾਰੀ ਤੋਂ ਸਮਝੋ। ਨਹੀਂ 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 ਇਸ ਤਰ੍ਹਾਂ ਨਹੀਂ, ਨਹੀਂ ਇਸ ਤਰ੍ਹਾਂ ਨਹੀਂ। ਅੱਛਾ ਕੁਰਾਨ ਤੋਂ ਹੀ ਸਮਝਿਆ ਜਾਏਗਾ। ਗੱਲ ਇਹ ਹੈ ਕਿ ਬੁਖਾਰੀ ਸ਼ਰੀਫ ਹੋਵੇ ਜਾਂ ਸਿਆਸਤਾਂ ਦੀਆਂ ਦੂਸਰੀਆਂ ਕਿਤਾਬਾਂ ਹੋਣ, ਉਹ ਮੁਹੱਦਿਸੀਨ ਨੇ ਲਿਖੀਆਂ ਨੇ ਖਾਸ ਜ਼ਮਾਨੇ 'ਚ ਆ ਕੇ। ਅੱਛਾ ਉਹਨਾਂ ਨੂੰ ਕੋਈ ਵੀ ਇਹ ਨਹੀਂ ਸਮਝਦਾ ਕਿ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਡਿਕਟੇਟ ਕਰਾਈਆਂ ਨੇ ਔਰ ਰਸੂਲullah ਨੇ ਆਪਣੇ ਲਫ਼ਜ਼ ਦਿੱਤੇ ਨੇ। ਇਹ ਤਾਂ ਚਲੋ ਜ਼ਰਾ ਮੈਂ ਇੱਕ ਮੀਟਿੰਗ ਹੀ ਜਾ ਰਿਹਾ, ਖੁਦਾ ਹਾਫਿਜ਼। ਠੀਕ ਹੈ, ਠੀਕ ਹੋ ਗਿਆ। ਜਿਤਨੀ ਕਿ ਦੇਰ ਤੇ ਸ਼ੇਰ ਲਿਆਉਂਦੇ ਨੇ ਮੁਬਾਰਕ ਸਾਹਿਬ ਤੇ ਆਪਣੀ ਗੱਲ ਸੁਣਾ ਕੇ, ਉਹ ਆਪਣਾ ਸ਼ੇਰ ਸੁਣਾ ਕੇ ਤੇ ਦੂਸਰੇ ਦਾ ਸੁਣਿਆ ਬਗੈਰ ਤੁਹਾਡੇ ਨਾਲ ਤਾਂ ਸਾਰਾ ਦਿਨ ਇਹ ਕੰਮ ਹੁੰਦਾ, ਤੁਹਾਡੇ ਨਾਲ ਤੇ ਸ਼ਾਮੀ 2-4 ਘੰਟੇ ਹੁੰਦਾ। ਜਿਹੜਾ ਵੀ ਆਉਂਦਾ ਉਹ ਕਹਿੰਦਾ ਇਹ ਮੇਰੀ ਗੱਲ ਬੜੀ ਜ਼ਰੂਰੀ ਹੈ ਕਰਕੇ ਤੇ ਆਂਦਾ ਲੋ ਮੈਂ ਚੱਲਾਂ ਵਾਂ, ਤੁਸੀਂ ਹੁਣ ਪਿੱਛੋਂ ਜਿਹੜੇ ਨੂੰ ਲੱਗੇ ਰੋ ਕੰਧਾਂ ਨੂੰ ਟੱਕਰਾਂ ਪੈ ਮਾਰੇ।
ਭਾਈ ਮਿਰਜ਼ਾ ਸਾਹਿਬ ਨੇ ਆਪਣੇ ਹੱਥ ਨਾਲ ਤਹਿਰੀਰਾਂ ਜਿਹੜੀਆਂ ਆਪਣੀਆਂ ਲਿਖੀਆਂ ਨੇ, ਫਿਰ ਉਹਨਾਂ ਦਾ ਦਾਅਵਾ ਵੀ ਨਬੂਵਤ ਦਾ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਬਕੌਲ ਇਹਨਾਂ ਦੇ ਕਿ ਉਹ ਨਬੀ ਨੇ, ਉਹ ਨਬੀ ਦੇ ਹੱਥ ਦੀ ਲਿਖੀ ਆਪਣੀ ਤਹਿਰੀਰ ਹੋਵੇ ਤੇ ਹੋਵੇ ਵੀ ਲੇਟੈਸਟ ਵਰਜ਼ਨ, ਯਾਨੀ 100 ਸਾਲ ਪਹਿਲਾਂ ਦਾ, ਤੇ ਉਹ ਜਿਹੜੀ ਅੱਜ ਤੋਂ 1000 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਮੁਸਲਿਮ ਉਮਤ ਦੇ ਵਿੱਚ ਇਖਤਲਾਫਾਤ ਵੀ ਉਹਨਾਂ ਦੇ ਸਮਝਣ ਦੀ ਵਜ੍ਹਾ ਤੋਂ ਪੈਦਾ ਹੋਏ ਨੇ। ਇੱਕ ਕਹਿੰਦਾ ਨਹੀਂ ਇੰਝ, ਦੂਜਾ ਕਹਿੰਦਾ ਨਹੀਂ ਇੰਝ। ਇੱਕ ਬੰਦਾ ਹੁਣ ਪਿਆ ਆਂਦਾ ਹੈ ਕਿ ਤੁਸੀਂ ਮੇਰੇ ਪਿੱਛੇ ਲੱਗਣਾ है, मैं हकम और अदल हाँ, जो मैं फैसला, जो अपने तमाम दीनी तनाज़ात का मुझसे फैसला नहीं कराता, ਉਹਦੀ ਐਸੀ ਦੀ ਤੈਸੀ ਤੇ ਉਹਦੀ ਹੱਥ ਦੀ ਲਿਖੀ ਤਹਿਰੀਰ ਹੋਵੇ, ਡਿਸਕਸ ਤੇ ਉਹਨੂੰ ਕਰਨਾ ਚਾਹੀਦਾ ਹੈ। ਐਗਜ਼ੈਕਟਲੀ ਇਹੋ ਹੀ ਮੈਂ ਕਹਿ ਰਿਹਾ ਵੀ ਇਹ ਕਿਤਾਬਾਂ, ਇਸ ਤਹਿਰੀਰ ਦੇ ਉੱਤੇ ਹਾਲੇ ਤੱਕ ਇਹ ਝਗੜਾ ਕੋਈ ਨਹੀਂ ਹੈ ਕਿ ਪਹਿਲੇ ਐਡੀਸ਼ਨ 'ਚ ਨਹੀਂ ਹੈ ਲਿਖਿਆ ਤੇ ਦੂਸਰੇ ਜੋ ਹੁਣ ਥੋੜਾ ਜਿਹਾ ਇੱਕ ਅੱਧਾ ਫਰਕ ਆਇਆ ਹੈ, ਲੇਕਿਨ ਲੋਕਾਂ ਦੀ ਬੜੀ ਨਜ਼ਰ ਹੈ ਉਹਦੇ ਤੇ। ਲੇਕਿਨ ਮਿਰਜ਼ਾ ਸਾਹਿਬ ਦੀ ਤਾਰੀਰਾਤ ਦੇ ਉੱਤੇ ਉਹਨਾਂ ਨੇ ਇਹਨੂੰ ਮੇਨਟੇਨ ਕੀਤਾ ਕਿ ਅਗਰ ਸਾਹਿਬ ਦੇ ਨਾਲ ਕਿਧਰੇ ਕੋਈ ਲਫ਼ਜ਼ ਲਿਖਿਆ ਗਿਆ ਹੈ ਤਾਂ ਉਹਨੂੰ ਨੀਚੇ ਠੀਕ ਕੀਤਾ, ਲੇਕਿਨ ਅਸਲ ਜਗ੍ਹਾ ਦੇ ਉੱਤੇ ਉਂਝ ਹੀ ਰਹਿਣ ਦਿੱਤਾ ਅਵਲ ਦੇ ਮੁਤਾਬਕ, ਤਾਕਿ ਤਾਰੀਫ ਦਾ ਦਰਵਾਜ਼ਾ ਨਾ ਖੁੱਲ ਜਾਏ। ਤੋ ਅੱਛੀ ਗੱਲ ਹੈ, ਅੱਛੀ ਪ੍ਰੈਕਟਿਸ ਹੈ। ਤੇ ਪਰ ਉਸ ਪ੍ਰੈਕਟਿਸ ਦਾ ਫਾਇਦਾ ਕਿ ਜਦੋਂ ਉਸ ਕਿਤਾਬ ਨੂੰ ਅਨਟੱਚੇਬਲ ਹੋ ਗਈ ਹੈ, ਉਹਨੂੰ ਤੁਸੀਂ ਖੋਲ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਜੇ ਪੜ੍ਹੋ ਤੇ ਕਹਿੰਦੇ ਨੇ ਕਿ ਉਹ ਤੁਸੀਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਕਿਉਂ ਪੜ੍ਹਦੇ ਹੋ। ਦੋਏ ਗੱਲਾਂ ਕਹਿੰਦੇ ਨੇ, ਇੱਕ ਪਾਸੇ ਕਹਿੰਦੇ ਨੇ ਕਿਤਾਬਾਂ ਤੇ ਪਾਬੰਦੀ ਕਿਉਂ, ਹਾਂ, ਤੇ ਕਿਤਾਬਾਂ ਖੋਲ ਦਿਓ ਫਿਰ ਪਤਾ ਲੱਗੇ ਵੀ ਤੁਹਾਡੇ ਬੰਦੇ ਕਿੱਥੇ ਖਲੋਂਦੇ ਨੇ, ਉਹ ਸਾਰੇ ਮੁਸਲਮਾਨ ਅਹਿਮਦੀ ਹੋ ਜਾਣਗੇ। ਤੇ ਦੂਸਰੇ ਪਾਸੇ ਕਹਿੰਦੇ ਨੇ ਜੇ ਕਿਤਾਬ ਦਾ ਨਾਮ ਪੜ੍ਹੋ ਜਾਂ ਕਿਤਾਬ ਪੜ੍ਹੋ ਤੇ ਨਾਰਾਜ਼ ਹੁੰਦੇ ਨੇ ਵੀ ਤੁਸੀਂ ਕਿਉਂ ਪੜ੍ਹਦੇ ਹੋ, ਜਿੰਨਾ ਜਾਏ ਮੰਦਰ ਨਾ ਪਾਏ ਰਫਤ ਸਮਝ ਨਹੀਂ ਆਉਂਦੀ। ਮਤਲਬ ਇਸ ਦੌਰ ਦੀਆਂ ਇਹ ਲੇਟੈਸਟ ਜਿਹੜੀ ਇਨਫੋਰਮੇਸ਼ਨ ਹੈ, ਉਹਦੀ ਬਜਾਏ ਤਬਕਾਤ ਇਬਨ ਸਾਦ ਜਾਂ ਤਬਰੀ ਦੇ ਵਿੱਚ ਉਹ ਤਾਰੀਖ ਦੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਕੋਈ ਰਵਾਇਤ ਹੈ ਔਰ ਉਹਦਾ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਹ ਰਵਾਇਤ ਸਹੀ ਹੈ ਜਾਂ ਗਲਤ ਹੈ। ਮੋਸਟਲੀ ਬੇਸਨਦ ਗੱਲਾਂ ਨੇ ਵਿੱਚ ਲਿਖੀਆਂ, ਤੇ ਉਹ ਬੇਸਨਦ ਗੱਲ ਪੇਸ਼ ਕਰਨ ਨਾਲੋਂ ਇਹ ਜਿਹੜੀ ਹੁਣ ਦੀ ਰੋਸ਼ਨੀ, ਹੁਣ ਦੀ ਨੂਰਾਨੀ ਤਾਲੀਮ, ਇਹਨੂੰ ਕਿਉਂ ਨਾ ਡਿਸਕਸ ਕੀਤਾ ਜਾਏ। ਉਹ ਜਦੋਂ ਕਹਿ ਰਹੇ ਹਾਂ ਕਿ ਤੁਹਾਡੀਆਂ ਇਹ ਕਿਤਾਬਾਂ ਆਪਣੇ ਪੇਸ਼ਕਸ਼ ਦੇ ਇਤਬਾਰ ਨਾਲ ਸਿਹਤ ਨਾਲ ਨੇ, ਬਿਲਕੁਲ ਠੀਕ ਤਾਰੀਰ ਹੈ ਜੋ ਕਿ ਨਹੀਂ ਹੈ, ਅਸੀਂ ਉਹਦੇ 'ਤੇ ਇਤਰਾਜ਼ ਨਹੀਂ ਕਰਦੇ ਕਿ ਤੁਸੀਂ ਬਦਲ ਲਈਆਂ, ਸਿਰਫ ਉਹਦੇ ਮਫਹੂਮ ਦੇ ਉੱਤੇ, ਉਹਦੇ ਕੀ ਬਿਆਨ ਹੋਇਆ ਉਹਦੇ 'ਤੇ ਗੱਲ ਕਰਨਾ, ਤੇ ਉਹਦੇ 'ਤੇ ਫਿਰ ਨਾਰਾਜ਼ ਹੁੰਦੇ ਨੇ। ਉਹਦੇ ਕੀ ਕਤਲ ਵਈ ਦਾ ਤੇ ਉਹ ਮੇਰੇ ਖਿਆਲ FIR ਕਟਵਾਉਣ ਚੱਲੇ ਨੇ, ਮੇਰੇ ਖਿਆਲ ਕਹਿੰਦੇ ਤੁਸੀਂ ਕੀ ਕਤਲ। एक सवाल है छोटा सा। जी जी बिस्मिल्लाह। ये मिर्जा साहब के ऊपर बड़ा इल्ज़ाम लगाया जाता है बार बार गुस्से में आने पे कि वो पैसे लेके भाग गए जी किताबों के। तो जी 50 किताबों का वादा किया और 5 किताबें लिख के ही भाग गए और ये हो गया और उम्मत के पैसे लूट के चले गए वो। अब ये बात बताए कि एक तो बेचारों ने 85 किताबें लिख दी, एक वो कितनी सारी किताबें कितनी अहमदिया लाइब्रेरियों में पड़ी हुई हैं, हज़ारों लोगों ने वहाँ से पढ़ी, फिर MTA का दौर आ गया 1988 से, बेताशा MTA पे वो डिस्कस भी हो गई और खुतबे भी आ गए उन पे, अल-फज़ल जारी रहा, उसमें उनके हिस्से छपते रहे, किसी को कभी ख़रीदने से भी नहीं रोका, चलो ख़रीदना, वो पैसे जो लेके चले गए थे। अब एक वेबसाइट बने हुए हो गए हैं को 25 साल, alislam.org, उस पर फ्री पढ़ी हुई हैं, पढ़ लो यार जितनी मर्जी, तुम 50 ना पढ़ो 85 किताबें पढ़ लो, बाकी सारी चीज़ें भी फ्री पढ़ लो। तो वो जो कुछ पैसे मिर्ज़ा साहब को इनके ख्याल में कोई इनके रिश्तेदारों के ले गए हुए हैं, तो वो कब पूरे होंगे? अब ये पहले तो ये याद रखें कि अब ये बात आपने छेड़ी है, मैंने नहीं छेड़ी है। अगर मैं आपके सवाल का जवाब जो मार रहे थे कि ਤੁਹਾਡਾ ਤੇ पैसे लेके किताबां दे चला गया सी, वो अभी मुझे आप इंसाफ से आप ही बात कर रहे थे। मैंने कहा कि ट्रक ड्राइवर उससे बेहतर है जो किसी के पैसे
मतलब दूसरे तरीके से गबन करता हूँ, उससे ये हलाल की कमाई बेहतर है ना कि मैं मेहनत मजदूरी करता हूँ। अभी 10 घंटे 11 घंटे की ड्राइव करके आया हूँ मैं घर, तो ये बेहतर है। इतनी मैंने बात की। ਨਾਲੇ ਅਮਰ ਭਾਈ ਪੈਸੇ ਲੱਗ ਜਾਂਦੇ ਨੇ, ਜਿਹੜਾ ਉਹ ਕੀਤਾ ਹੁੰਦਾ ਨਾ ਅਮਲ, ਉਹ ਜ਼ਿੰਦਾ ਰਹਿ ਜਾਂਦਾ। ਪੈਸੇ ਤਾਂ ਲੱਗ ਜਾਂਦੇ ਨੇ। आप बदला ले लो ना, आप अल इस्लाम पे जाओ और 20 दफा वेबसाइट फ्री में पढ़ लो। नहीं बात साहब, मसला शहरियात साहब हमारे लिए नहीं है, मसला उनका है जिन्होंने पैसे दिए थे, उनका केस था, उन्हीं का मुकदमा था। हम तो सिर्फ उसको ज़िंदा रखे हुए हैं कि उन्होंने 50 किताबें हासिल करनी थी, उनमें से 300 दलाइल इकट्ठे करने थे और जाकर हिंदुस्तान में ईसाइयों और हिंदुओं का मुंह बंद करना था उन दलाइल से। ये है असल मसला, बाकी तो कोई मसला नहीं है। बाकी बाद में आपने अगर 1000 किताब भी लिखी है तो उस 1000 किताब के बाहर फ्रंट पेज पर उसकी प्राइस लिखी हुई है ना, 2 रुपये है, 3 रुपये है, आजकल तो मेरे ख्याल डॉलरों में। नहीं, वेबसाइट फ्री है, आप सबके पास मोबाइल फोन है। आमिर साहब वैसे इसको पता है क्या कहते हैं? मुदई सुस्त गवाह चुस्त। जिन्होंने पैसे दिए उनको तो कोई परवाह नहीं है, आप बड़े चुस्त हैं माशाल्लाह। उन्होंने गालियां दी थी, परवाह उनको इतनी थी, खुद मिर्जा साहब कहते हैं कि इन्होंने मुझे गालियां दी। सुस्त तो नहीं थे बेचारे, अब मर गए हैं तो मरने के बाद बंदा सुस्ती हो जाता, जब तक जिंदा थे चुस्त थे। मेरा ख्याल है किसी जगह लिटरेचर में ये बात आ गई है कि मिर्जा साहब ने कहा कि जिस किसी ने पैसे दिए हैं और वो किताबें नहीं लेना चाहता, पैसे वापस नहीं करता, किताबें वापस भेज दे, तो मैं पैसे भेज देता हूँ। तो इस तरह की बातें मौजूद है, तो ठीक है। लोगों ने पैसे और कई लोगों ने किताबें भी भेजी तो वो खराब करके भेजी, लेकिन उनको पैसे दे दिए। हाँ, असल में ना सारा ये केस ही खराब इसलिए हो गया, जिस तरह चौहान साहब कह रहे हैं, कुछ किताबें गई हुई थी, फिर वो वापस आई, वो इस्तेमाल शुदा थी, जो पैसे रह गए उनका कोई हिसाब आदत ही नहीं है, किसने कितने पैसे दिए। कुछ लोगों ने कीमत के माध्यम में पैसे दिए, कुछ लोगों ने फीस भी लिया पैसे दिए कि हमने 50 किताबें इस्लाम के नाम पर छपनी है, दीन की खिदमत करनी है। ये मुख्तलिफ किस्म की, यानी इसमें वैरायटी है इस केस में, मुख्तलिफ चीज़ें हैं बीच में, तो इसको जितना आप खोलेंगे आपको नज़र आएगा कि कई बातों का जवाब ही मुमकिन ही नहीं है। नहीं, कुछ भी नहीं है भाई, वो अल्लाह ताला के मुरसल थे। जब तक उनका जो ख्याल था उन्हें करना था, जब अल्लाह ताला की तरफ से उनको और मिशन दे दिएगा उन्होंने वो करना शुरू कर दिया। आपके लिए तो मुरसल थे, जो शफी काड़े वाला उसके लिए तो मुरसल नहीं था। हाँ, तो वो उसको क्या तकलीफ है? उसने तो दीन इस्लाम की खिदमत के लिए, हाँ जी, तो दीन इस्लाम की खिदमत वो 85 किताबें लिख कर की हैं उन्होंने। नहीं उसको कहा था कि हम दीन इस्लाम की हमायत में 300 दलाइल लिखेंगे, उसने फीस भी लिया, पैसे दे दिए। हाँ, तो ठीक है। बाद में उन्होंने कहा कि जिसको ज़रूरत है वो पैसे वापस ले ले, तो लोगों ने ले भी लिए, जिसने नहीं लिए उसकी मर्जी है। तो मामला तो ख़त्म हो गया ना, उनको चॉइस दे दिए कि अगर आपने पैसे लेने तो ले लें, जिन्होंने लेने थे वो ले लिए। चौहान साहब अपील गई है। वैसे अलामा साहब, मेरा एक क्वेश्चन है, आपका एमलियों से ज़्यादा मुतालिया है, हजूर की जितनी भी किताबें हैं या जितनी भी लिटरेचर पे आपकी नज़र पड़ी है, उसमें हज़रत ईसा की वफ़ात पे तो पता है मुझे कि इख्तलाफ है आपका ना हजूर से, मगर बाकी सारी किताबों में आपको मतलब अल्लाह ताला की वहदानियत और रसूलुल्लाह सल्लल्लाहु अलैहि वसल्लम की सच्चाई के लिए काम करते हुए कोई भी बात नहीं नज़र आती कि सिर्फ अल्लाह ताला और रसूलुल्लाह सल्लल्लाहु अलैहि वसल्लम के इश्क में हजूर शिकार रहे और उन्हीं की खिदमत करने का दावा भी रखते थे, करते रहे। ऐसी कोई बात नहीं मिली आपको कभी? हाँ, बाकी किताबों में मिर्ज़ा साहब ने बताया कि जो अम्बिया हैं वो मौजूदात दिखाया करते थे, अमल किरब करते। अब ये भी तो दीन की खिदमत ही है ना। तो ईसा अलैहिस्सलाम और ये अभी ये अलग टॉपिक हो जाएगा। मेरा स्पेसिफिक क्वेश्चन है आपको, अल्लामा साहब को यही चीजें नजर आती हैं। रसूलुल्लाह सल्लल्लाहु अलैहि वसल्लम की सच्चाई के लिए कुछ नहीं कभी मिला। मोहतरम, आपने पूछा है कि उन किताबों में क्या मिला है, मैं बताता हूँ क्या मिला है जी। अब सुनने का थोड़ा सा मुझे 2 मिनट का टाइम दे, मैं बताता हूँ क्या है उन किताबों में। पर आपने कोई और बात करना शुरू कर दी ना, मेरे क्वेश्चन मतलब जो मुझे उन किताबों में दिखाई दिया मैंने तो वही बयान करना है ना। ये जो 2 चीजें पूछी हैं ये कभी नहीं मिली आपको? अल्लाह ताला की वहदानियत और अल्लाह ताला की वहदानियत या
हाँ रसूलुल्लाह सल्लल्लाहु अलैहि वसल्लम की सच्चाई को जाहिर करना, इस्लाम मैं की बताने सच्चाई को लगा। जाहिर करना, इसके बारे में ये कभी कुछ दोनों नहीं बोला। बातें, अब ये 2 बातें सिर्फ बताऊंगा, ज्यादा नहीं बताऊंगा, बातें तो बहुत सारी लिखी हैं। अल्लाह ताला की तौहीद के बारे में लिखा हुआ है कि मैं उसके बेटे के दर्जे पर हूँ। नहीं नहीं आमिर साहब, वो आप भूल गए अलामा साहब, आपने कहना था वो, उन्होंने कहा खुदा तेंदुए की तरह है। तेंदुए की तरह, भाई ये तो ईद होगी। तो रसालत नबी पाक की सच्चाई के बारे में उन्होंने लिखा हुआ कि नबी पाक ने हुदैबिया का सफर इख्तियार करके तो गलती की, यमामा को हिजरतगाह करार दे के गलती की। रसूलुल्लाह सल्लल्लाहु अलैहि वसल्लम के लिए तो सिर्फ चांद ने गवाही दी, मेरे लिए तो चांद और सूरज दोनों ने गवाही दी, जाज़े अहमदी में लिखा हुआ है। बेशक इसलिए लोगों ने पैसे दिए थे ये छुपवाने के लिए। तो मतलब आपका आंसर ये है कि आप ये कह रहे हैं कि अल्लाह ताला की वहदानियत और रसूलुल्लाह सल्लल्लाहु अलैहि वसल्लम और इस्लाम की सच्चाई के लिए कोई काम नहीं किया हुजूर ने। भाई हमारी नजर में तो कुछ भी नहीं है। जब मेरी बात सुने ना, अल्लाह को एक दफा अगर मैं गाली दे लूं, उसके बाद 99 दफा मैं किताब में लिखूं ना अल्लाह ताला की वहदानियत, वो जो गाली है जब तक मैं उससे रुजू नहीं करता, मेरा तो बेड़ा गर्क हो गया। तो क्या इसकी पॉसिबिलिटी नहीं है कि जिसको आप गाली कह रहे हैं वो है ही नहीं गाली, जो आप बना के बैठे हुए हैं? ऐसा नहीं हो सकता? नहीं, पॉसिबिलिटी नहीं है ना। भाई उनकी मुताबिक गाली है तो आप अल्लाह क्या ताला उनका ने बिगाड़ सकते इसके बारे में सख्त वईदें कुरान में नाजिल की हैं कि अल्लाह ताला का कोई बेटा हो सकता है। ये लफ्ज़ जो तुम जुबान पर लाते हो, इससे अल्लाह का आसमान फट जाएगा, जमीन शक हो जाएगी। ये कह रहे हो खुदा के लिए, अल्लाह के लिए औलाद? इस्तारा के रंग में हो सकता है, वैसे नहीं हो सकता। ये कहाँ लिखा है इस्तारे के रंग में हो सकता है? उन्होंने खुद ही लिखा है अल्लाह ताला कुरान में बेटों से कहाँ पाक लिखा है, हुआ तो है दैट इस्तारे के मींस रंग में खुदा का बेटा हो सकता है? इस्तारा के रंग में तो हो सकता है। नहीं अल्लामा साहब, मैं कह रहा हूँ कि हुजूर की इस तहरीर आसमानी के बाप नीचे है वही हमारा। हाशिए पे हुजूर खुद लिख रहे हैं कि अल्लाह ताला बेटों से पाक है। तो क्या आपको लगता नहीं है, फर्ज नहीं बनता कि हुजूर की फिर बात को समझें? हुजूर तो इस चीज को डिनाई कर रहे हैं जो आप इल्जाम लगा रहे हैं हुजूर पे। क्या डिनाई कर रहे हैं? भी पढ़े ना वो वाली, जरा उसको हुजूर नीचे ने तक खुद ही लिख दिया ना कि बुला अल्लाह दो। ताला बेटों से पाक है, उसका कोई इस तरह से फिजिकल बच्चे नहीं है अल्लाह ताला के। ये उन्हीं ने लिखा है ना? नहीं, तो वो फिर तो आगे एक्सप्लेनेशन दीजिए। आपको लगता नहीं है कि उसको समझने की जरूरत है? भाई इसको तो क्रिश्चियन भी समझते हैं कि फिजिकल बच्चा कोई नहीं है अल्लाह ताला का। नहीं नहीं, वो फिजिकली मतलब आज के ये तो मुतनाज़े बात ही नहीं है ना। मॉडर्न जो थक गए हैं उनके ये ख्यालात हो सकते हैं, या उनका कोई एक फिरका चंद लोगों का हो सकता है? अच्छा मेरी बात तो सुने ना, वरना कुरान मजीद उन पे इल्जाम लगा रहा है, आप ये कह रहे हैं। मैं ये कह रहा हूँ कि ये जो है ना बेटे के अल्फाज भले आपने इस्तियारे के रंग में इस्तेमाल किए हैं, कुरान कहता है वकाल उत्तखज़ल्लाहु वलदा सुब्हानहू बल लहू मा बेशक। समावाति वल अर्द कुल्लुन लहू कानितून। तो अल्लाह ताला तो कहता है कि कैसे अल्फाज इस्तेमाल कर रहे हो, कहते हो कि अल्लाह ने कोई बेटा बनाया हुआ है, भले इस्तियारे के रंग में ही आप कह लें। भाई इस्तारा के रंग में तो वहां नहीं लिखा हुआ कि इस्तारा के रंग में कहना कुछ भी नहीं है। इस्तारा के रंग में खुदा के हाथ भी है, खुदा मुस्कुराता भी है। इस्तारा के रंग में तौर पर इस्तियारे के रंग में बुरूजी तौर पर इस्तारा के रंग में वो कंकरियां भी फेंकता है, वो सारा कुछ इस्तारा हाँ, है। वो तो जो कुछ अल्लाह ताला ने बयान हाँ, किया है ना तो कुरान वही में। ना, इस्तारा के रंग में तो सब कुछ हो सकता है। सचमुच अगर कोई कहता है वो बता, वो सबसे बड़ा गुनाहगार है। मैं कहता हूँ कि अगर अल्लाह ताला ने कुरान में बता दिया कि ये कंकरियां आपने नहीं फेंकी, हमने फेंकी हैं, तो आगे कह दिया ना अल यौमा अकमलतु लकुम दीनुकुम, हाँ जी, उसके बाद तो कोई नया दीन आ गया है। तो कोई दीन नया नहीं आया, लग पड़ा है। मुजद्दद कोई दीन लेके नहीं आता। मुजद्दद नई चीज बताएगा, मुजद्दद तो तजदीद ही करता है। भाई मुजद्दद तजदीद करता है, नई बात तो नहीं ना बताता। तो कौन सी नई बात बताइए? ये नई बात है, इस्तियारे के रंग में खुदा का बेटा हो सकता है। इस सारे के रंग में हो सकता है, बिल्कुल कैसे हो बिल्कुल नई सकता बात है? नहीं है। इस सारे के रंग में तो सब कुछ हो सकता है। इस सारे के रंग में बाइबल में भी खुदा कहा गया है, खुदा का बेटा कहा गया है इस सारे के रंग। लेकिन जो सचमुच कहते हैं उसके ऊपर अल्लाह ताला ने लानत डाली, को शरीक बनाते हैं। इस सारे के रंग में तो नहीं ना शरीक बनता कोई, क्योंकि वो होता ही नहीं है। जैसे इस सारे के रंग में नबी नहीं होता, इस तरह इस सारे के रंग में बेटा नहीं होता। भाई अल्लाह ताला वैसे अल्लामा साहब, मैंने आपकी बात यार दूसरे को भी बात करें, आप आपस में बात, एक बंदा बात करता है दूसरा क्या? चले आप अल्लाह ताला कहता है अन्ना यकूनु लहू वलदुम वलम तकुन लहू साहिबा, पहले उसके लिए जोरो तलाश कर लो। इस्तियारे के रंग में अगर बेटा बनाया है ना, इस्तियारे के रंग में एक बीवी भी पहले ले आओ ना कि ये इस्तियारे के रंग में बीवी है। इस सारे के रंग में बीवी बनाने की जरूरत नहीं है। अल्लामा साहब वो ज्यादती कर रहे हैं। ये अल्लाह ताला जिनको मुखातब है वो हकीकी बच्चे अच्छा, जिनको मुखातब है, जुर्म के लिए मुखातब है ना, वो जुर्म मुझ में और आप में पाया जाए तो जायज है।
उनके लिए नजायज है, ये कह रहे हैं। नहीं पाया जाता। नहीं, अब मैं ये कह रहा हूँ कि वो आयत जो आपने पेश की है उसमें वो अल्लाह ताला के हकीकी बेटे बना के बेटियां बना के बैठे हैं, तो अल्लाह ताला उनको कह रहा है कि मेरी वाइफ ला के दिखाएं, हकीकी वाली मेरी तो आप वाइफ बात ला कह के रहे हैं ना, दिखाएं। मेरी बात सुने, हकीकी वाली तो आप बात कह रहे हैं। मैं ये कहता हूँ कि ये जो आप इस तारे के रंग में तो अल्लाह ताला ने हजरत ईसा को भी बेटा कहा हुआ इसी है, को तो सैन साहब पहले कह रहे थे खुदा का बेटा, सुलह करने वाले खुदा के बेटे कहलाएंगे। अलामा साहब मैं इस अल्लाह ताला ने ये बात शेयर बातें की करना हुई चाह रहा हूँ। आप बात आखिरी करने बात दे उसके आप 2 सुने बंदे मेरी बोल बात। रहे हैं, मैंने बिलाल भाई को चुप करवा दिया कि एक बंदा बात करता है, तो आप दोनों बीच में चले बोल कर रहे रहे कर ले आप मैं कर ले कहता हूं कि आपने ये इस्तियारे के रंग में या रूहानी तौर पर या जिल्ली बरूजी तौर पर खुदा का बेटा होने का जो आइडिया है ये लिया कहाँ से, बस इतना बता दें मुझे, बुनियाद इसकी क्या है बस। ये हजूर ने खुद बताया है, हजूर ने खुद बताया है वहाँ पे। बहरहाल अलामा साहब मैं ये बात कर रहा था कि ऐसा लगता है कि कभी भी एक पॉइंट पे नहीं आ सकते ना, क्योंकि हम अल्लाह ताला की वही है। चौहान साहब एक सेकंड, वो सारी बातें वही हुई है, सेम पॉइंट पे नहीं आ सकते। क्यों? क्योंकि आप जो अहमदी या हजूर कह रहे हैं आप वो उसको उस रंग में समझ नहीं रहे। और दूसरा ये लिया कहाँ से, मैंने जहाँ तक देखा है अल्लाह ताला को एक तरफ कहता है कि मेरी कोई मिसाल ही नहीं है, ठीक है। फिर अल्लाह ताला ये भी बताता है कि ये जन्नत दोज़ख बाद की ज़िंदगी में तुम्हारे लिए क्या कुछ रखा हुआ है तुम्हें इदराक ही नहीं है, पता ही नहीं है, मगर उसके बावजूद हमें मिसालें उन चीज़ों की देता है अल्लाह जिसको हम एक्सपीरियंस कर सकते हैं। तो रसूलुल्लाह सल्लल्लाहु अलैहि वसल्लम ने भी हमें बड़ी चीज़ों को समझाने के लिए, अल्लाह ताला की रहमत को समझाने के लिए उन्हीं चीज़ों की मिसाल दी है जो इंसानों के अंदर रोज़मर्रा ज़िंदगी में हम देखते हैं। मिसाल के तौर पे एक बड़ा मशहूर हदीस है, वाक़या है कि एक औरत काम कर रही होती है और उसका बच्चा भूखा होता है, रोता हुआ उसके पास आता है और उसको वो दूध पिलाती हैं उनकी वालदा। तो वहीं पे मिसाल अल्लाह ताला की रहमत की दे दी कि इस माँ को देखो, क्या तुम अंदाज़ा कर सकते हो कि ये अपने बच्चे को कभी आग में फेंक सकेगी? अब वहाँ पे समझाना, अल्लाह ताला की रहमत को समझाने के लिए ये मिसाल ली गई। तो हजूर ने भी जहाँ पे ये बात की है, सबसे पहले हजूर ने कहा कि अल्लाह ताला बेटों से पाक है। फिर हजूर ने एक रेफरेंस दिया कि देखो जो ईसाई हैं उनके ऊपर जो कलाम नाज़िल हो रहा था हज़रत ईसा के ऊपर, उससे उन्होंने गलती खाई है, तो उसी तरह के अल्फाज मेरे ऊपर भी नाजिल हुए हैं, अल्लाह की वही हुई है। मगर इससे ये हरगिज़ मतलब ना ले लेना कि मैं उनका हकीकी बेटा हूँ या इस तरह की कोई बात है। ये सिर्फ एक प्यार का, खलूस का, एक अल्लाह ताला की तरफ से एक मिला है, इतनी सी बात है। और पूरी दुनिया में आपको एक भी अहमदी नहीं मिलेगा जो ये कह रहा होगा कि अहमद साहब मादरत ਦੇ ਨਾਲ अल्लाह के हकीकी बेटे हैं। ਤੇ ਸਵਾਲ ਕਰ ਸਕਦਾ, ਇੱਥੇ ਇੱਕ ਸਵਾਲ ਕਰ ਸਕਦਾ, ਫਿਰ ਇਸਤਾਰਾ ਦੇ ਰੰਗ 'ਚ ਨਬੀ ਤੁਸੀਂ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ? ਮਤਲਬ ਉਹ ਇਸਤਾਰਾ ਦੇ ਰੰਗ ਜਿਹਦਾ ਮਤਲਬ ਹੀ ਕੋਈ ਨਹੀਂ ਹੈ, ਇੱਕ बेबुनियाद। ऐसे ही है। अब ये फिर टॉपिक अलग चलेगा, मगर आपकी तसल्ली के लिए हाँ जी ऐसे ही है, जिस तरह हजूर ने कहा ऐसे ही मानते हैं। ठीक है, अभी हो जाएगी सेटिस्फेक्शन कि नहीं? ठीक है अमर भाई, चले जज़ाकल्लाह। अल्लामा साहब मेरी बात मुकम्मल हो गई। बड़ी बात मुकम्मल हो गई, करना चाह रहा था कि बात मुकम्मल नहीं, मैं इधर ही हूँ, सुन रहा हूँ आपको। अच्छा अल्लामा साहब, कल मलिक कैसर साहब ने एक बड़े अच्छे मुजाहिद हमारी तरफ भेजे, यकीन माने उन्होंने हमें आते ही दावा किया कि क्लाउड को पकड़ना मुश्किल ही नहीं। ਸਾਹਿਬ ਉਹਨਾਂ ਨੂੰ ਜਵਾਬ ਦੇ ਲੈਣ ਦਿਓ, ਤੁਹਾਡੀ ਸੁਣ ਲਾਂਗੇ, ਤੁਸੀਂ ਬੱਲੇ ਬੱਲੇ ਕਰ ਲੈਣਾ ਬਾਅਦ ਚ। ਜੀ ਹਾਂ ਯਾਰ ਤੁਸੀਂ ਬਾਡੀਗਾਰਡ ਹੈਗੇ, ਉਹਦੇ ਨਾਲ ਹੀ ਆਂਦੇ, ਉਹਦੇ ਕਿਸੇ ਨੂੰ ਬੋਲਣ ਵੀ ਨਹੀਂ ਦਿੰਦੇ। ਅਸੀਂ ਆ ਬਾਡੀਗਾਰਡ ਹੀ ਆ, ਹੋਰ ਹੁਕਮ ਕਰ ਫਿਰ ਯਾਰ ਸਾਹਿਬ, ਅਸੀਂ ਬਾਡੀਗਾਰਡ ਆ। ਜੀ ਅਮਰ ਭਾਈ ਸਰ ਗੱਲ ਮੈਂ ਕਹਿੰਦਾ, ਮੈਂ ਕੋਈ 30 ਆਇਤਾਂ 39 ਆਇਤਾਂ ਕੁਰਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਵਈਦ ਨਾਜ਼ਿਲ ਹੋਈ ਏ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅੱਲਾਹ ਤਾਲਾ ਦਾ ਕੋਈ ਬੇਟਾ ਹੋ ਸਕਦਾ ਹੈ, ਉਹਨਾਂ ਦੇ ਉੱਤੇ ਅੱਲਾਹ ਤਾਲਾ ਦਾ ਕਿੰਨਾ ਗਜ਼ਬ ਨਾਜ਼ਿਲ ਹੋਇਆ ਔਰ ਕਿੰਨਾ ਗਜ਼ਬ ਭੜਕਿਆ ਅੱਲਾਹ ਤਾਲਾ ਦਾ ਕਿ ਕੈਸੀ ਬਕਵਾਸ ਕਰ ਰਹੇ ਨੇ ਔਰ ਕਹਿੰਦੇ ਨੇ ਕਿ ਖੁਦਾ ਦਾ ਕੋਈ ਬੇਟਾ ਹੈ। ਤੁਸੀਂ ਕਹਿੰਦੇ ਨਹੀਂ ਇਸਤਿਆਰੇ ਦੇ ਰੰਗ 'ਚ, ਮਜਾਜ਼ ਦੇ ਰੰਗ 'ਚ, ਬਰੂਜ਼ ਦੇ ਰੰਗ 'ਚ ਜ਼ਿੱਲੀ ਤੌਰ ਤੇ ਕਿਹਾ ਜਾ ਸਕਦਾ ਹੈ, ਰੂਹਾਨੀ ਤੌਰ ਤੇ ਖੁਦਾ ਦਾ ਕੋਈ ਬੇਟਾ ਹੋ ਸਕਦਾ ਹੈ। ਭਾਈ ਲੋਕਾਂ ਨੇ ਇਸ ਨਜ਼ਰੀਏ ਨੂੰ ਪੇਸ਼ ਕਰਨ ਵਾਸਤੇ ਤੁਹਾਨੂੰ 10,000 ਰੁਪਇਆ ਨਹੀਂ ਸੀ ਦਿੱਤਾ। ਲੋਕਾਂ ਨੇ ਤੁਹਾਡੇ ਕੋਲੋਂ ਇਹ ਤੌਹੀਦ ਸੁਣਨ ਵਾਸਤੇ 10,000 ਰੁਪਇਆ ਨਹੀਂ ਸੀ ਦਿੱਤਾ ਕਿ ਜੋ ਕੋਈ ਤੁਸੀਂ 85 ਕਿਤਾਬਾਂ ਦੇ ਵਿੱਚ ਲਿਖਿਆ ਹੈ ਨਾ, ਇਹ ਸਭ ਦਾ ਸਭ ਐਂਟੀ ਇਸਲਾਮ ਹੈ। ਇਸਲਾਮ ਦੇ ਪੈਰਲਲ ਇੱਕ ਐਸਾ ਦੀਨ ਹੈ ਜਿਹੜਾ ਬਿਲਕੁਲ ਉਹਦੇ ਮੁਤਜ਼ਾਦ ਹੈ, ਇਸਲਾਮ ਦੇ ਬਿਲਕੁਲ ਖਿਲਾਫ। ਤੌਹੀਦ ਵੀ, ਰਸਾਲਤ ਵੀ, ਇਜਰਾਏ ਨਬੂਵਤ ਕੱਢ ਧਰਿਆ, ਈਸਾ अलैहिस्सलाम ਦਾ ਵਫਾਤਸ਼ੁਦਾ ਹੋਣਾ ਸਾਬਤ ਕਰਕੇ ਨਜ਼ੂਲੁਲ ਮਲਾਇਕਾ ਦਾ ਇਨਕਾਰ ਕਰ ਦਿੱਤਾ, ਲੈਲਤੁਲ ਕਦਰ ਦਾ ਸਾਫ਼ ਇਨਕਾਰ ਕਰ ਦਿੱਤਾ ਕਿ ਲੈਲਤੁਲ ਕਦਰ ਰਾਤ ਨਹੀਂ ਹੈ। ਔਰ ਇਹ ਆਖਿਆ ਕਿ ਜਿਹੜੇ ਫਰਿਸ਼ਤੇ ਨੇ, ਸਿਤਾਰਿਆਂ ਦੀਆਂ ਰੂਹਾਂ ਨੇ, ਨਬੀ ਪਾਕ ਦੇ ਮਿਰਾਜ ਜਿਸਮਾਨੀ ਦਾ ਇਨਕਾਰ ਕਰ।
ਕੋਈ ਕਿੰਨੇ ਕੁ ਤੁਹਾਡੇ ਕੁਫਰ ਦੱਸੇ ਜਾਣਗੇ ਜਿਹੜੇ 85 ਕਿਤਾਬਾਂ ਦੇ ਵਿੱਚ ਲਿਖੇ ਨੇ। ਭਾਈ ਸਾਹਿਬ ਤੁਹਾਨੂੰ ਜਿਹੜੇ ਪੈਸੇ ਦਿੱਤੇ ਸਨ ਨਾ, ਉਹ ਉਸ ਇਸਲਾਮ ਨੂੰ ਬਿਆਨ ਕਰਨ ਵਾਸਤੇ ਦਿੱਤੇ ਸਨ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ, ਉਹ ਅਗਰ ਆਪਣਾ ਇਸ਼ਤਿਹਾਰ ਪੜੋ ਨਾ ਜਾ ਕੇ ਖੋਲ ਕੇ, ਇਸਤਿਆਨਤ ਦੀਨ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੇ ਦੀਨ ਦੀ ਮਦਦ ਵਾਸਤੇ ਤੁਸੀਂ ਪੈਸੇ ਮੈਨੂੰ ਦਿਓ, ਮੈਂ ਨਬੀ ਪਾਕ ਦੇ ਦੀਨ ਦੇ ਵਾਸਤੇ, ਉਹਦੀ ਸੱਚਾਈ ਵਾਸਤੇ ਦਲਾਇਲ ਲਿਖਾਂਗਾ ਉਹਦੇ ਵਿੱਚ। ਇਹ ਜੋ ਕੋਈ ਤੁਸੀਂ ਲਿਖਿਆ ਹੈ ਇਹ ਤੇ ਸਾਰਾ ਐਂਟੀ ਇਸਲਾਮ ਹੈ। ਇਹ ਮੈਂ ਚੰਦ ਮਿਸਾਲਾਂ ਦਿੱਤੀਆਂ। ਬੇਟੇ ਵਾਲੀ ਤੇ ਤੁਸੀਂ ਪੁੱਛਿਆ ਵੀ ਤੋਹੀਦ ਦੇ ਬਾਰੇ ਕੀ ਲਿਖਿਆ, ਮੈਂ ਤੋਹੀਦ ਇਹ ਲਿਖੀ। ਰਸਾਲਤ ਦੇ ਬਾਰੇ ਕੀ ਲਿਖਿਆ, ਮੈਂ ਕਿਹਾ ਇਹ ਲਿਖਿਆ। ਨਬੀਆਂ ਦਾ ਮਕਾਮ ਕੀ ਲਿਖਿਆ, ਇਹ ਲਿਖਿਆ। ਚੂੜਾ ਚਮਾਰ ਵੀ ਨਬੀ ਹੋ ਸਕਦਾ, ਜਿਹਨੂੰ ਪੁਲਿਸ ਨੇ ਫੜ ਕੇ ਛਿੱਤਰ ਵੀ ਮਾਰੇ ਹੋਣ, 2-4 ਵਾਰੀ ਲੰਬਰਦਾਰ ਨੇ ਫੜ ਕੇ ਤਾਂ ਮੂੰਹ ਕਾਲ ਕਰਕੇ ਖੋਤੇ ਦਬਾਇਆ ਹੋਵੇ, ਉਹ ਵੀ ਨਬੀ ਹੋ ਸਕਦਾ, ਇਹ ਵੀ ਲਿਖਿਆ। ਕਿੱਥੇ ਲਿਖਿਆ? ਆਪਣੇ ਕੋਲ ਲਾਈ ਜਾਂਦੇ ਹੋ। ਮੈਂ ਹੁਣੇ ਵਿਖਾ ਦੇਣਾ ਕੱਢ ਕੇ। ਕਿੱਥੇ ਲਿਖਿਆ ਚੂੜਾ ਚਮਾਰ ਨਬੀ ਹੋ ਸਕਦਾ? ਮੈਂ ਹੁਣੇ ਵਿਖਾਣਾ, ਮੇਰੇ ਤੋਂ ਦਿਖਾਓ। ਜੇ ਮੈਂ ਵਿਖਾ ਦਿੱਤਾ ਤੇ ਨਹੀਂ ਮੈਂ ਜੇ ਮੈਂ ਵਿਖਾ ਦਿਖਾਓ ਤੇ ਫਿਰ ਦੇਖਾਂਗੇ ਨਾ। ਚੌਹਾਨ ਸਾਹਿਬ ਤੋਂ ਸਾਨੂੰ ਤਾਂ ਮਿਰਜ਼ਾ ਸਾਹਿਬ ਦੀਆਂ ਇਬਾਰਤਾਂ ਜ਼ਬਾਨੀ ਯਾਦ ਹੋਣੀਆਂ ਚਾਹੀਦੀਆਂ ਨੇ। ਲੇਕਿਨ ਉਹਨਾਂ ਨੇ ਕਿਤੇ ਨਹੀਂ ਲਿਖਿਆ ਚੂੜਾ ਚੁਮਾਰ ਨਬੀ ਹੋ ਸਕਦਾ ਹੈ, ਬਲਕਿ ਉਹਨਾਂ ਨੇ ਕਿਹਾ ਨਬੀ ਹਮੇਸ਼ਾ ਉਹ ਹੁੰਦਾ ਹੈ ਜਿਹਦਾ ਖਾਨਦਾਨ ਅੱਛਾ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਕਰਾਹਤ ਹੁੰਦੀ ਹੈ ਇੱਕ ਛੋਟੇ ਖਾਨਦਾਨ ਨੂੰ ਨਬੀ ਦੇ ਤੌਰ ਤੇ, ਮੁਰਸਲ ਦੇ ਤੌਰ ਤੇ ਉਹਨੂੰ ਮੰਨਣ ਵਾਸਤੇ। ਤੇ ਤੁਸੀਂ ਗਲਤ ਗੱਲ ਕਰ ਰਹੇ ਹੋ। ਇੱਕ ਮਿੰਟ, ਮੈਂ ਤੁਹਾਨੂੰ, ਜੇ ਮੈਂ ਮਿਰਜ਼ਾ ਸਾਹਿਬ ਨੇ ਕਿਹਾ ਹੋਵੇ ਕਿ ਐਸਾ ਬੰਦਾ ਜਿਹੜਾ ਜਿੰਨੇ ਚੋਰੀ ਦੇ ਜੁਰਮ ਚ ਫੜਿਆ ਗਿਆ ਹੋਵੇ, ਥਾਣੇਦਾਰ ਨੇ ਉਹਨੂੰ ਫੜ ਕੇ ਛਿੱਤਰ ਮਾਰੇ ਹੋਣ, ਲੰਬਰਦਾਰ ਨੇ, ਪਿੰਡ ਦੇ ਲੰਬਰਦਾਰ ਨੇ ਵੀ ਉਹਨੂੰ ਜੁੱਤੀਆਂ ਮਾਰੀਆਂ ਹੋਣ, ਔਰ ਉਹਨੂੰ ਉਹਦਾ ਪਿੰਡ ਦੇ ਵਿੱਚ ਚੂੜਾ ਚਮਾਰ ਗੰਦਾ ਕੰਮ ਕਰਦਾ ਹੋਵੇ, ਬਿਲਕੁਲ ਨਾਲੀਆਂ ਸਾਫ਼ ਕਰਨਾ, ਉਹ ਨਬੀ ਹੋ ਸਕਦਾ ਹੈ। ਉਹ ਵੀ ਨਬੀ ਹੋ ਸਕਦਾ ਹੈ। ਨਹੀਂ ਲਿਖਿਆ, ਨਬੀ ਬਣਾ ਦੇ। ਦਿਖਾਓ ਕਿੱਥੇ ਲਿਖਿਆ ਜੇ। ਹੱਦ ਹੋ ਗਈ ਭਾਈ, ਪੇਸ਼ ਕਰੋ। ਰਿਕਾਰਡ ਕਰੋ ਮੁੜਿਓ, ਰਿਕਾਰਡ ਕਰ ਲਓ ਥੱਲੇ, ਮੈਂ ਕੱਢ ਕੇ ਦੇਣਾ ਭਲਾ ਤੁਸੀਂ ਨਾ ਘਬਰਾਓ, सोड़े ना पवो। मिर्जा साहब ने लिखा है। वैसे चौहान साहब जब तक वो हवाला निकालते हैं तो जो भी छोटी कौम भी होती है आज के दौर में तो आज़ाद है। तो हजरत मूसा की कौम तो हजारों साल से फिरौनों की कैद में थी और गुलाम कौम थी, ठीक है, और उसमें भी अंबिया आते थे। नहीं, हजरत मूसा तो फिरौन के घर में अल्लाह ताला ने उनको पाला था, तो की तरह पले थे। हिब्रू कौम जो थी वो फिरौन के जो खानदान और उसकी, तो वो हिब्रू कौम जो थी वो कोई शूद्रों की कौम तो नहीं थी ना, गुलाम उन्होंने उनको बनाया था। लेकिन गुलाम तो अपनी मर्जी से शादी तक नहीं कर सकता। हाँ, तो वो गुलाम फिरौन ने नहीं कर सकता, वो तो एक प्रॉपर्टी होता है। तो छोटी कौमें तो फिर भी आजाद होती हैं। हाँ, तो फिरौन ने उस कौम के ऊपर कब्जा करके उनको गुलाम बनाया था। ये नहीं थे कि वो है कि वो शूदर लोग थे, वो तो गुलामी किसी के ऊपर आप फतह पा लें और उन लोगों को गुलाम बना लें तो वो छोटी कौम हो जाएंगे। ठीक कह रहे हैं आप। इख्तिलाफ करें मिर्जा साहब की बात से, चौहान साहब से नहीं इख्तिलाफ करें सो प्लीज। अच्छा, बॉडीगार्ड करके बोलिए। बॉडीगार्ड जी बॉडीगार्ड छटे कट नालों चंगा कि बंदा बॉडीगार्ड हो। हुसैन साहब मौजूद हो? जी हुसैन साहब मौजूद हो? जी अच्छा हुसैन साहब, थोड़ी जी गल मुकम्मल होंदी है ना, ते मैनू ये दसना है तौहीद मुफस्सल पढ़ी है जी? तौहीद मुफस्सल ये किताब का नाम है? हाँ जी। अच्छा, किसने लिखी है? इमाम जाफर सादिक अलैहिस्सलाम ने। ठीक है, दस्यो। नहीं मैं नहीं पढ़ी, लेकिन दस्यो की करना। नहीं, मैं शायद तुसा पढ़ी होवे, क्योंकि मैं राती उस बारे यानी कि ना वो कड्ढण दी कोशिश कर रहा सा, उस दी बड़ी तारीफ सुनी है, और वो नेचरियां दे बारे ਉਹਦੇ ਚ ਬਹੁਤ ਜ਼ਿਆਦਾ यानी कि ना ਉਹਨਾਂ ਨੂੰ ਦਲਾਇਲ ਦਿੱਤੇ ਗਏ नेचरियां। माशाल्लाह। इमाम जाफर के जमाने में भी नेचरी थे, बहुत सारे थे जो इंदाक इनकारी थे। आपको पता है इमाम जाफर सादिक नेचरी की इस्तिलाह तो बहुत बाद चाहिए है, उसको कुछ और होएगा, लेकिन ठीक है। हम वापस भी आ जाते होते हैं जी, इमामों ने वापस भी आ जाना इंशाल्लाह। अच्छा, जरा थोड़ा जा ना जुबान थोड़ा जा वाटर साहब,
ਦੰਦਾਂ ਦੇ ਥੱਲੇ ਰੱਖੋ, ਨਹੀਂ ਤੇ ਦੰਦ ਵੱਢ ਵੀ ਦਿੰਦੇ ਹੁੰਦੇ ਜਜ਼ਬਾਨ। यार तू कौन सा शिया है? एहतियात ना, और तू कौन सा भाई शिया है? तू तो जाली शिया बना हुआ है वैसे ही, एहतियात नाल ते तुम जैसा शाद जाली शिया बना हुआ था आजकल अहले हदीस हो गया, वैसा तू शिया, नकली शिया। ठीक हो गया जी। और कुछ जी आमर भाई ह्यूमैनिटी साहब भी थोड़े शिया। म्यूट करियो जरा हुन जरा ना। हाँ जी। खुर्रम सफा नंबर 200 अपना सैनी साहब का बिल्कुल शेर आ रहे 279 जिल्द नंबर 15 का तयातुल कुलूब दा 279 जिल्द नंबर 15 सफ़ा 279। हाँ जी, आखिरी लाइन तो मैं पढ़ने लगा। मसलन एक शख्स जो कौम का चूड़ा। एक मिनट ठहरो जरा, एक मिनट ठहरो। आखिरी लाइन ते ਤੁਹਾਨੂੰ ਬੜੇ ਸ਼ੌਕ ਨਾਲ ਤੁਸੀਂ ਪੜੋਗੇ, हाँ जी, ਪਰ ਅਸੀਂ ਦੇਖਾਂਗੇ ਉਹ ਕੀ ਬਿਆਨ ਕੀਤਾ ਜਾ ਰਿਹਾ ਹੈ। ਤੁਸੀਂ 2 ਸਫ਼ੇ ਪਿੱਛੋਂ ਸ਼ੁਰੂ ਕਰ ਦਿਆ ਜੇ ਨਾ, ਮੈਨੂੰ ਇਹ ਪੜ੍ਹ ਲੈਂਦੇ ਹੋ। ਜਦੋਂ ਮੈਂ ਪੜ੍ਹ ਚੁੱਕਾਂਗਾ ਤੁਸੀਂ 2 ਸਫ਼ੇ ਪਿੱਛੋਂ ਤੇ 2 ਸਫ਼ੇ ਅੱਗੋਂ ਪੜ੍ਹ ਕੇ ਤੇ ਮੇਰੀ ਗੱਲ ਗਲਤ ਸਾਬਤ ਕਰ ਦਿਓ। ठीक है, सुनो, मसलन एक शख्स जो कौम का चूड़ा यानी भंगी है और एक गांव के शरीफ मुसलमानों की 30-40 साल से ये खिदमत करता है कि 2 वक्त उनके घरों की गंदी नालियों को साफ करने आता है और उनके पखानों की नजासत उठाता है और 1-2 दफ़ा चोरी में भी पकड़ा गया है। हाँ। और चंद दफ़ा जिना में भी गिरफ्तार होकर उसकी रसवाई हो चुकी है और चंद साल जेल खाने में कैद भी रह चुका है और चंद दफ़ा ऐसे बुरे कामों पर गांव के नंबरदारों ने उसको जूते भी मारे हैं और उसकी माँ और दादियाँ और नानियाँ हमेशा से ऐसे ही निजस काम में मशगूल रही हैं। सब मुर्दार खाते और गू उठाते हैं। अब खुदा ताला की कुदरत पर ख्याल करके मुमकिन तो है कि वो अपने कामों से तायब होकर मुसलमान हो जाए और फिर ये भी मुमकिन है कि खुदा ताला का ऐसा फजल उस पर हो कि वो रसूल और नबी भी बन जाए। ठीक है, हुन आगे मैं पढ़ना है, हुन तुसी चुप कर जाओ। और उसी गांव के शरीफ लोगों की तरह दावत का पैगाम लेकर आवे और कहे कि जो शख्स तुम में से मेरी इताअत नहीं करेगा खुदा उसे जहन्नम में डालेगा। लेकिन बावजूद इस इम्कान के जब से कि दुनिया पैदा हुई है कभी खुदा ने ऐसा नहीं किया, क्योंकि ऐसा करना उसकी हिकमत और मसलियत के खिलाफ है। और वो जानता है कि लोगों के लिए एक फौकुल ताकत ठोकर की जगह है कि एक ऐसा शख्स जो पुश्त दर पुश्त रजील चला आता है, लोगों की नज़र में ना सिर्फ वो नीच है बल्कि उसका बाप और दादा और परदादा और जहाँ तक मालूम है कौम के नीच हैं और हमेशा से शरीर और बदकार होते चले आए हैं और मवेशियों की तरह अदना खिदमतें करते रहे हैं। अब अगर लोगों से उसकी इताअत कराई जाए तो बिलाशुबा लोग उसकी इताअत से कराहत करेंगे, क्योंकि ऐसी जगह में कराहत करना इंसान के लिए एक तभी अमर है। इसलिए खुदा ताला का कदीम कानून और सुन्नत यही है कि वो सिर्फ उन लोगों को मनसब दावत यानी नबूवत वगैरह पर मामूर करता है जो आला ख़ानदान में से हों और ज़ाती तौर पर भी अच्छे चाल चलन रखते हों, क्योंकि जैसा कि खुदा ताला कादिर है, हकीम भी है और उसकी हिकमत और मसलियत चाहती है कि अपने नबियों और मामूरों को ऐसी आला कौम और ख़ानदान और ज़ाती नेक चाल चलन के साथ भेजे ताकि कोई दिल उनकी इताअत से कराहत न करे। यही वजह है कि जो तमाम नबी अलैहिस्सलाम आला कौम और ख़ानदान से आते रहे, इसी हिकमत और मसलियत की तरफ इशारा है कि अल्लाह ताला ने कुरान शरीफ में हमारे सैयद मौला नबी सल्लल्लाहु अलैहि वसल्लम के वजूद बावजूद की निस्बत इन दोनों खूबियों का तज़किरा फरमाया है। जैसा कि वो फरमाता है लक़द जाअकुम रसूलुम मिन अनफुसिकुम, यानी तुम्हारे पास वो रसूल आया जो ख़ानदान और कबीला और कौम के लिहाज से तमाम दुनिया से बढ़कर और सबसे ज़्यादा पाक और बुजुर्ग ख़ानदान से ताल्लुक़ रखता है। ਤੁਹਾਡੀ ਗੱਲ ਗਲਤ ਹੋ ਗਈ ਨਾ, अल्लाह ताला नहीं बनाता ऐसे। तारिक चौहान भाई जज़ाकल्लाह। अलामा साहब एक काम करना है, आपने आपने कहा था मुंडे रिकॉर्डिंग चला लियो, अब ईमानदारी के साथ मैंने मौका दियो फिर बाद रिकॉर्डिंग चला लिया जे। और तारिक नहीं आपने चलवाई थी अलामा साहब, मेरी खत्म आपने चलवाई थी तो मैं सिर्फ एक रिक्वेस्ट करना चाह रहा हूँ कि वो वाला हिस्सा और जो तारिक चौहान साहब ने जो पढ़ के इतना हिस्सा काट के प्लीज अपलोड जरूर कीजिए। हाँ जी हाँ जी ठीक होगी, ਤੁਹਾਡੀ आ गई अपनी जज़ाकल्लाह आ गई। अच्छा सुनो, जो मिर्जा साहब ने अगे गल बयान की है कि कदीम तो अल्लाह ताला दी सुन्नत नहीं, अल्लाह ताला ने कदे नबियां चों इस जात दा, इस तरह दा, इस करैक्टर दा बंदा नबी बनाया को नहीं, लेकिन इम्कान मौजूद है बन सकता है।
हाँ देखें वो वहां वो बात करें, अल्लाह ताला को तो सब कुदरते हैं। बात ठीक है फिर। हाँ ये अल्लाह ताला लेकिन को ऐसा कुदरत अल्लाह है ताला ना। करता नहीं है। वजह बता दी किस वजह से, कि करात होगी उससे, लोग उसके साथ कैसे करेंगे। अगर सुन लो ना, अगर अल्लाह ताला ने कदीम तू कदे नबी इस तरह ਦਾ ਬਣਾਇਆ ਹੀ ਨਹੀਂ, ਔਰ ਇਹ ਵੀ ਅਕਲ ਦੇ ਖਿਲਾਫ ਹੈ ਕਿ ਉਹ ਇਸ ਤਰ੍ਹਾਂ ਦਾ ਕੋਈ ਬੰਦਾ ਉਹਨੂੰ ਨਬੀ ਬਣਾਏ ਤੇ ਫਿਰ ਉਹਨੂੰ ਮੰਨੇਗਾ ਕੌਣ? ਤੇ ਫਿਰ ਇਮਕਾਨ ਕਿੱਥੋਂ ਆ ਗਿਆ ਮੈਨੂੰ ਇਹ ਦੱਸ ਦਿਓ। इम्कान इस तरह आ गया कि अल्लाह ताला तो कुल्लो शैन कदीर है, वो करने सब कुछ कर सकता है, लेकिन अल्लाह उन्होंने दसिया है वो गालिब भी है, हिकमत वाला भी है, और ਉਹਦੀ हिकमत ਦੇ तहत वो ऐसे ਬੰਦਾ ਚੁਣਦਾ ਹੈ ਜਿਹੜਾ ਆਲਾ ਖਾਨਦਾਨ ਦਾ ਹੁੰਦਾ ਹੈ, ਕਿਉਂਕਿ ਉਹਦੀ ਇਤਾਅਤ ਲੋਕਾਂ ਕੋ ਕਰਾਣੀ ਹੁੰਦੀ ਹੈ। ਜੇ ਉਹਦੀ ਹਕਮਤ ਬਦਲ ਜੇ, ਅਗਰ ਉਹ ਆਪਣੀ ਹਕਮਤ ਦੇ ਤਹਿਤ, ਬਸ ਹੁਣ ਤੁਸੀਂ ਕਹਾਣੀਆਂ ਸੁਣਾਓਗੇ, ਜਿਹੜੀ ਗੱਲ ਹੈ ਉਹ ਤੇ ਬਿਆਨ ਹੋ ਗਈ ਹੈ। ਨਹੀਂ ਜਦੋਂ ਮਿਰਜ਼ਾ ਸਾਹਿਬ ਨੇ ਇਮਕਾਨ ਦਾ, ਚੌਹਾਨ ਸਾਹਿਬ ਇੱਕ ਮਿੰਟ, ਭਾਈ ਉੱਥੇ ਤੇ ਕਹਿ ਰਹੇ ਆ ਅੱਲਾਹ ਤਾਲਾ ਕੀ ਕੁਦਰਤ ਦੀ ਗੱਲ ਕਰ ਰਹੇ ਨੇ ਉਹ, ਹਾਂ ਲੇਕਿਨ ਅੱਲਾਹ ਤਾਲਾ ਐਸਾ ਕਰਤਾ ਨਹੀਂ ਹੈ। ਕੁਦਰਤ ਦੇ ਵਿੱਚ ਤੇ ਸ਼ਾਮਲ ਹੈ ਨਾ ਬਈ, ਇਮਕਾਨ ਤੇ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਅੱਲਾਹ ਤਾਲਾ ਨਬੀ ਬਣਾ ਦੇਵੇ। नहीं आमिर साहब, इम्कान के वाटर भाई ना रहने दो, इम्कान के फौरन बाद जो जुमला आया वो भी तो बोले। हौसला करो, ਤੁਹਾਡੀ ਥਾਂ ਚੌਹਾਨ ਸਾਹਿਬ ਆ ਗਏ ਨੇ, नामा साहब ऐसे गोल हो गया यार, निशानी ना कबूल करो, गोल कर देता है। इम्कान के फौरन बाद वाला जुमला पढ़े जरा यार, क्यों रोला पाते हो? और सर जी इम्कान के फौरन बाद वाला क्यों पाते हो? की हो की गया है? पढ़ लो। मैं ਜਿਹੜੀ ਗੱਲ ਕਹੀ ਹੈ ਕਿ ਮੈਂ ਜਿਹੜੀ ਗੱਲ ਕਹੀ ਉਹ ਰਿਕਾਰਡਿੰਗ ਹੋਈ ਹੈ ਕਿ ਮਿਰਜ਼ਾ ਸਾਹਿਬ ਦੇ ਨਜ਼ਦੀਕ ਐਸਾ ਬੰਦਾ ਵੀ ਨਬੀ ਬਣ ਸਕਦਾ ਏ ਜਿਹੜਾ ਚੂੜਾ ਚਮਾਰ ਹੋਵੇ। अच्छा आगे क्या क्या लिखा है? गल है लिखी कि नहीं मिर्जा साहब ने? इम्कान लिखा है। उन्होंने ये नहीं लिखा, उन्होंने ये नहीं लिखा। क्या उन्होंने कह रहा है ऐसा नहीं होता, खुदा ताला कुदरत में तो अल्लाह ताला के सब कुछ है, लेकिन उसकी हिकमत के खिलाफ ये बात है कि किसी ऐसे शख्स को बनाया जाए। मैं ਜਿਹੜੀ ਗੱਲ ਕਹੀ ਹੈ ਕਿ बस हम जिद कर रहे हो, क्या हो सकता है? सारी गल ਅਸੀਂ ਪੜ੍ਹ ਕੇ ਸੁਣਾ ਵੀ ਦਿੱਤੀ ਹੈ। ਹਾਂ ਠੀਕ ਤੁਸੀਂ ਹੈ, ਫਿਰ ਵੀ ਜਿੱਦੀ ਹੋ। ਮੇਰੇ ਹੁਣ ਇੱਕ ਸਵਾਲ ਦਾ ਜਵਾਬ ਦੇ ਦਿਓ, क्या ਇਸ ਤਰ੍ਹਾਂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਕਿ ਚੂੜੇ ਚਮਾਰ ਨੂੰ ਅੱਲਾਹ ਨਬੀ ਬਣਾ ਦੇ? ਅੱਲਾਹ ਤਾਲਾ ਦੀ ਹਿਕਮਤ ਦੇ ਖਿਲਾਫ ਹੈ, ਇਹੀ ਤੇ ਗੱਲ ਦੱਸੀ ਹੈ। ਨਹੀਂ ਹੋ ਸਕਦਾ। ਅੱਲਾਹ ਤਾਲਾ ਗਾਲਿਬ ਤੇ ਹੈ ਹਰ ਅੱਛਾ ਖਲੋ ਜਾਓ ਇੱਕ ਮਿੰਟ, ਰੁਕ ਜਾਓ, लेकिन ਉਹਦੀ ਹਿਕਮਤ ਦੇ ਖਿਲਾफ ਹੈ। रुक जाओ ਤੁਸੀਂ साहब तहरीर दोबारा पढ़ ले, इम्कान से अगला जुमला पढ़ ले। ਤੁਸੀਂ ਕਹਿੰਦੇ ਹੋ ਨਹੀਂ ਹੋ ਸਕਦਾ, ਸਾਰੇ ਬੰਦੇ ਰਲੋ ਤੇ ਚੌਹਾਨ ਸਾਹਿਬ ਦੇ ਦੁਆਲੇ ਖਲੋ ਜਾਓ। ਚੌਹਾਨ ਸਾਹਿਬ ਮਿਰਜ਼ਾ ਸਾਹਿਬ ਨੂੰ ਡਿਫੈਂਡ ਕਰਨ ਲੱਗੇ ਨੇ, ਦੁਆਲੇ ਹੋ ਜਾਓ ਚੌਹਾਨ ਸਾਹਿਬ ਦੇ, ਉਹ ਘੇਰਾ ਮਾਰ ਲਓ ਚੌਹਾਨ ਸਾਹਿਬ ਨੂੰ। ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਹੋ ਸਕਦਾ। नामा साहब कोई मैंने ना परेशान हो यार, मेरी बाकी भाइयों से रिक्वेस्ट है, सिद्धू भाई ना करो ना, सिद्धू भाई ना करो, वाटर भाई ना करो यार, सिद्धू भाई ना करो। ਬਣਦੇ ਤੁਸੀਂ ਬੜੇ ਸਿਵਲਾਈਜ਼ਡ ਹੋ, ਸਾਡੀ ਤਰਫੋਂ ਕੋਈ ਬੰਦਾ ਬੋਲਦਾ ਹੈ ਤੁਸੀਂ ਬਣਦੇ ਬੜੇ ਸਿਵਲਾਈਜ਼ਡ ਹੋ, ਲੇਕਿਨ ਮੈਂ ਹੈਰਾਨ ਹਾਂ ਤੁਹਾਡੇ ਤੋਂ ਕਿ ਸਾਰੇ ਰੋਲਾ ਪਾ ਦਿੰਦੇ ਵਿੱਚ। अलामा साहब रोक रहे हैं, अब आप करें बात। चौहान साहब है फिक्रा सुनना मिर्जा साहब का खुदा। अब यार करा दो सिद्धू साहब ने, सैनी साहब चुक लिया जो बावजूद इस इम्कान के कि जब से दुनिया पैदा हुई है कभी खुदा ने ऐसा नहीं किया, क्योंकि ऐसा करना उसकी हिकमत। वो ठीक है, वो ठीक है, सुन लो एक मिनट। हिकमत के खिलाफ है, गालिबा से अल्लाह ताला है, गालिब है, अजीज है, लेकिन हिकमत हकीम भी है। ठीक ठीक, ਹੁਣ ਓਵਰਲੈਪਿੰਗ ਨਹੀਂ ਅਸਾਂ ਕਰਨੀ। ਤੁਸੀਂ ਵੀ ਬਜ਼ੁਰਗ ਬੰਦੇ ਹੋ ਤੇ ਮੈਂ ਵੀ ਕੋਈ ਬੱਚਾ ਨਹੀਂ। ਮੈਨੂੰ ਸਿਰਫ ਤੁਸੀਂ ਇਸ ਸਵਾਲ ਦਾ ਜਵਾਬ ਦੇਣਾ ਜੇ ਮੈਂ ਪੜ੍ਹ ਕੇ ਸੁਣਾਉਣ लगा। अब खुदा ताला की कुदरत पर ख्याल करके मुमकिन तो है कि वो अपने कामों से तायब होकर मुसलमान हो जाए, और फिर ये भी मुमकिन है कि खुदा ताला का ऐसा फजल उस पर हो कि वो रसूल और नबी भी बन जाए। तुसी कहते हो मुमकिन ही नहीं है, मैं ਤੁਹਾਡੀ ਮੰਨਣੀ ਕਿ ਮਿਰਜ਼ਾ ਸਾਹਿਬ ਦੀ ਮੰਨਣੀ? वो कह रहे खुदा ताला की कुदरत से मुमकिन है, लेकिन उसकी मसलत के खिलाफ है। मसले के खिलाफ है, मसले के खिलाफ है। वैसे अल्लाह ताला ने कभी नहीं इंज बनाया। मेरी गल सुन लो ना, तारीख के खिलाफ है, मसले के खिलाफ है, हिकमत के खिलाफ है, लेकिन मुमकिन तो है ना, बन सकता है ना। बे अल्लाह ताला लिए तो सब कुछ मुमकिन है। अच्छा नहीं मैं नहीं, अल्लाह ताला कादिर ते है कर चरण तो, लेकिन ਉਹਦੇ ਮਸਲਤ ਦੇ ਖਿਲਾਫ ਹੈ। ਚੌਹਾਨ ਸਾਹਿਬ ਮੈਂ ਸਭ ਕੰਮ ਨਹੀਂ ਪੁੱਛੇ, ਮੈਂ ਇੰਨਾ ਪੁੱਛਿਆ ਕਿ ਜਿਹੜਾ ਚੂੜਾ ਏ, ਜਿਹੜਾ ਭੰਗੀ ਏ, ਜਿਹੜਾ ਗੰਦ ਉਠਾਉਂਦਾ ਹੈ, ਜਿਹੜਾ 2-4 ਵਾਰੀ ਜ਼ਨਾ ਦੇ ਕੇਸ 'ਚ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਗਿਆ, ਥਾਣੇ ਵੀ ਰਹਿ ਕੇ ਆਇਆ, ਗਾਉਂ ਦੇ ਲੰਬਰਦਾਰ ਨੇ ਉਹਨੂੰ ਜੁੱਤੀਆਂ ਵੀ ਮਾਰੀਆਂ ਨੇ, ਮਾਂ ਤੇ ਨਾਨੀਆਂ ਦਾਦੀਆਂ ਵੀ ਉਹਦੀਆਂ ਐਸੇ ਗੰਦੇ ਕੰਮਾਂ 'ਚ ਮਸ਼ਗੂਲ ਰਹੀਆਂ ਨੇ, ਮੁਰਦਾਰ ਖਾਂਦੇ ਨੇ, ਗੂੰ ਚੁੱਕਦੇ ਨੇ। ਮੁਮਕਿਨ ਹੈ ਕਿ ਉਹ ਨਬੀ ਬਣ ਜਾਏ? नहीं मुमकिन। फिर मिर्जा साहब ने की क्या है? मिर्जा साहब ने यही क्या है कि खुदा ताला कादिर है, लेकिन अल्लाह ताला ऐसा करता नहीं है, क्योंकि अल्लाह ताला
ਜਦੋਂ ਕਹਿੰਦੇ ਨਾ ਉਹ ਅਜ਼ੀਜ਼ ਹੈ, ਗਾਲਿਬ ਹੈ, ਉਹਦੇ ਨਾਲ ਉਹ ਕਹਿੰਦਾ ਹਕੀਮ ਵੀ ਹੈ, ਕਿਉਂਕਿ ਅੱਲਾਹ ਤਾਲਾ ਤੇ ਚਾਹੇ ਸਾਰੀ ਦੁਨੀਆ ਨੂੰ ਇੱਕ ਦਫਾ ਮਿਟਾ ਦੇ, ਮੇਰਾ ਸਵਾਲ ਉਹਦੀ ਲੇਕਿਨ ਹਿਕਮਤ ਦੇ ਅੱਲਾਹ ਤਾਲਾ ਬਾਰੇ ਨਹੀਂ ਕੁਦਰਤ ਤੇ ਰੱਖਦਾ ਹੈ, ਲੇਕਿਨ ਐਸਾ ਰੱਖਦਾ ਨਹੀਂ ਕਿਉਂਕਿ ਉਹਦੀ ਹਿਕਮਤ ਦੇ ਖਿਲਾਫ ਹੈ। ਚੌਹਾਨ ਸਾਹਿਬ ਮੇਰਾ ਸਵਾਲ ਉਹਦੀ ਹਿਕਮਤ ਮੇਰੀ ਦੇ ਬਾਰੇ ਗੱਲ ਖਤਮ ਹੋ ਗਈ, ਹੁਣ ਕੋਈ ਇਹਦੇ ਤੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪੜ੍ਹ ਕੇ ਵੀ ਅਸੀਂ ਸੁਣਾ ਦਿੱਤਾ, ਤੁਸੀਂ ਲੱਭਣਾ ਕੀ ਇਹਦੇ ਚੋਂ? ਮੈਂ ਨਹੀਂ ਕੁਝ ਨਹੀਂ ਲੱਭਦਾ, ਮੈਂ ਐਸਾ ਕੋਈ ਬੰਦਾ ਨਹੀਂ ਬਣ ਸਕਦਾ, ਨਾ ਕੋਈ ਬਣਦਾ ਹੈ, ਅੱਲਾਹ ਤਾਲਾ ਦੀ ਹਿਕਮਤ ਦੇ ਖਿਲਾਫ ਹੈ। ਜੇ ਨਹੀਂ ਬਣ ਸਕਦਾ ਤੁਸੀਂ ਫੇਰ ਵੀ ਉਹਦੇ ਤੇ ਲੱਗੇ ਹੋਏ ਹੋ। ਮੇਰੀ ਗੱਲ ਸੁਣੋ, ਜੇ ਨਹੀਂ ਬਣ ਸਕਦਾ ਤਾਂ ਫਿਰ ਆਖੋ ਮਿਰਜ਼ਾ ਸਾਹਿਬ ਨੇ ਗਲਤ ਲਿਖਿਆ। ਨਹੀਂ, ਮਿਰਜ਼ਾ ਸਾਹਿਬ ਨੇ ਬਿਲਕੁਲ ਦੁਰੁਸਤ ਲਿਖਿਆ ਹੈ। ਜੇ ਦੁਰੁਸਤ ਲਿਖਿਆ ਤਾਂ ਬਣ ਸਕਦਾ ਹੈ। ਕਾदिर ਹੈ, ਲੇਕਿਨ ਉਹਦੀ ਹਿਕਮਤ ਦੇ ਖਿਲਾਫ ਕਦੀ ਨਹੀਂ ਬਣਾਉਂਦਾ। ਚੌਹਾਨ ਸਾਹਿਬ ਤੁਸੀਂ ਫੇਰ ਵੀ ਨਹੀਂ ਉਹ ਬਾਤ ਆ ਅਗਰ ਰਹੇ। ਦੁਰੁਸਤ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਤਾਂ ਤੁਸੀਂ ਕਹਿ ਦਿਓ ਮੁਮਕਿਨ ਤੇ ਹੈ, ਅੱਲਾਹ ਤਾਲਾ ਦੀ ਕੁਦਰਤ ਦੇ ਜ਼ਰੀਏ ਅੱਲਾਹ ਤਾਲਾ ਦੇ ਮੁਮਕਿਨ ਤੇ ਹੈ। ਲਈ ਤੇ ਸਭ ਕੁਝ ਕੁਦਰਤ ਹੈ, ਤੇ ਜੇ ਸਭ ਕੁਝ ਕੁਦਰਤ ਹੈ, ਵੀ ਕੁਦਰਤ ਮਿਰਜ਼ਾ ਲੇਕਿਨ ਸਾਹਿਬ ਅੱਲਾਹ ਨੇ ਤਾਲਾ ਦੀ ਹਿਕਮਤ ਦੇ ਖਿਲਾਫ ਜਿਹੜੀ ਕੁਦਰਤ ਮਿਰਜ਼ਾ ਸਾਹਿਬ ਨੇ ਲਿਖੀ ਹੈ, ਇਹਨੂੰ ਆਉਨ ਕਰ ਦਿਓ ਕਿ ਇਹ ਕੁਦਰਤ ਅੱਲਾਹ ਤਾਲਾ ਦੀ ਹੋ ਸਕਦੀ ਹੈ। ਅੱਲਾਹ ਤਾਲਾ ਨੂੰ ਸਭ ਕੁਦਰਤ ਹੈ। ਫਿਰ ਆਖੋ ਨਾ, ਫਿਰ ਚੂੜਾ, ਫਿਰ ਆਖੋ ਨਾ ਨਹੀਂ ਬਣ ਸਕਦਾ, ਅੱਗੇ ਤੇ ਦੱਸ ਦਿੱਤਾ ਨਹੀਂ, ਹਿਕਮਤ ਦੇ ਖਿਲਾਫ ਹੈ। ਅੱਲਾਹ ਤਾਲਾ ਗਾਲਿਬ ਹੈ, ਲੇਕਿਨ ਨਹੀਂ ਹਿਕਮਤ ਬਣ ਵਾਲਾ ਸਕਦਾ। ਨਾ ਕਰੋ, ਨਹੀਂ ਬਣ ਸਕਦਾ, ਕਦੀ ਨਹੀਂ ਬਣਿਆ, ਨਾ ਕਦੀ ਐਸਾ ਹੋ ਸਕਦਾ ਹੈ। ਉਹ ਨਾ ਆਖੋ ਨਹੀਂ ਬਣ ਹਿਕਮਤ ਦੇ ਖਿਲਾਫ ਹੈ। ਚੌਹਾਨ ਸਾਹਿਬ ਇੰਜ ਨਾ ਆਖੋ, ਮਿਰਜ਼ਾ ਸਾਹਿਬ ਨਾਰਾਜ਼ ਹੋ ਜਾਣਗੇ ਜੇ। ਨਹੀਂ, ਐਵੇਂ ਤੁਸੀਂ ਗਲਤ ਉਹਨਾਂ ਨੂੰ ਪੇਸ਼ ਕਰ ਰਹੇ ਹੋ। ਉਹ ਕਹਿ ਰਹੇ ਨੇ ਬਣ ਸਕਦਾ ਹੈ, ਮੁਮਕਿਨ ਹੈ, ਮੁਮਕਿਨ ਹੈ। ਨਹੀਂ, ਕਦੀ ਨਹੀਂ ਅੱਲਾਹ ਤਾਲਾ ਕਰਦਾ, ਉਹਦੀ ਮਸਲੇ ਜੇ ਨਹੀਂ ਕਰਦਾ ਤੇ ਮੁਮਕਿਨ ਜਦੋਂ ਤੱਕ ਦੁਨੀਆ ਬਣੀ ਹੈ, ਜਦੋਂ ਤੱਕ ਦੁਨੀਆ ਬਣੀ ਹੈ, ਕਦੀ ਖੁਦਾ ਨੇ ਐਸਾ ਨਹੀਂ ਕੀਤਾ। ਮੈਂ ਵੀ ਮੰਨਦਾ ਨਹੀਂ ਹਿਕਮਤ ਕੀਤਾ। ਔਰ ਮਸਲੇ ਦੇ ਖਿਲਾਫ ਹੈ। ਇਮਕਾਨ ਕਿਤੋਂ ਕੱਢਿਆ ਹੈ? इमकान ते अल्लाह ताला ते हर चीज कादिर है, तो फिर इस चीज का इम्कान है। अल्लाह ताला हर चीज ते कादिर, लेकिन वो ऐसा करता नहीं है। जे वो कादिर है, अजीज भी है, हकीम भी है। मेरी गल सुनो ना, वो कादिर है ना, ते ए कुदरत ओदी मिर्जा साहब ने लिखी, तुसी इस कुदरत दे उत्ते ईमान लियावो भी मुमकिन है। आखो मुमकिन है, लेकिन ऐसा करता नहीं कि मसले के खिलाफ नहीं। आखो तुसी मुमकिन ते है, मुमकिन ते अल्लाह ਲਈ ਸਾਰਾ ਕੁਝ ਹੈ। ਹਸਨ ਦੀ ਗੱਲ ਹੈ, ਤੁਸੀਂ ਕਹਿੰਦੇ ਹੋ ਅੱਲਾਹ ਤਾਲਾ ਅਸਮਾਨ ਤੇ ਉਹਨੂੰ ਬਿਠਾ ਸਕਦਾ ਹੈ। ਜਵਾਬ ਦੇਣਾ ਚਾਹਤਾ ਤੁਸੀਂ ਤੇ ਆਪਣੇ ਕੋਲੋਂ ਨਹੀਂ ਤੁਸੀਂ ਨਹੀਂ ਜਵਾਬ ਦੇਣਾ। ਅੱਲਾਹ ਤਾਲਾ ਚਾਹੇ ਤੁਹਾਡੇ ਕੰਨ ਦੇ ਵਿੱਚੋਂ ਫੁਆਰਾ ਕੱਢ ਦੇ, ਚੌਹਾਨ ਸਾਹਿਬ ਮੇਰੀ ਗੱਲ ਸੁਣੋ, ਲੇਕਿਨ ਉਹ ਕਰਦਾ ਨਹੀਂ ਹੈ, ਹਿਕਮਤ ਦੇ ਖਿਲਾਫ ਹੈ। ਮੁਮਕਿਨ ਹੈ, ਅੱਲਾਹ ਤਾਲਾ ਦੇ ਲਈ ਸਭ ਕੁਝ ਕੁਦਰਤ ਹੈ। ਹਾਂ ਠੀਕ ਹੈ। ਅੱਲਾਹ ਤਾਲਾ ਚਾਹੇ ਕਿ ਸੂਰਜ ਜਿਹੜਾ ਹੈ ਉਹ ਮਗਰਿਬ ਚੋਂ ਕੱਢ ਦੇ, ਹਾਂਜੀ, ਲੇਕਿਨ ਐਸਾ ਕਰਦਾ ਨਹੀਂ, ਉਹ ਹਿਕਮਤ ਦੇ ਖਿਲਾਫ ਹੈ। ਇਹ ਗੱਲ ਲਿਖੀ ਹੈ ਕਿ ਅੱਲਾਹ ਤਾਲਾ ਤੋਂ ਕੋਲ ਤੇ ਕੁਦਰਤ ਤੇ ਹੈ, ਲੇਕਿਨ ਉਹਦੀ ਹਿਕਮਤ ਦੇ ਖਿਲਾਫ ਹੈ। ਹਿਕਮਤ ਦੇ ਤੇ ਖਿਲਾਫ ਹੈ। ਅਸੀਂ ਹਿਕਮਤ ਦੀ ਤੇ ਗੱਲ ਹੀ ਨਹੀਂ ਕੀਤੀ। ਅਸੀਂ ਹਿਕਮਤ ਦੀ ਗੱਲ ਕਰ ਰਹੇ ਹਾਂ। ਅਗਰ ਇਹ ਤੁਸੀਂ ਹਿਕਮਤ ਦੀ ਗੱਲ ਨਹੀਂ ਕਰੋਗੇ ਤੇ ਗੱਲ ਉਹਦੀ ਕੋਈ ਬਣੇਗਾ ਹੀ ਨਹੀਂ ਕੁਝ। ਹਾਂਜੀ, ਉਹਨਾਂ ਨੇ ਦੱਸਿਆ ਕਿ ਅੱਲਾਹ ਤਾਲਾ ਤੇ ਹਰ ਚੀਜ਼ ਤੇ ਕਾਦਰ ਹੈ, ਲੇਕਿਨ ਉਹਦੀ ਹਿਕਮਤ ਦੇ ਖਿਲਾਫ ਹੈ। ਇਸ ਵਜ੍ਹਾ ਨਾਲ ਕਿ ਜਿਸ ਲੋਕਾਂ ਨੇ ਉਹਨਾਂ ਦੀ ਇਤਾਅਤ ਕਰਨੀ ਹੁੰਦੀ ਹੈ, ਉਹ ਅਗਰ ਉਹ ਰਜ਼ੀਲ ਸ਼ਖਸ ਹੈ, ਉਹਦੀ ਇਤਾਅਤ ਨਹੀਂ ਲੋਕ ਕੋਈ ਕਰੇਗਾ। ਅੱਛਾ, ਇਹ ਰਾਹਤ ਕਰੇਗਾ ਉਹਦੇ ਕੋਲ, ਤੇ ਅੱਲਾਹ ਤਾਲਾ ਨੇ ਐਸਾ ਕਦੀ ਨਹੀਂ ਕੀਤਾ। ਚੌਹਾਨ ਸਾਹਿਬ ਤੁਸੀਂ ਗਲਤ ਬਿਆਨੀ ਕੀਤੀ ਸੀ, ਤੁਸੀਂ ਕਿਹਾ ਸੀ ਅੱਲਾਹ ਤਾਲਾ ਉਹਨੂੰ ਵੀ ਬਣਾ ਸਕਦਾ ਹੈ, ਹਾਲਾਂਕਿ ਮਿਰਜ਼ਾ ਸਾਹਿਬ ਨੇ ਕਿਹਾ ਬਣਾ ਸਕਦਾ ਹੈ, ਮਿਰਜ਼ਾ ਸਾਹਿਬ ਨੇ ਕਿਹਾ ਮੁਮਕਿਨ ਹੈ। ਤੁਹਾਡੇ ਅੱਖਾਂ ਦੇ ਸਾਹਮਣੇ ਪਿਆ ਹੈ ਕਿ ਮਿਰਜ਼ਾ ਸਾਹਿਬ ਕਹਿ ਰਹੇ ਨੇ ਇੱਕ ਸ਼ਖਸ ਜਿਹੜਾ ਕੌਮ ਦਾ ਚੂੜਾ ਤੇ ਭੰਗੀ ਹੈ, ਗਾਉਂ ਦੇ ਸ਼ਰੀਫ ਮੁਸਲਮਾਨਾਂ ਨੇ 30-40 ਸਾਲਾਂ ਦੀ ਉਹ ਖਿਦਮਤ ਪਿਆ ਕਰਦਾ ਹੈ, ਤੇ ਘਰਾਂ ਦੀਆਂ ਗੰਦੀਆਂ ਨਾਲੀਆਂ ਸਾਫ਼ ਕਰਨਾ ਆਉਂਦਾ, ਉਹਨਾਂ ਦੇ ਪਖਾਨਿਆਂ ਦੀ ਨਜਾਸਤ ਚੁੱਕਦਾ ਹੈ, 1-2 ਦਫਾ ਚੋਰੀ 'ਚ ਵੀ ਫੜਿਆ ਗਿਆ ਹੈ, ਤੇ 3-4 ਵਾਰੀ ਜ਼ਨਾ ਦੇ ਕੇਸ ਵਿੱਚ ਗ੍ਰਿਫਤਾਰ ਹੋ ਕੇ ਉਹਦੀ ਰਸਵਾਈ ਹੋ ਚੁੱਕੀ ਹੈ, ਤੇ ਜੇਲ੍ਹ ਵੀ ਰਹਿ ਚੁੱਕਿਆ ਹੈ, ਤੇ ਚੰਦ ਦਫਾ ਗਾਉਂ ਦੇ ਲੰਬਰਦਾਰ ਨੇ ਉਹਨੂੰ ਛਿੱਤਰ ਵੀ ਮਾਰੇ ਨੇ ਫੜ ਕੇ, ਤੇ ਉਹਦੀ ਮਾਂ ਤੇ ਨਾਨੀਆਂ ਦਾਦੀਆਂ ਵੀ ਐਸੇ ਗੰਦੇ ਕੰਮਾਂ 'ਚ ਮਸ਼ਗੂਲ ਰਹੀਆਂ ਨੇ, ਸ਼ਾਮਲ ਰਹੀਆਂ ਨੇ, ਤੇ ਮੁਰਦਾਰ ਖਾਂਦੇ ਨੇ ਤੇ ਗੂੰ ਚੁੱਕਦੇ ਨੇ। ਮੁਮਕਿਨ ਹੈ ਕਿ ਉਹ ਵੀ ਨਬੀ बन जाए, ये लिखा है मिर्जा साहब ने। हाँ जी सुनो, लेकिन बावजूद इस इम्कान के जब से दुनिया पैदा हुई है कभी खुदा ने ऐसा नहीं किया, क्योंकि ऐसा करना उसकी हिकमत और मसलियत के खिलाफ है। और वो जानता है कि लोगों के लिए ये एक फोकल ताकत ठोकर की जगह है कि एक ऐसा शख्स तो पुश्त दर पुश्त रजील चला आता है, और लोगों की नज़र में ना सिर्फ वो नीच है बल्कि उसका बाप और दादा और परदादा और जहाँ तक मालूम है कौम के नीच हैं, और हमेशा से शरीर और बदकार होते चले आए हैं, और मवैशियों की तरह अदना खिदमतें करते रहे हैं। अब अगर लोगों से उसकी इताअत कराई जाए तो बिलाशुबा लोग उसकी इताअत से कराहत करेंगे, क्योंकि ऐसी जगह में कराहत करना इंसान के लिए एक तभी अमर है। इसलिए खुदा ताला का कदीम कानून और सुन्नत यही है कि वो सिर्फ उन लोगों को मनसब दावत यानी नबूवत वगैरह पर मामूर करता है जो आला ख़ानदान में से हों और ज़ाती तौर पर भी चाल चलन अच्छे रखते हों। ठीक, मैं ये प्यार करना कि जिन्नी तुसां गल पढ़ी है, इस सारी गल नूं मैं दुरुस्त मनना, ਇਹਦੇ ਵਿੱਚ ਮੇਰਾ इख्तलाफ ही कोई नहीं है कि कदीम तो अल्लाह ताला दी ये सुन्नत नहीं है कि उन्हें कदे किसी ऐसे बंदे नूं नबी बनाया वे। इस गल ते मेरा इख्तलाफ नहीं है। सुन लो ना, मेरा इख्तलाफ इस गल ते वे जेड़ी उन्होंने यह गल आखी है कि इस तरह का भी बंदा नबी बन सकता है,
ਇਮਕਾਨ ਹੈ ਕਿ ਅੱਲਾਹ ਤਾਲਾ ਉਹਨੂੰ ਨਬੀ ਬਣਾ ਦੇ। ਗੱਲ ਦੀ ਅਹਿਮੀਅਤ ਖਤਮ ਹੋ ਗਈ ਨਾ ਜਦੋਂ ਉਹ ਕਹਿ ਰਹੇ ਨੇ ਕਿ ਐਸਾ ਅੱਲਾਹ ਤਾਲਾ ਕਦੀ ਕਰਦਾ ਨਹੀਂ ਹੈ ਕਿਉਂਕਿ ਉਹਦੀ ਹਿਕਮਤ ਦੇ ਖਿਲਾਫ ਹੈ। ਯਾਨੀ ਉਹਦੀ ਨਕੀਜ਼ ਕਰਤੀ ਮਿਰਜ਼ਾ ਸਾਹਿਬ ਨੇ। ਜਿਹੜੀ ਅੱਲਾਹ ਤਾਲਾ ਦੀ ਕੁਦਰਤ ਦੀ ਗੱਲ ਹੋ ਰਹੀ ਹੈ, ਨਹੀਂ ਜਿਹੜੀ ਪਹਿਲੇ ਵਾਲੀ ਗੱਲ ਹੈ, ਤੇ ਅੱਲਾਹ ਦੀ ਲਾ ਮਹਦੂਦ ਹੈ, ਲੇਕਿਨ ਅੱਲਾਹ ਤਾਲਾ ਐਸਾ ਤਾਕਤ ਰੱਖਣ ਦੇ ਬਾਵਜੂਦ ਕਰਦਾ ਨਹੀਂ ਹੈ। ਅੱਛਾ ਕਿ ਅੱਲਾਹ ਤਾਲਾ ਦੀ ਹਿਕਮਤ ਕਰਦਾ ਨਹੀਂ। ਮੈਂ ਤੁਹਾਡੇ ਨਾਲ ਮੁਤਫਿਕ, ਤੁਸੀਂ ਉਹ ਗੱਲ ਕਰਦੇ ਹੋ ਜਿਹਦੇ ਤੇ ਇਤਫਾਕ ਹੈ। ਮਤਲਬ ਝਗੜਾ ਕਿਸ ਚੀਜ਼ ਦਾ ਹੈ? ਮੇਰਾ ਜਿਹਦੇ ਤੇ ਇਖਤਲਾਫ ਹੈ ਤੁਸੀਂ ਉਧਰ ਨਹੀਂ ਆਉਂਦੇ। ਅਸੀਂ ਪੜ੍ਹ ਦਿੱਤਾ ਨਾ ਸਾਰੀ ਇਬਾਰਤ, ਦੱਸ ਵੀ ਦਿੱਤਾ ਅੱਲਾਹ ਤਾਲਾ ਇੰਜ ਨਹੀਂ ਕਰਦਾ ਕਦੀ ਵੀ, ਹਿਕਮਤ ਦੇ ਖਿਲਾਫ ਹੈ। ਅਜ਼ੀਜ਼ ਜੋ ਹੈ ਗਾਲਿਬ ਹੈ, ਲੇਕਿਨ ਹਿਕਮਤ ਦੇ ਖਿਲਾਫ ਕੰਮ ਨਹੀਂ ਕਰਦਾ। ਅਗਰ ਹਿਕਮਤ ਦੇ ਖਿਲਾਫ ਨਹੀਂ ਕਰਦਾ, ਨਹੀਂ ਉਹਨੇ ਕੀਤਾ, ਤੇ ਫਿਰ ਆਖੋ ਇਹਦਾ ਇਮਕਾਨ ਵੀ ਨਹੀਂ, ਸੋਚੀ ਵੀ ਨਾ ਇਹੋ ਜੀ ਗੱਲ। ਉਹਨਾਂ ਨੇ ਤੁਹਾਡੇ ਕੋਲੋਂ ਤੇ ਨਹੀਂ ਮਿਰਜ਼ਾ ਸਾਹਿਬ ਨੇ ਪੜ੍ਹਨਾ ਨਹੀਂ, ਤੇ ਜੇ ਉਹ ਸੁਲਤਾਨ ਅਲ ਕਲਮ ਨੇ ਤੇ ਫਿਰ ਅੱਜ ਵੀ ਲੋਂਡੇ ਲਪਾੜੇ ਆ ਕੇ ਦੱਸਣਗੇ ਕਿ ਜੀ ਉਹਨਾਂ ਨੂੰ ਮਿਰਜ਼ਾ ਸਾਹਿਬ ਨੂੰ ਕੀ ਲਿਖਣਾ ਚਾਹੀਦਾ ਸੀ। ਨਹੀਂ, ਬਿਲਕੁਲ ਦਰੁਸਤ ਲਿਖਿਆ। ਜਿਹੜੀ ਉਹਨਾਂ ਗੱਲ ਪਹਿਲਾਂ ਲਿਖੀ ਹੈ ਦੂਜੀ ਨਾਲ ਉਹਨੂੰ ਖਤਮ ਕਰ ਦਿੱਤਾ ਹੈ ਜਾਂ ਬਰਕਰਾਰ ਹੈ ਪਹਿਲੇ ਵਾਲੀ ਗੱਲ? ਨਹੀਂ, ਉਹ ਕੁਦਰਤ ਅੱਲਾਹ ਤਾਲਾ ਨੂੰ ਹਰ ਤਰ੍ਹਾਂ ਦੀ ਹੈ। ਤੇ ਜੇ ਕੁਦਰਤ ਹੈ ਤੇ ਤੁਸੀਂ ਸਿਰਫ ਐਨਾ ਹੀ ਆਖਣਾ ਜੇ ਕੁਦਰਤ ਲੇਕਿਨ ਹੈ ਕਿ ਅੱਲਾਹ ਤਾਲਾ ਐਸਾ ਕਰਦਾ ਨਹੀਂ ਹੈ। ਤੁਸੀਂ ਜਦੋਂ ਇਤਰਾਜ਼ ਕੀਤਾ ਸੀ ਨਾ, ਤੁਸੀਂ ਕਿਹਾ ਸੀ ਅੱਲਾਹ ਤਾਲਾ ਐਸੇ ਬੰਦੇ ਨੂੰ ਨਬੀ ਬਣਾਉਂਦਾ ਹੈ, ਲੇਕਿਨ ਉਹ ਤੁਹਾਡੀ ਗਲਤ ਗੱਲ ਹੈ ਨਾ। ਬਣਾਉਂਦਾ ਹੈ, ਉਹ ਤੁਸੀਂ ਬੋਲਿਆ ਸੀ ਬਣਾਉਂਦਾ ਜ਼ਾਹਿਰ ਹੋ ਗਿਆ ਬਸ। ਬਣਾਉਂਦੇ ਦੇ ਅਲਫਾਜ਼ ਮੈਂ ਬੋਲੇ ਹੁਣ ਤੇ ਮੈਂ ਮਾਫੀ ਮੰਗਾਂਗਾ ਸਭ। ਤੁਸੀਂ ਬਿਲਕੁਲ ਇਹੀ ਬੋਲੇ ਸੀ। ਮੈਂ ਕਿਹਾ ਕਿ ਮਿਰਜ਼ਾ ਸਾਹਿਬ ਨੇ ਇਸ ਚੀਜ਼ ਤੇ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ। ਤੁਸੀਂ ਉਦੋਂ ਵੀ ਇਹੀ ਗੱਲ ਕਹੀ ਸੀ, ਤੁਸੀਂ ਇੰਨਾ ਕੁ ਤੇ ਪੜ੍ਹ ਲੈਂਦੇ ਹੋ, ਅੱਗੋਂ ਨਹੀਂ ਪੜ੍ਹਦੇ ਕਿ ਅੱਲਾਹ ਤਾਲਾ ਦੀ ਹਿਕਮਤ ਦੇ ਖਿਲਾਫ ਅੱਗੇ ਉਹਦੇ ਉਲਟ ਗੱਲ ਬੇਈਮਾਨੀ ਕਰਦੇ ਉੱਥੇ, ਅਗਲਾ ਹਿੱਸਾ ਜਿਹੜਾ ਕਿ ਸਾਰੇ ਮੁਖਾਲਫਿਨ ਕਰਦੇ ਨੇ। ਮੈਂ ਪਿਆ ਕਹਿੰਦਾ ਜਿਹੜਾ ਅਗਲਾ ਹਿੱਸਾ ਹੈ ਉਹ ਇਹਦੇ ਉਲਟ ਹੈ। ਨਹੀਂ, ਉਹਦੇ ਚ ਅੱਲਾਹ ਤਾਲਾ ਉਹਨਾਂ ਦੱਸ ਦਿੱਤਾ ਕਿ ਅੱਲਾਹ ਤਾਲਾ ਕੁਦਰਤ ਰੱਖਣ ਦੇ ਬਾਵਜੂਦ ਇੰਜ ਕਰਦਾ ਨਹੀਂ ਕਿਉਂਕਿ ਉਹਦੀ ਹਿਕਮਤ ਦੇ ਖਿਲਾਫ ਹੈ। ਜੇ ਕਰਦਾ ਨਹੀਂ ਇਮਕਾਨ ਹੈ ਕਿ ਖਤਮ ਹੋ ਗਈ ਨਾ ਗੱਲ, ਖਤਮ ਹੋ ਗਈ। ਨਹੀਂ, ਫਿਰ ਇਮਕਾਨ ਖਤਮ ਹੋ ਗਿਆ। ਨਹੀਂ, ਅੱਲਾਹ ਤਾਲਾ ਦੀ ਕੁਦਰਤ ਜਿਹੜੀ ਹੈ ਮਹਦੂਦ ਹੈ। ਜੇ ਕੁਦਰਤ ਲਾ ਮਹਦੂਦ ਅੱਲਾਹ ਤਾਲਾ ਕਾਦਰ ਨਹੀਂ ਹੈ ਚੀਜ਼ ਦੇ। ਭਾਈ ਗੱਲ ਸੁਣੋ ਨਾ ਚੌਹਾਨ ਸਾਹਿਬ, ਅੱਲਾਹ ਤਾਲਾ ਕਾਦਰ ਨਹੀਂ ਕਿ ਤੁਹਾਨੂੰ ਚੂੜਾ ਟੱਟੀ ਚੁੱਕਣ ਵਾਲਾ ਬਣਾ ਦੇ, ਤੁਹਾਨੂੰ ਐਸੇ ਘਰ ਪੈਦਾ ਕਰੇ ਜਿਹੜੇ ਕੰਜਰ ਹੋਣ। ਅੱਲਾਹ ਤਾਲਾ ਕਾਦਰ ਹੈ ਇਸ ਚੀਜ਼ ਤੇ। ਠੀਕ ਹੈ ਕਿ ਨਹੀਂ ਕਾਦਰ? ਠੀਕ ਹੈ, ਕੰਜਰਾਂ ਦੇ ਘਰ ਪੈਦਾ ਕਰਦੇ ਹੁੰਦੇ। ਮੈਂ ਪਿਆ ਕਹਿੰਦਾ ਇਹਦਾ ਇਮਕਾਨ ਤੇ ਹੈ ਨੱਚਣ ਵਾਲੀ ਹੁੰਦੀ, ਭੈਣਾਂ ਨੱਚਦੀਆਂ ਹੁੰਦੀਆਂ ਲੋਕਾਂ ਦੇ ਘਰ, ਨੱਚ ਕੇ ਲੋਕਾਂ ਦੇ ਘਰ ਪੈਸੇ ਖਾਂਦੀਆਂ ਹੋਣ। ਕਾਦਰ ਹੈ ਚੀਜ਼ ਤੇ। ਮੈਂ ਪਿਆ ਕਹਿੰਦਾ ਹਿਕਮਤ ਵਾਲਾ ਹੈ। ਮੈਂ ਇਨਕਾਰ ਪਿਆ ਕਰਨਾ, ਤੁਸੀਂ ਕਿਉਂ ਇਨਕਾਰ ਪਿਆ ਕਰਦੇ? ਮੈਂ ਕਦੋਂ ਇਨਕਾਰ ਕਰ? ਮੈਂ ਕਿਹਾ ਅੱਲਾਹ ਤਾਲਾ ਹਰ ਚੀਜ਼ ਤੇ ਕਾਦਰ ਹੈ। ਇੱਕ ਵਾਰੀ ਤੁਹਾਨੂੰ ਵੀ ਚੂੜਿਆਂ ਦਾ ਘਰ ਪੈਦਾ ਕਰ ਦਿੰਦਾ, ਅੱਲਾਹ ਤਾਲਾ ਕਾਦਰ ਹੈ। ਮੇਰੀ ਗੱਲ ਸੁਣੋ, ਲੇਕਿਨ ਅੱਲਾਹ ਤਾਲਾ ਨੇ ਐਸਾ ਕੀਤਾ ਨਹੀਂ ਹੈ ਚੌਹਾਨ ਸਾਹਿਬ ਕਿਉਂਕਿ ਅੱਲਾਹ ਤਾਲਾ ਦੀ ਹਿਕਮਤਾਂ ਨੇ। ਤੁਸੀਂ ਜਿੰਨੀਆਂ ਗੱਲਾਂ ਮੇਰੇ ਬਾਰੇ ਕਹੀਆਂ ਨੇ, ਗੱਲ ਸੁਣੋ ਨਾ, ਤੁਸੀਂ ਜਿੰਨੀਆਂ ਗੱਲਾਂ ਮੇਰੇ ਬਾਰੇ ਕਹੀਆਂ ਨੇ ਮੈਂ ਸਾਰੀਆਂ ਨੂੰ ਆਖਿਆ ਕਿ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅੱਲਾਹ ਤਾਲਾ ਨੂੰ ਕੁਦਰਤ ਉਹ ਐਸਾ ਕਰ ਸਕਦਾ ਸੀ, ਅੱਗੋਂ ਵੀ ਕਰ ਸਕਦਾ ਹੈ। ਤੁਹਾਨੂੰ ਮੈਂ ਇੱਕ ਗੱਲ ਪੁੱਛੀਏ ਕਿ ਜਿਹੜੀ ਮਿਰਜ਼ਾ ਸਾਹਿਬ ਨੇ ਗੱਲ ਲਿਖੀ ਹੈ, क्या ਤੁਸੀਂ ਹੁਣ ਮੰਨਦੇ ਹੋ ਕਿ ਇਸ ਤਰ੍ਹਾਂ ਅੱਲਾਹ ਤਾਲਾ ਕਰ ਸਕਦਾ ਹੈ ਜਾਂ ਨਹੀਂ ਮੰਨਦੇ? ਅੱਲਾਹ ਕੋ ਕੁਦਰਤ ਹੈ, ਬਿਲकुल ਬਣਾ ਸਕਦਾ ਨਾ ਅੱਲਾਹ ਤਾਲਾ ਐਸੇ ਬੰਦੇ ਹੈ, ਲੇਕਿਨ ਉਹਦੀ ਹਿਕਮਤ ਦੇ ਖਿਲਾਫ ਹੈ। ਇਸ ਤਰ੍ਹਾਂ ਦੇ ਤੁਸੀਂ ਕਿਹਾ ਸੀ ਅੱਲਾਹ ਤਾਲਾ ਐਸੇ ਚੂੜੇ ਨੂੰ ਵੀ ਨਬੀ ਬਣਾ ਸਕਦਾ ਹੈ। ਮੇਰੀ ਗੱਲ ਸੁਣੋ ਨਾ, ਇਸ ਤਰ੍ਹਾਂ ਦੇ ਬੰਦੇ ਨੂੰ ਅੱਲਾਹ ਤਾਲਾ ਨਬੀ ਬਣਾ ਸਕਦਾ ਨਾ? ਨਬੀ ਬਣਾਉਂਦਾ ਹੈ ਅੱਲਾਹ ਤਾਲਾ, ਇਹ ਕਿਹਾ ਸੀ ਤੁਸੀਂ ਉਹਨੂੰ ਰਿਕਾਰਡਿੰਗ ਨਹੀਂ ਮੇਰੀ ਗੱਲ ਸੁਣੋ, ਜਿਹਦੇ ਤੇ ਮੈਂ ਰਿਐਕਟ ਕੀਤਾ ਸੀ। ਚੌਹਾਨ ਸਾਹਿਬ ਜੋ ਕੁਝ ਮੈਂ ਬੋਲਿਆ ਉਹ ਰਿਕਾਰਡ ਹੋਇਆ। ਅਗਰ ਇਹ ਲਫ਼ਜ਼ ਨਿਕਲ ਆਏ ਕਿ ਤੁਹਾਡੇ ਹਾਂ ਅੱਲਾਹ ਤਾਲਾ ਐਸੇ ਨੂੰ ਨਬੀ ਬਣਾਉਂਦਾ ਹੈ ਜਾਂ ਬਣਾ ਦਿੰਦਾ ਹੈ, ਇਹ ਹੁਣ ਮੇਰੇ ਕੋਲ ਰਿਕਾਰਡ ਕਰ ਲਓ, ਫਿਰ ਮੈਂ ਸਭ ਕੋ ਮਾਫੀ ਮੰਗਾਂਗਾ, ਜੁਰਮਾਨਾ। ਤੁਸੀਂ ਜਦੋਂ ਇਹ ਗੱਲ ਕਹੀ ਸੀ, ਤੁਸੀਂ ਅੱਗੇ ਉਹ ਗੱਲ ਕਹੀ ਸੀ ਕਿ ਮਿਰਜ਼ਾ ਸਾਹਿਬ ਨੇ ਕਿਹਾ ਹਿਕਮਤ ਦੇ ਖਿਲਾਫ ਹੈ, ਤੁਸੀਂ ਬਿਆਨ ਕੀਤਾ। ਇਹਦਾ ਮਤਲਬ ਹੈ ਤੁਸੀਂ ਅੱਧਾ ਟੋਟਾ ਦੇ ਬਿਆਨ ਕੀਤਾ, ਅਗਲਾ ਹਿੱਸਾ ਨਹੀਂ ਬਿਆਨ ਕੀਤਾ। ਭਾਈ ਚੌਹਾਨ ਸਾਹਿਬ ਜਿਹੜੀ ਇਹ ਬੇਈਮਾਨੀ ਹੁੰਦੀ ਹੈ ਨਾ। ਚੌਹਾਨ ਸਾਹਿਬ ਮੇਰੀ मोहतरम ਗੱਲ ਸੁਣ ਲਓ, ਜਿਹੜਾ ਅਗਲਾ ਹਿੱਸਾ ਉਹਦੇ ਤੇ ਇਖਤਲਾਫ ਹੀ ਹੈ ਨਹੀਂ ਨਾ, ਉਹਦੇ ਤੇ ਮੇਰਾ ਇਤਫਾਕ ਹੈ ਕਿ ਹਿਕਮਤ ਦੇ ਖਿਲਾਫ ਨਹੀਂ ਬਣਦਾ। ਅਗਰ ਤੁਸੀਂ ਅਗਲਾ ਹਿੱਸਾ ਬਿਆਨ ਕਰੋ ਤੇ ਪਿਛਲੀ ਗੱਲ ਜਿਹੜੀ ਉਹਦੀ ਵੀ ਸਮਝ ਆ ਜਾਂਦੀ ਹੈ। ਜਦੋਂ ਤੁਸੀਂ ਬਿਆਨ ਹੀ ਇੰਜ ਕਰੋ ਕਿ ਚੂੜਾ ਖਬੀਸ ਗੂੰ ਚੁੱਕਣ ਵਾਲਾ ਅੱਲਾਹ ਤਾਲਾ ਨੂੰ ਨਬੀ ਬਣਾ ਦਿੰਦਾ ਹੈ, ਉਹ ਮੈਂ ਲਿਖੇ ਨੇ ਲਫ਼ਜ਼, ਉਹ ਤੁਹਾਡੇ ਮਿਰਜ਼ਾ ਸਾਹਿਬ ਨੇ ਐਸੇ ਮੈਂ ਕਿਹਾ ਸੀ ਮਿਰਜ਼ਾ ਸਾਹਿਬ ਨੇ ਇੰਜ ਨਹੀਂ ਲਿਖਿਆ ਹੋਇਆ। ਚੂੜਾ ਤੇ ਗੂੰ ਚੁੱਕਣ ਵਾਲਾ ਉਹ ਮੈਂ ਲਿਖੇ ਨੇ ਲਫ਼ਜ਼। ਹਾਂ, ਉਹਨਾਂ ਨੇ ਲਿਖੇ ਨੇ ਬਿਲਕੁਲ, ਤੇ ਜਿਹੜੇ ਲਿਖੇ ਨੇ ਮੈਂ ਉਹੀ ਦਰਾਈ ਨਹੀਂ ਕਰ ਰਹੇ। ਅਸੀਂ ਕਹਿ ਰਹੇ ਅੱਲਾਹ ਤਾਲਾ ਕਾਦਰ ਹੋਣ ਦੇ ਬਾਵਜੂਦ ਐਸਾ ਨਹੀਂ ਕਰਦਾ, ਨਹੀਂ ਉਹਨੇ ਕੀਤਾ ਕਦੇ, ਕਦੀਮ ਤੋਂ ਸੁਨਨਤ ਨਹੀਂ। ਹਾਂ, ਲੇਕਿਨ ਉਹਦੀ ਹਿਕਮਤ ਦੇ ਖਿਲਾਫ ਹੈ, ਕਾਦਰ ਉਹ ਹੈ, ਇਹ ਉਹਨਾਂ ਨੇ ਬਿਆਨ ਕੀਤਾ। ਤੁਸੀਂ ਸਿਰਫ ਇਹਦੇ ਤੇ ਦਸਤਖਤ ਕਰਨੇ ਨੇ ਕਿ ਹਾਂ ਇਹਦਾ ਇਮਕਾਨ ਹੈ, ਅੱਲਾਹ ਤਾਲਾ ਕਾਦਰ ਹੈ ਇਸ ਚੀਜ਼, ਲੇਕਿਨ ਅੱਲਾਹ ਤਾਲਾ ਐਸਾ ਕਰਦਾ ਨਹੀਂ। ਮੈਂ ਕਿਹਾ ਤੁਸੀਂ ਸਿਰਫ ਇਹਦੇ ਬਿਆਨ ਨਹੀਂ ਕਦੋਂ ਕੀਤਾ ਕਿ ਅੱਲਾਹ ਤਾਲਾ
ਕਾਦਰ ਤੇ ਹੈ ਉਹਦੀ ਕੁਦਰਤ ਤੇ, ਲੇਕਿਨ ਉਹ ਐਸਾ ਕਰਦਾ ਨਹੀਂ ਕਿਉਂਕਿ ਹਿਕਮਤ ਦੇ ਖਿਲਾਫ ਹੈ। आप दोनों बस भाई पूरी ना गल करने से एक फिर बड़ा ਤੁਸੀਂ इंपॉर्टेंट पॉइंट इतराज ਤੁਸੀਂ बनना ही ਸਿਰਫ अब हमें भी ਇਸ- बोलने की ਇਸ इजाजत ਗੱਲ नहीं ਦੇ 5 ਉੱਤੇ मिनट हो गए, सिर्फ आपकी दस्तखत बहस करने फंस गई है एक जगह सिर्फ पे। दस्तखत ਇਹਦੇ ਤੇ करने ने कि हाँ आपकी इस गल बहस ਦਾ गलत जगह पे इम्कान फंस गई है भाई, आप गलत बात कर रहे हो, दोनों बंदे गलत बात कर रहे और हैं। यार चुप कर जाओ यार और जी गलत बात कर मैंने रहे हो, दस्तखत आपके करा लेंगे 5-10 मिनट हो गए हैं, कहीं आपकी बात आगे चौहान साहब बढ़ को नहीं रही। दस्तखत करा लेंगे चौहान साहब और सर sign कर दो, दस्तखत छेड़ दो, sign आप कर दो मजमून कि को ही इस नहीं गल दा समझे इम्कान इसके, मौजूद है कि आप चूड़ा दोनों इस भंगी तहरीर के मजमून को समझे ही नहीं जानी है। डाकू चोर ਤੁਹਾਡੇ ਨਜ਼ਦੀਕ ਨਬੀ ਬਣ सर ਸਕਦਾ है। हाँ, मुझे 1 मिनट दे, मैं आपको मुमकिन भी बात है बता देता हूं। इम्कान मौजूद है हाँ कर दो चौहान साहब। अच्छा आमिर साहब मुझे भी 1 यार मिनट यार ਤੁਸੀਂ चुप करो ना नहीं, मैं नहीं चुप करना, पिछले 10 मिनट हो गए हैं एक ही बात पे फजूल यार बात वो पे 10 मिनट हो गए और गलत मजमून बयान कर रहे हैं आप लोग। 10 मिनट हो गए ने और सर आमिर साहब आप मजमून को समझे ही नहीं। तुसां को बैठक खोली खुरम साहब आपने नहीं मजमून को समझा। की प्रॉब्लम है और सर आपको मजमून समझ ही नहीं आया ये वाला, आपका वो लेवल ही फैसला नहीं। करो ਤੁਸੀਂ फैसला नहीं ਤੁਸੀਂ अपना माहौल खराब हो नहीं गया सर 1 मिनट दे दें, तफसीलन बात हो ਤੁਸੀਂ चुकी है। ਮਿਰਜ਼ਾ ਸਾਹਿਬ ਦੇ ਉੱਤੇ 1 ਮਿੰਟ ਦੇ ਕਾਗਜ਼ਾਂ ਤੇ ਦੇ। ਸਾਈਨ ਕਰਨੇ ਨੇ ਕਿ ਤੁਹਾਡੇ ਤੇ ਨਜ਼ਦੀਕ ਐਸਾ ਬੰਦਾ ਨਬੀ ਬਣ ਸਕਦਾ ਹੈ ਜਿਹੜਾ ਚੂੜਾ ਭੰਗੀ ਜ਼ਾਨੀ ਡਾਕੂ अच्छा ਚੋਰ, चुप करो ना, ਪੁਲਿਸ 1 मिनट ਕੋਲ मुझे भी ਛਿੱਤਰ बात खाने वाला, करने दो। ਉਹ ਵੀ ਤੁਹਾਡੇ ਨਜ਼ਦੀਕ ਨਬੀ ਬਣ ਸਕਦਾ ਹੈ। अच्छा जी, अब मुमकिन है कि अच्छा। अल्लाह ताला ने बिल्कुल बना बिल्कुल, मैं दिया। जवाब दिया इम्कान मौजूद है आपकी सर, मैं बड़ी जवाब सेरा देना से चाहता हूँ। इम्कान मौजूद है कि ਉਹ सर ਬੰਦਾ जी, मैं जवाब देना चाहता हूँ। गुजारा नहीं होता। ਦੇਖੋ ਮੇਰੀ ਗੱਲ ਸੁਣੋ ਤੁਸੀਂ ਨਬੂਵਤ ਦਾ ਜਿਹੜਾ ਮੰਨਦੇ ਹੋ यार आप ਇਮਕਾਨ लोग ਨਬੂਵਤ 1 मिनट भी नहीं किसी ਜਿਹੜੀ को बोलने ਤੁਸੀਂ देते यार। ਇਮਕਾਨ ਨਬੂਵਤ ਮੰਨਦੇ नहीं आप ਹੋ क्या नबूवत जाहिर और चुप कर नबूवत किथे जा रही है पता नहीं कहाँ से बीच में टटर कर रहा ਅੱਛਾ ਜੇ ਤੁਸੀਂ ਰੋਲਾ ਹੀ ਪਾਣਾ ਹੈ ਤੇ ਮੈਂ ਤੁਹਾਡੇ ਨਾਲ ਆਵਾਜ਼ ਉੱਚੀ ਕਰ ਲਾਂਗਾ ਤੇ ਫਿਰ ਫਾਇਦਾ ਕੋਈ नहीं नहीं आवाज ऊंची नहीं, 1 मिनट आपसे मांगा है ਤਾਲਾ ਲਾਓ 1 ਮਿੰਟ जनाबे अली, 1 मिनट मांगा है आपसे। जिस तरह तुसी दावा करते हो भाई कि 1 लामा मिनट साहब मांगा, आपको जवाब मिल चुका हुआ है, पूछना नबूवत साहब, कहाँ एक- जा रही है? वो कद एक वैसी मिनट का मांगा क्या आपसे। राज है? किसी के पास कोई ਜਿਸ ਵੇਲੇ ਤੁਹਾਨੂੰ ਪੁੱਛੀਏ ਕਿ ਨਬੂਵਤ ਕਿੱਥੇ ਜਾ ਰਹੀ ਹੈ ਤੇ ਕੀ ਜਵਾਬ ਦਿੰਦੇ ਹੋ ਕਿੱਥੇ ਜਾ ਰਹੀ ਹੈ पागल तो नहीं ਤੁਸੀਂ ਆਂਦੇ ਹੋ ਕਿ ਮਕਾਨ ਮੌਜੂਦ ਹੈ ਤੁਸੀਂ ਮਕਾਨ ਦਾ ਜ਼ਿਕਰ ਕਰਦੇ ਹੋ ਨਾ यार मोहम्मद अहमद यार ਜਿਸ ਤਰ੍ਹਾਂ ਤੁਸੀਂ ਮਕਾਨ ਕਰਦੇ ਹੋ ਨਾ ਜ਼ਾਹਿਰ ਇਮਕਾਨ ਨਬੂਵਤ तुम्हारा ਇੱਥੇ ਵੀ ਤੁਸੀਂ ਇਮਕਾਨ ਨਬੂਵਤ ਹੀ ਜ਼ਾਹਿਰ ਕਰਨਾ ਹੈ मिला है तो यार मोहम्मद ਇੱਥੇ ਵੀ ਆਖੋ ਇਮਕਾਨ ਨਬੂਵਤ ਮੌਜੂਦ ਹੈ ਇੱਥੇ ਕਿਉਂ ਨਹੀਂ ਆਖਦੇ ਇਮਕਾਨ ਨਬੂਵਤ ਮੌਜੂਦ ਹੈ ਚੂੜਾ ਭੰਗੀ ਡਾਕੂ ਚੋਰ ਤੁਹਾਡੇ ਨਜ਼ਦੀਕ ਇਮਕਾਨ ਨਬੂਵਤ ਉਹਦੇ ਕੋਲ ਮੌਜੂਦ ਹੈ ਆਖੋ ਨਾ ਚੋਰ ਤੇ ਡਾਕੂ ਦਾ ਵੀ ਇਮਕਾਨ ਨਬੂਵਤ ਮੌਜੂਦ ਆਖੋ ਭਲਾ की आवाज खोते ਜਿਹੜਾ ਤੁਸੀਂ ਬਾਕੀ ਆਖਿਆ ਇਮਕਾਨ ਨਬੂਵਤ ਮੌਜੂਦ ਹੈ ਇਮਕਾਨ ਨਬੂਵਤ ਮੌਜੂਦ ਹੈ ਇੱਥੇ ਕਿਉਂ ਨਹੀਂ ਆਖਦੇ ਇੱਥੇ ਵੀ ਤਾਂ ਮਿਰਜ਼ਾ ਸਾਹਿਬ ਨੇ ਇੱਥੇ ਵੀ ਤਾਂ ਮਿਰਜ਼ਾ ਸਾਹਿਬ ਨੇ ਆਖਿਆ ਨਾ खोतेगी। ਮੌਤ ਵਾਕਿਆ ਹੋ ਜਾਏਗੀ ਤੁਹਾਡੀ ਇਸ ਗੱਲ ਦੇ ਉੱਤੇ ਜਿਹੜਾ ਮਿਰਜ਼ਾ ਸਾਹਿਬ ਨੇ ਮਿਆਰ ਪੇਸ਼ ਕੀਤਾ ਇੰਨਾ ਸ਼ਰਮਨਾਕ ਮਿਆਰ ਕਿਉਂ ਰੋਲਾ ਪਾਉਂਦੇ ਹੋ Es kommt